जी मिंदर जी आ गए। मिंटू जी प्रोग्राम शुरू करो, लाइव भी ऑन हो गया ते रिकॉर्डिंग भी जी ऑन कर दे। जी जी है ना, जी सत श्री अकाल साਰਿਆਂ ਨੂੰ। ਸਤਿ ਸ਼੍ਰੀ ਅਕਾਲ ਜੀ, ਪਿਆਰ ਭਰੀ ਸਤਿ ਸ਼੍ਰੀ ਅਕਾਲ ਸਾਰਿਆਂ ਨੂੰ। ਅੰਤਰਰਾਸ਼ਟਰੀ ਸਾਹਿਤਿਕ ਸਾਂਝਾ ਤੇ ਪੰਜਾਬ ਸਾਹਿਤ ਅਕੈਡਮੀ ਦੇ ਸਹਿਯੋਗ ਦੇ ਨਾਲ ਜਿਹੜਾ ਅੱਜ ਦਾ ਅਸੀਂ ਪ੍ਰੋਗਰਾਮ ਸਿਰਜਣਾ ਦੇ ਆਰ ਪਾਰ ਕਰ ਰਹੇ ਹਾਂ, ਉਹਦੇ 'ਚ ਅਸੀਂ ਅੱਜ ਸਾਡੇ ਨਾਲ ਨੇ ਡਾਕਟਰ ਕਮਲਜੀਤ ਕੌਰ ਢਿੱਲੋਂ। ਉਹਨਾਂ ਦੀ ਮੈਂ ਸੰਖੇਪ ਦੇ ਵਿੱਚ ਥੋੜੀ ਜੀ ਬਸ ਇੰਟਰੋਡਕਸ਼ਨ, ਕਿਉਂਕਿ ਅੱਜ ਦਾ ਪ੍ਰੋਗਰਾਮ ਜਿਹੜਾ ਉਹਨਾਂ ਦਾ ਰੂਬਰੂ ਹੈ ਤੇ ਰੂਬਰੂ ਜਿਹੜਾ ਆ ਉਹ ਕੁਲਜੀਤ ਜੀ ਕਰ ਰਹੇ ਨੇ, ਤੇ ਮੈਂ ਸਿਰਫ ਅੰਤਰਰਾਸ਼ਟਰੀ ਸਾਹਿਤਿਕ ਸਾਂਝਾ ਤੇ ਪੰਜਾਬ ਸਾਹਿਤ ਅਕੈਡਮੀ ਵੱਲੋਂ ਜਸਟ ਸਿਰਫ ਸਾਰਿਆਂ ਨੂੰ ਵੈਲਕਮ ਕਰਨ ਵਾਸਤੇ ਮੈਂ ਪ੍ਰੋਗਰਾਮ ਦੀ ਸ਼ੁਰੂਆਤ ਕਰ ਰਹੀ ਹਾਂ। ਤੇ ਸਾਡੀ ਸਾਰੀ ਟੀਮ ਹੈ, ਸੁਜੀਤ ਕੌਰ ਜੀ, ਪਿਆਰਾ ਸਿੰਘ ਕੁੱਦੋਵਾਲ ਜੀ, ਪ੍ਰੋਫੈਸਰ ਕੁਲਜੀਤ ਜੀ ਔਰ ਪਰਜਿੰਦਰ ਕੌਰ ਕਲੇਰ ਜੀ, ਅਮਨਵੀਰ ਸਿੰਘ ਧਾਮੀ ਜੀ, ਇਹਨਾਂ ਸਾਰਿਆਂ ਦਾ ਸਹਿਯੋਗ ਹੈ ਜਦੋਂ ਸਾਡੇ ਨਾਲ, ਤੇ ਅਸੀਂ ਸਾਰੇ ਜਿਹੜੇ ਰਲ ਕੇ ਅਸੀਂ ਇਸ ਪ੍ਰੋਗਰਾਮ ਨੂੰ ਨੇਪਰੇ ਚਾੜਦੇ ਹਾਂ। ਤੇ ਮੈਨੂੰ ਲੱਗਦਾ ਕਿ ਜਦੋਂ ਸਾਰੀ ਟੀਮ ਦਾ ਸਹਿਯੋਗ ਹੁੰਦਾ ਤੇ ਪ੍ਰੋਗਰਾਮ ਵਧੀਆ ਹੁੰਦਾ ਹੀ ਹੈ। ਤੇ ਅੱਜ ਦਾ ਪ੍ਰੋਗਰਾਮ ਤੇ ਮੈਨੂੰ ਲੱਗਦਾ ਕਿ ਖਾਸ ਵਧੀਆ ਹੋਣ ਵਾਲਾ, ਕਿਉਂਕਿ ਜੋ ਸ਼ਖਸੀਅਤ ਸਾਡੇ ਨਾਲ ਨੇ ਅੱਜ ਬਾ ਕਮਾਲ ਹੈ। ਮੈਂ ਉਹਨਾਂ ਦਾ, ਮੈਨੂੰ ਜਦੋਂ ਉਹਨਾਂ ਦਾ ਰੈਜ਼ਮੇ ਮਿਲਿਆ, ਮਤਲਬ PDF ਮਿਲੀ ਉਸ ਰੈਜ਼ਮੇ ਦੀ, ਤੇ ਮੈਂ ਪੜ੍ਹ ਕੇ ਮਤਲਬ ਮੈਨੂੰ ਬਹੁਤ ਟਾਈਮ ਲੱਗਾ ਪੜ੍ਹਨ ਤੇ, ਔਰ ਮੈਂ ਅਚੀਵਮੈਂਟਸ ਦੇਖ ਦੇਖ ਕੇ ਮੈਂ ਹੈਰਾਨ ਹੋ ਰਹੀ ਸੀ ਕਿ ਬੰਦਾ ਇੱਕ ਇੰਨੀ ਛੋਟੀ ਜੀ ਉਮਰ ਦੇ ਵਿੱਚ ਵੀ ਤੁਸੀਂ ਸਾਰਾ ਕੁਝ ਜਿਹੜਾ ਅਚੀਵ ਕੀਤਾ ਹੈ, ਇੰਨਾ ਕੁਝ ਥੀਏਟਰ ਦੇ ਨਾਲ ਜੁੜੇ ਹੋ, ਸੋਸ਼ਲ ਵਰਕ ਕਰਦੇ ਹੋ, ਲੇਡੀਜ਼ ਵਾਸਤੇ, ਫੈਮਿਨਿਜ਼ਮ ਵਾਸਤੇ ਇੰਨਾ ਕੰਮ ਕਰਦੇ ਹੋ, ਤੇ ਸੈਲੂਟ ਹੈ ਤੁਹਾਨੂੰ। ਬਹੁਤ ਬਹੁਤ ਜੀ ਆਇਆਂ ਨੂੰ, ਬਹੁਤ ਜ਼ਿਆਦਾ ਮਤਲਬ ਮੇਰੇ ਵੱਲੋਂ ਦਿਲ ਦੀਆਂ ਗਹਿਰਾਈਆਂ ਤੋਂ ਜੀ ਆਇਆਂ ਨੂੰ। ਸਾਰੇ ਮਹਿਮਾਨਾਂ ਦਾ ਵੀ ਬਹੁਤ ਸਵਾਗਤ ਹੈ। ਤੇ ਹੁਣ ਮੈਂ ਪੰਜਾਬ ਸਾਹਿਤ ਅਕੈਡਮੀ ਡਾਕਟਰ ਸਰਬਜੀਤ ਕੌਰ ਸੋਹਲ ਜੀ ਨੂੰ ਕਹਾਂਗੀ ਕਿ ਉਹ ਜਿਹੜਾ ਅੱਜ ਦਾ ਪ੍ਰੋਗਰਾਮ ਜਿਹੜਾ ਅੱਜ ਸ਼ੁਰੂਆਤ ਕਰਨਗੇ, ਵੈਲਕਮ ਕਰਨਗੇ, ਤੇ ਉਸ ਤੋਂ ਬਾਅਦ ਫਿਰ ਪ੍ਰੋਫੈਸਰ ਕੁਲਜੀਤ ਜੀ ਜਿਹੜਾ ਹੈ ਰਸਮੀ ਤੌਰ ਤੇ ਕਵਲਜੀਤ ਢਿੱਲੋਂ ਜੀ ਨਾਲ ਪ੍ਰੋਗਰਾਮ ਸ਼ੁਰੂ ਕਰਨਗੇ। ਜੀ ਡਾਕਟਰ ਸਰਬਜੀਤ ਕੌਰ ਸੋਹਲ ਜੀ। ਜੀ ਜੀ, ਬਹੁਤ ਬਹੁਤ ਸ਼ੁਕਰੀਆ ਤੇ ਸਤਿ ਸ਼੍ਰੀ ਅਕਾਲ ਜੀ ਆਇਆਂ ਨੂੰ। ਪੰਜਾਬ ਸਾਹਿਤ ਅਕਾਦਮੀ ਅਤੇ ਅੰਤਰਰਾਸ਼ਟਰੀ ਸਾਹਿਤਕ ਸਾਂਝਾ ਦੇ ਸਹਿਯੋਗ ਦੇ ਨਾਲ ਜਿਹੜਾ ਅੱਜ ਅਸੀਂ ਰੂਬਰੂ ਕਰਨ ਜਾ ਰਹੇ ਹਾਂ ਕਮਲਜੀਤ ਢਿੱਲੋਂ ਜੀ ਦਾ, ਉਹਦੇ ਵਿੱਚ ਸ਼ਾਮਲ ਸਾਰੇ ਹੀ ਸੱਜਣਾ ਨੂੰ ਸਤਿ ਸ਼੍ਰੀ ਅਕਾਲ। ਮੈਨੂੰ ਜਿੰਨੇ ਇੱਕ ਦਿਸ ਰਹੇ ਨੇ, ਕਮਲਜੀਤ ਢਿੱਲੋਂ ਜੀ, ਪ੍ਰੋਫੈਸਰ ਕੁਲਜੀਤ ਜੀ, ਪਿਆਰਾ ਸਿੰਘ ਕੁੱਦੋਵਾਲ ਜੀ, ਸੁਰਜੀਤ ਜੀ, ਪ੍ਰੋਫੈਸਰ ਕੁਲਜੀਤ ਜੀ, ਗੁਰਵਿੰਦਰ ਜੀ ਮੈਨੂੰ ਦਿਸ ਰਹੇ ਸੀ ਸਕਰੀਨ ਤੇ, ਕਿਉਂਕਿ ਮੈਂ ਫੋਨ ਤੇ ਆ, ਤੇ ਹੋਰ ਸਾਰੇ ਹੀ ਸਾਡੇ ਅਜ਼ੀਜ਼, ਸਾਡੇ ਪਾਠਕ, ਸਾਡੇ ਸਰੋਤੇ, ਸਾਡੇ ਦਰਸ਼ਕ, ਤੇ ਜੋ ਅੱਜ ਇੱਕ ਵੱਖਰੀ ਤਰ੍ਹਾਂ ਦਾ ਪ੍ਰੋਗਰਾਮ ਜਿਹੜਾ ਅਸੀਂ ਕਰਨ ਜਾ ਰਹੇ ਹਾਂ, ਜਿਸ ਤਰ੍ਹਾਂ ਕਿ ਰਿੰਟੂ ਜੀ ਨੇ ਵੀ ਕਿਹਾ, ਪ੍ਰੋਫੈਸਰ ਕੁਲਜੀਤ ਜੀ ਅੱਗੋਂ ਗੱਲਬਾਤ ਵੀ ਕਰਨਗੇ, ਤੇ ਕਮਲਜੀਤ ਢਿੱਲੋਂ ਜੀ ਸਾਡੇ ਚੰਡੀਗੜ੍ਹ ਦੇ ਵਿੱਚ ਹੀ ਐਸੋਸੀਏਟ ਪ੍ਰੋਫੈਸਰ ਵਜੋਂ ਇਹਨਾਂ ਨੇ ਕੰਮ ਕੀਤਾ, ਔਰ ਮੈਂ ਇਹਨਾਂ ਨੂੰ ਜਦੋਂ ਦੀ ਦੇਖ ਰਹੀ ਹਾਂ ਉਹ ਇਸੇ ਤਰ੍ਹਾਂ ਇੰਨੀ ਹੀ ਸਰਗਰਮੀ ਦੇ ਨਾਲ, ਉਸੇ ਹੀ ਸ਼ਿੱਦਤ ਦੇ ਨਾਲ, ਲਗਾਤਾਰਤਾ ਦੇ ਵਿੱਚ ਨਿਰੰਤਰ ਕੰਮ ਕਰ ਰਹੇ ਨੇ, ਬਹੁਤ ਸਰਗਰਮ ਨੇ। ਔਰ ਖਾਸ ਤੌਰ ਤੇ ਕੈਨੇਡਾ ਦੇ ਵਿੱਚ ਜਿਹੜੀ ਬਣੀ ਹੋਈ ਹੈ ਇੱਕ ਸਾਡੀ ਸੰਸਥਾ ਹੈ ਦਿਸ਼ਾ, ਜਿਹੜੇ ਕਿ ਸੈਮੀਨਾਰਸ ਵੀ ਕਰਾਉਂਦੇ ਨੇ, ਕਾਨਫਰੰਸ ਕਰਾਉਂਦੇ ਨੇ, ਔਰ ਔਰਤਾਂ ਦੇ ਲਈ ਬਹੁਤ ਵੱਡਮੁੱਲਾ ਕੰਮ ਕੀਤਾ ਜਾ ਰਿਹਾ, ਔਰਤਾਂ ਦੇ ਹੱਕਾਂ ਪ੍ਰਤੀ ਉਹਨਾਂ ਨੂੰ ਸੁਚੇਤ ਕਰਨ ਦੇ ਲਈ, ਜੋ ਵੀ ਅਨਿਯਮਿਤਤਾ ਹੋ ਰਹੀ ਹੈ ਇਸ ਵੇਲੇ ਉਹਨਾਂ ਦੇ ਸੰਬੰਧ ਦੇ ਵਿੱਚ ਜੇਕਰ ਕੋਈ ਗੱਲਬਾਤ ਕਰ ਰਿਹਾ ਆ, ਕੇਵਲ ਗੱਲਬਾਤ ਦੇ ਪੱਧਰ ਤੇ ਨਹੀਂ ਬਲਕਿ ਉਸਨੂੰ ਵਿਲੱਖਣ ਤੌਰ ਤੇ ਉਹਦੇ ਚ ਸਰਗਰਮੀ ਦੇ ਨਾਲ, ਮੈਂ ਇਹਨਾਂ ਨੂੰ ਬਹੁਤ ਦੂਰ ਦੂਰ ਜਾਂਦਿਆਂ ਵੀ ਦੇਖਿਆ ਹੈ ਕਿ ਇਹਨਾਂ ਨੇ ਕਦੇ ਇਹ ਹਿਮਾਚਲ ਚ ਹੁੰਦੇ ਨੇ, ਕਦੇ ਇਹ ਦੇਸ਼ ਦੇ ਕਿਸੇ ਹੋਰ ਸਟੇਟ ਦੇ ਵਿੱਚ ਸਰਗਰਮ ਹੁੰਦੇ ਨੇ। ਸੋ ਮੈਂ ਇਹਨਾਂ ਦੀ ਸ਼ਖਸੀਅਤ ਤੋਂ ਬਹੁਤ ਪ੍ਰਭਾਵਿਤ ਹਾਂ, ਔਰ ਦਿਸ਼ਾ ਦੇ ਵਿੱਚ ਵੀ ਜਿਹੜਾ ਨਿਰੰਤਰਤਾ ਨਾਲ ਕੰਮ ਹੋ ਰਿਹਾ ਹੈ, ਕੈਨੇਡਾ ਦੇ ਵਿੱਚ ਵੀ, ਜਿਹਦੇ ਚ ਪਿੱਛੇ ਜੇ ਸਾਡੇ ਵਨੀਤਾ ਜੀ ਦੀ ਵੀ ਇੰਟਰਵਿਊ ਹੋਈ ਸੀਗੀ, ਉਹਨਾਂ ਬਾਰੇ ਵੀ ਚੱਲ ਰਿਹਾ ਸੀ।
ਔਰਤਾਂ ਦੇ ਬਾਰੇ ਦੇ ਵਿੱਚ ਜੇਕਰ ਕੋਈ ਗੱਲ ਕਰਨੀ ਹੈ ਇਸ ਵੇਲੇ ਤਾਂ ਜ਼ਰੂਰ ਹੀ ਅਸੀਂ ਦਿਸ਼ਾ ਦੀ ਵੀ ਗੱਲ ਕਰਾਂਗੇ ਔਰ ਅਸੀਂ ਕਵਲਜੀਤ ਢਿੱਲੋਂ ਜੀ ਦੀ ਵੀ ਗੱਲ ਕਰਾਂਗੇ। ਔਰ ਮੈਂ ਜੀ ਆਇਆਂ ਕਹਿੰਦੀ ਹਾਂ ਰਮਿੰਦਰ ਜੀ ਨੂੰ ਵੀ, ਰਮਿੰਦਰ ਰਮੀ ਜੀ ਨੂੰ, ਕਿਉਂਕਿ ਬਹੁਤ ਬਿਮਾਰ ਨੇ, ਉਹਨਾਂ ਤੋਂ ਬੋਲਿਆ ਨਹੀਂ ਜਾਂਦਾ, ਫਿਰ ਵੀ ਉਹ ਫੋਨ ਕਰਕੇ ਸਾਰੇ ਪ੍ਰੋਗਰਾਮ ਜਿਹੜੇ ਉਲੀਕ ਰਹੇ ਸੀਗੇ। ਸੋ ਰੱਬ ਉਹਨਾਂ ਨੂੰ ਛੇਤੀ ਸਿਹਤ ਯਾਬ ਕਰੇ ਤੇ ਉਹ ਇਸੇ ਤਰ੍ਹਾਂ ਸਾਹਿਤ ਦੀ ਸੇਵਾ ਦੇ ਵਿੱਚ ਯੋਗਦਾਨ ਪਾਉਂਦੇ ਰਹਿਣ। ਪਿਛਲੇ ਦਿਨਾਂ ਦੇ ਵਿੱਚ ਮੈਂ ਦੱਸਣਾ ਚਾਹਾਂਗੀ ਕਿ ਅਸੀਂ ਜਿਹੜਾ ਸਾਡਾ ਟੂਰਿਜ਼ਮ ਡਿਪਾਰਟਮੈਂਟ ਹੈ, ਕਲਚਰ ਐਂਡ ਟੂਰਿਜ਼ਮ, ਉਹਨਾਂ ਦੇ ਸੈਕਟਰੀ ਨਾਲ ਗੱਲ ਕੀਤੀ ਸੀ ਤਾਂ ਉਹਨਾਂ ਨੇ ਬੜੀ ਸਰਗਰਮੀ ਵਿਖਾਈ ਸੀ ਪ੍ਰੋਗਰਾਮਾਂ ਦੇ ਲਈ ਤੇ ਉਮੀਦ ਹੈ ਕਿ ਅਸੀਂ ਛੇਤੀ ਹੀ ਇੰਟਰਨੈਸ਼ਨਲ ਕਾਨਫਰੰਸ ਜਿਹੜੀ ਉਹ ਵੀ ਕਰਾਂਗੇ ਤੇ ਫਿਰ ਅਸੀਂ ਸਾਰੇ ਔਰਤਾਂ ਦੇ ਮੁੱਦਿਆਂ ਬਾਰੇ ਵੀ ਗੱਲ ਕਰਾਂਗੇ। ਨਾ ਕਿ ਗੱਲ ਹੀ ਕਰਾਂਗੇ ਬਲਕਿ ਕੋਈ ਠੋਸ ਮਤਲਬ ਉਹਦੇ ਦੇ ਵਿੱਚ ਜਿਹੜੇ ਆਪਾਂ ਲੈ ਸਕਦੇ ਹਾਂ, ਫੈਸਲੇ ਵੀ ਲੈ ਸਕਦੇ ਹਾਂ ਔਰ ਉਹਨਾਂ ਨੂੰ ਜ਼ਮੀਨੀ ਪੱਧਰ ਦੇ ਉੱਤੇ ਲਾਗੂ ਕਰਨ ਦੀ ਵੀ ਸਾਡੀ ਜ਼ਰੂਰ ਹੋਊਗੀ। ਸੋ ਜਿਹੜੀਆਂ ਵੀ ਗੱਲਾਂ ਅਸੀਂ ਚਾਹੀਏ ਇਸ ਮੰਚ ਦੇ ਉੱਤੇ, ਅੰਤਰਰਾਸ਼ਟਰੀ ਸਾਹਿਤਕ ਸਾਂਝਾ ਔਰ ਪੰਜਾਬ ਸਾਹਿਤ ਅਕੈਡਮੀ ਦੇ ਇਸ ਮੰਚ ਤੇ ਅਸੀਂ ਕਰ ਸਕਦੇ ਹਾਂ। ਸੋ ਮੇਰੇ ਵੱਲੋਂ ਤੁਹਾਨੂੰ ਸਾਰਿਆਂ ਨੂੰ ਇੱਕ ਵਾਰੀ ਫੇਰ ਜੀ ਆਇਆਂ ਨੂੰ। ਕਵਲਜੀਤ ਢਿੱਲੋਂ ਜੀ, ਤੁਸੀਂ ਬੇਬਾਕੀ ਦੇ ਨਾਲ ਸਾਰੀਆਂ ਗੱਲਾਂ ਕਰਨੀਆਂ ਨੇ। ਜਿੰਨਾ ਵੀ ਤੁਸੀਂ ਸਾਨੂੰ ਸੇਧ ਦਿਓਗੇ, ਅਗਵਾਈ ਦਿਓਗੇ, ਸਾਡੇ ਲਈ ਉਹ ਬਹੁਤ ਕੀਮਤੀ ਹੋਏਗਾ ਔਰ ਮੈਨੂੰ ਉਮੀਦ ਆ ਕਿ ਅਸੀਂ ਸਾਰੇ ਹੀ ਇਸ ਤੋਂ ਜ਼ਰੂਰ ਫਾਇਦਾ ਲਵਾਂਗੇ ਜਾਂ ਭਵਿੱਖ ਦੇ ਵਿੱਚ ਵੀ ਅਸੀਂ ਔਰਤਾਂ ਦੇ ਲਈ, ਆਪਣੀਆਂ ਭੈਣਾਂ ਦੇ ਲਈ ਕੀ ਕੁਛ ਕਰ ਸਕਦੇ, ਕਿਹੜੇ ਉਪਰਾਲੇ ਕਰ ਸਕਦੇ, ਉਹਨਾਂ ਨੂੰ ਕਿਸ ਤਰ੍ਹਾਂ ਉਹਨਾਂ ਦੇ ਹੱਕਾਂ ਪ੍ਰਤੀ ਜਾਗਰੂਕ ਕਰ ਸਕਦੇ ਆ। ਬਹੁਤ ਸਾਰਾ ਕੁਝ ਹੈਗਾ ਜਿਹੜਾ ਮਾਈਂਡ ਸੈਟ ਹੋਇਆ ਹੋਇਆ ਔਰਤਾਂ ਦਾ, ਜਿਸ ਨੂੰ ਬਦਲਣ ਦੀ ਇਸ ਵੇਲੇ ਬਹੁਤ ਲੋੜ ਆ, ਕਿਉਂਕਿ ਅਸੀਂ ਸਿਰਫ ਸੋਚਿਆ ਹੀ ਹੋਇਆ ਕਿ ਹਾਂ ਅਸੀਂ ਔਰਤ ਮਰਦ ਤੋਂ ਪਿੱਛੇ ਹੈ ਜਾਂ ਉਹਦੇ ਅੰਡਰ ਕੰਮ ਕਰਦੀ ਆ ਜਾਂ, ਪਰ ਉਹਦੇ ਵਿੱਚ ਸਾਡੀ ਆਪਣੀ ਭਾਵੁਕਤਾ ਬਹੁਤ ਰੋਲ ਪਲੇ ਕਰਦੀ ਆ। ਜਦੋਂ ਅਸੀਂ ਭਾਵੁਕ ਤੌਰ ਤੇ ਸੋਚਦੇ ਆ, ਜਦੋਂ ਅਸੀਂ ਯਥਾਰਥ ਤੋਂ ਦੂਰ ਹੁੰਦੇ ਆ, ਤਾਂ ਫਿਰ ਅਸੀਂ ਇਹੋ ਜਿਹੇ ਫੈਸਲੇ ਲੈਂਦੇ ਆ। ਸੋ ਮੈਨੂੰ ਉਮੀਦ ਆ ਕਿ ਅਸੀਂ ਉਹ ਮਾਈਂਡ ਸੈਟ ਨੂੰ ਚੇਂਜ ਕਰਨਾ ਚਾਹਾਂਗੇ ਔਰ ਭਵਿੱਖ ਦੇ ਵਿੱਚ ਚਾਹੀਏ ਕਿ ਜਦੋਂ ਤੱਕ ਔਰਤ ਨੂੰ ਆਪਣੀ ਸੈਲਫ ਰਿਸਪੈਕਟ, ਸੈਲਫ ਅਸਟੀਮ ਦੀ ਨਹੀਂ ਹੋਏਗੀ, ਜਾਣੂ ਨਹੀਂ ਹੋਏਗੀ ਔਰਤ, ਉਦੋਂ ਤੱਕ ਅਸੀਂ ਕੋਈ ਵੀ ਜਿਹੜਾ ਕੰਮ ਹੈ ਉਸਨੂੰ ਸਿਰੇ ਨਹੀਂ ਚੜਾ ਸਕਾਂਗੇ, ਔਰਤ ਦੇ ਹੱਕਾਂ ਦੀ ਗੱਲ ਨਹੀਂ ਕਰ ਸਕਾਂਗੇ। ਸੋ ਮੈਨੂੰ ਉਮੀਦ ਆ ਕਿ ਭਵਿੱਖ ਖੂਬਸੂਰਤ ਹੋਵੇ, ਵਾਤਾਵਰਨ ਸ਼ੁੱਧ ਹੋਵੇ ਤੇ ਔਰਤ ਦਾ ਜਿਹੜਾ ਬਹੁਤ ਵੱਡਾ ਯੋਗਦਾਨ ਹੈ ਇਸ ਧਰਤੀ ਦੇ ਉੱਤੇ, ਇਸ ਪ੍ਰਕਿਰਤੀ ਨੂੰ ਸਿਰਜਣ ਚ, ਸਾਂਭਣ ਚ, ਸੋਹਜ ਨੂੰ ਪੈਦਾ ਕਰਨ ਦੇ ਵਿੱਚ ਔਰ ਸਾਹਿਤ ਦੇ ਵਿੱਚ ਜਿਹੜਾ ਉਹਦਾ ਵਡਮੁੱਲਾ ਯੋਗਦਾਨ ਆ, ਉਹ ਸਾਰਾ ਹੀ ਇੱਕ ਸੁਚੇਤ ਪੱਧਰ ਤੇ ਇੱਕ ਥਾਂ ਤੇ ਹੋਵੇ ਔਰ ਅਸੀਂ ਇਸ ਦੁਨੀਆ ਨੂੰ, ਇਸ ਜਿਹੜੀ ਸਾਡੇ ਆਲੇ ਦੁਆਲੇ ਹੈ, ਆਉਣ ਵਾਲੀ ਪੀੜ੍ਹੀ ਹੈ, ਜਿਹੜੇ ਭਵਿੱਖ ਦੇ ਬੱਚੇ ਨੇ, ਉਹ ਸਾਰਾ ਕੁਝ ਸਾਡਾ ਦੇਸ਼, ਸਾਡਾ ਸੂਬਾ, ਸਾਰਾ ਜਿਹੜਾ ਉਹਦਾ ਦਾਰੋਮਦਾਰ ਹੈ ਉਹ ਔਰਤ ਦੇ ਜਿਹੜਾ ਕਿ ਕਹਾਂਗੇ ਕਿ ਉਹਦੀ ਮਾਨਸਿਕਤਾ ਤੇ, ਉਹਦੇ ਮਾਨਸਿਕ ਧਰਾਤਲ ਦੇ ਉੱਤੇ ਸਿਰਜਿਆ ਜਾਂਦਾ ਆ। ਸੋ ਮੈਂ ਇਹਨਾਂ ਸ਼ਬਦਾਂ ਦੇ ਨਾਲ ਇੱਕ ਵਾਰੀ ਫੇਰ ਤੁਹਾਨੂੰ ਸਾਰਿਆਂ ਨੂੰ ਜੀ ਆਇਆਂ ਆਖਦੀ ਹਾਂ ਤੇ ਅਸੀਂ ਕਵਲਜੀਤ ਢਿੱਲੋਂ ਹੋਰਾਂ ਜੀ ਤੋਂ ਬਹੁਤ ਸੋਹਣੀਆਂ ਉਹਨਾਂ ਦੀ ਜ਼ਿੰਦਗੀ ਬਾਰੇ, ਉਹਨਾਂ ਦੇ ਕੰਮ ਬਾਰੇ, ਉਹਨਾਂ ਦੀ ਸੋਚ ਬਾਰੇ ਅਸੀਂ ਉਹਨਾਂ ਦੀਆਂ ਗੱਲਾਂ ਜ਼ਰੂਰ ਸੁਣਾਂਗੇ। ਸੋ ਬਹੁਤ ਬਹੁਤ ਸਵਾਗਤ ਜੀ। ਬਹੁਤ ਸ਼ੁਕਰੀਆ ਡਾਕਟਰ ਸਰਬਜੀਤ ਕੌਰ ਸੋਹਲ ਜੀ। ਮੈਂ ਹੁਣ ਜਸਟ ਇੱਕ ਰਿਕੁਐਸਟ ਕਰਨੀ ਚਾਹਾਂਗੀ ਕਿ ਪਲੀਜ਼ ਜਦੋਂ ਕੁਲਜੀਤ ਜੀ, ਕਮਲਜੀਤ ਢਿੱਲੋਂ ਜੀ ਨਾਲ ਗੱਲ ਕਰ ਰਹੇ ਹੋਣਗੇ, ਪਲੀਜ਼ ਆਪਣੇ ਆਪ ਨੂੰ ਮਿਊਟ ਰੱਖਿਓ, ਕਿਉਂਕਿ ਗੱਲਬਾਤ ਫਿਰ ਕੱਟ ਜਾਂਦੀ ਹੈ, ਫਿਰ ਮਜ਼ਾ ਨਹੀਂ ਆਏਗਾ, ਤੁਹਾਨੂੰ ਸੁਣਨ ਦਾ ਵੀ ਨਹੀਂ ਮਜ਼ਾ ਆਏਗਾ। ਤੇ ਜਿਹੜੇ ਤੁਹਾਡੇ ਕੁਐਸਚਨ ਹੋਣਗੇ, ਅਸੀਂ ਸਾਰਿਆਂ ਨੂੰ ਜਿਹੜਾ ਆ, ਅਸੀਂ ਪਹਿਲਾਂ ਉਹਨਾਂ ਦੀ ਆਪਸ ਦੇ ਵਿੱਚ ਗੱਲਬਾਤ ਹੋ ਜਾਏਗੀ, ਉਸ ਤੋਂ ਬਾਅਦ ਅਸੀਂ ਖੁੱਲਾ ਟਾਈਮ ਦੇਵਾਂਗੇ ਕਿ ਤੁਸੀਂ ਸਾਰੇ ਜਿਹੜੇ ਆ ਉਹਨਾਂ ਦੇ ਨਾਲ ਗੱਲਬਾਤ ਕਰ ਸਕਦੇ ਹੋ। ਕੋਈ ਕੁਐਸਚਨ ਹੋਏ ਤਾਂ ਤੁਸੀਂ ਚੈਟ 'ਚ ਲਿਖ ਸਕਦੇ ਹੋ, ਅਸੀਂ ਉਹ ਫਿਰ ਕੁਲਜੀਤ ਜੀ ਪੜ੍ਹ ਕੇ ਤੇ ਉਹ ਉਹਨਾਂ ਦੇ ਨਾਲ ਗੱਲਬਾਤ ਕਰ ਸਕਦੇ ਨੇ। ਤੇ ਮੇਰੀ ਇੰਨੀ ਰਿਕੁਐਸਟ ਸੀ ਤੇ ਮੈਂ ਹੁਣ ਪ੍ਰੋਫੈਸਰ ਕੁਲਜੀਤ ਜੀ ਨੂੰ ਕਹਾਂਗੀ ਕਿ ਅੱਜ ਦਾ ਜਿਹੜਾ ਉਹ ਰਸਮੀ ਤੌਰ ਤੇ ਸਿਰਜਣਾ ਦੇ ਆਰਪਣ ਸ਼ੁਰੂ ਕਰਾਂਗੇ। ਜੀ ਕੁਲਜੀਤ ਜੀ। ਬਹੁਤ ਸ਼ੁਕਰੀਆ ਰਿੰਟੂ ਭਾਟੀਆ ਜੀ। ਡਾਕਟਰ ਸਰਬਜੀਤ ਕੌਰ ਸੋਹਲ ਜੀ ਜਿਹੜੇ ਸਾਨੂੰ ਹੱਲਾਸ਼ੇਰੀ ਦਿੰਦੇ ਨੇ, ਮੈਡਮ ਰਮਿੰਦਰ ਰਮੀ ਜੀ ਅੰਤਰਰਾਸ਼ਟਰੀ ਸਾਹਿਤਕ ਸਾਂਝਾਂ ਦੇ ਪ੍ਰਬੰਧਕ, ਸੰਸਥਾਪਕ, ਜਾਂ ਕਹਿ ਲਓ ਕਿ ਇਹਨਾਂ ਦੇ ਹੱਥ ਸਾਡੀ ਸਾਰਿਆਂ ਦੀ ਵਾਗਡੋਰ ਹੈ ਕਿ ਅਸੀਂ ਕਿਸ ਦਿਸ਼ਾ 'ਚ ਜਾਣਾ ਹੈ। ਤੇ ਅਸੀਂ ਸਭ ਨੇ ਅੱਜ ਦੇ ਇਸ ਪ੍ਰੋਗਰਾਮ ਦੇ ਵਿੱਚ ਮੈਂ ਸਾਰਿਆਂ ਦਾ ਸਵਾਗਤ ਕਰਦੀ ਹਾਂ ਤੇ ਸਾਡੇ ਅੱਜ ਦੇ ਮਹਿਮਾਨ ਮੈਡਮ ਕਮਲਜੀਤ ਢਿੱਲੋਂ ਜੀ,
ਜਿਨ੍ਹਾਂ ਦੀ ਜਾਣ ਪਛਾਣ ਕਰਾਵਾਂਗੇ ਨਾਲ ਹੀ ਉਹਨਾਂ ਨਾਲ ਅਸੀਂ ਗੱਲਬਾਤ ਕਰਾਂਗੇ। ਤੇ ਮੈਂ ਸਾਰੇ ਹੀ ਸਾਡੇ ਸਤਿਕਾਰਯੋਗ ਸਾਡੀ ਟੀਮ ਦੇ ਮੈਂਬਰ ਸਹਿਬਾਨ ਉਹਨਾਂ ਸਾਰਿਆਂ ਦਾ ਸਵਾਗਤ ਕਰਦੀ ਹਾਂ ਜਿਨ੍ਹਾਂ ਦੇ ਯਤਨਾਂ ਸਦਕਾ ਅਸੀਂ ਸਾਰੇ ਇਕੱਠੇ ਹੋ ਪਾਉਂਦੇ ਆ। ਮੈਡਮ ਸੁਰਜੀਤ, ਮੈਡਮ ਰਿੰਟੂ ਭਾਟੀਆ ਜੀ ਤੇ ਕੁਦੋਵਾਲ ਸਾਹਿਬ ਜੀ, ਸਾਰੇ ਸਾਡੇ ਸਾਥੀ ਅਮਰਬੀਰ ਧਾਮੀ ਜੀ, ਸਾਰੀ ਸਾਡੀ ਟੀਮ ਜਿਹੜੀ ਇੱਕ ਦੂਜੇ ਦੇ ਨਾਲ ਮੋਢਾ ਮਿਲਾ ਕੇ ਚੱਲਦੇ ਆ। ਮੈਂ ਸਾਰਿਆਂ ਦਾ ਸਵਾਗਤ ਕਰਦਿਆਂ ਹੋਇਆ ਇਸ ਪ੍ਰੋਗਰਾਮ ਦੀ ਸ਼ੁਰੂਆਤ ਕਰਦਿਆਂ ਮੈਡਮ ਕਮਲਜੀਤ ਢਿੱਲੋਂ ਜੀ ਤੁਹਾਡੇ ਲਈ ਇੱਕ ਸ਼ੇਅਰ ਕਹਿਣਾ ਚਾਹਾਂਗੀ ਕਿ ਉਹ ਆਪਣੇ ਰਾਹਾਂ ਦੀ ਹੈ ਸਿਰਜਣਹਾਰੀ, ਹਰ ਮੁਕਾਮ ਨੂੰ ਹੈ ਜਿੱਤ ਲੈਂਦੀ, ਉਹ ਨਾ ਕਦੇ ਕਿਸੇ ਤੋਂ ਹਾਰੀ, ਉਹਦੇ ਕਦਮਾਂ 'ਚ ਹੈ ਦਲੇਰੀ ਤੇ ਕਰਮਾਂ 'ਚ ਦ੍ਰਿੜਤਾ, ਹਰ ਆਉਂਦੀ ਹਰ ਔਕੜ ਮੁਸੀਬਤ ਨੂੰ ਉਸਨੇ ਹੈ ਠੋਕਰ ਮਾਰੀ। ਤੁਸੀਂ ਜ਼ਿੰਦਗੀ 'ਚ ਅੱਗੇ ਵਧਦਿਆਂ ਅਗਰਸਰ ਹੁੰਦਿਆਂ ਤੁਸੀਂ ਹਰ ਤਰ੍ਹਾਂ ਦੇ ਸੰਘਰਸ਼ ਨੂੰ, ਹਰ ਤਰ੍ਹਾਂ ਦੀ ਚੁਣੌਤੀ ਨੂੰ ਵਿਜੇ ਕੀਤਾ ਹੈ, ਜਿੱਤਿਆ ਹੈ ਤੇ ਤੁਸੀਂ ਮਨ ਦੀ ਦੁਨੀਆ ਨਾਲ ਵੀ ਜੁੜੇ ਹੋ। ਤੁਸੀਂ ਅਕਾਦਮਿਕ ਖੇਤਰ ਦੇ ਵਿੱਚ ਵੀ ਆਪਣੀਆਂ ਬੁਲੰਦੀਆਂ ਨੂੰ ਛੂਹਿਆ ਹੈ। ਤੁਸੀਂ ਦਿਸ਼ਾ ਦੇ ਨਾਲ ਬਹੁਤ ਸਾਰੀਆਂ ਉਹਨਾਂ ਹਸਤੀਆਂ ਔਰਤਾਂ ਨੂੰ ਦਿਸ਼ਾ ਦਿੱਤੀ ਹੈ ਜਿਨ੍ਹਾਂ ਨੂੰ ਇਸ ਵੇਲੇ ਮਨ ਉਹਨਾਂ ਦਾ ਭਟਕਣਾ ਦਾ ਸ਼ਿਕਾਰ ਸੀ, ਤੁਸੀਂ ਉਸ ਨੂੰ ਦਿਸ਼ਾ ਦੇ ਕੇ ਇੱਕ ਚੰਗੇ ਰਸਤੇ ਤੇ ਪਾਇਆ। ਤੇ ਅੱਜ ਅਸੀਂ ਜਦੋਂ ਤੁਹਾਡੇ ਨਾਲ ਗੱਲਬਾਤ ਕਰਨ ਲਈ ਇੱਥੇ ਇਕੱਠੇ ਹੋਏ ਆ, ਮਿਲ ਰਹੇ ਆ ਜ਼ੂਮ ਦੇ ਜ਼ਰੀਏ, ਤਾਂ ਮੈਨੂੰ ਲੱਗ ਰਿਹਾ ਕਿ ਸਾਨੂੰ ਵੀ ਬਹੁਤ ਕੁਝ ਤੁਹਾਡੀ ਗੱਲਬਾਤ ਤੋਂ ਸਿੱਖਣ ਨੂੰ ਮਿਲੇਗਾ। ਡਾਕਟਰ ਕਮਲਜੀਤ ਕੌਰ ਢਿੱਲੋਂ ਜਿਹੜੇ ਸਨ, ਉਹਨਾਂ ਦਾ ਨੈਸ਼ਨਲ ਸੈਕਟਰੀ ਨੈਸ਼ਨਲ ਫੈਡਰੇਸ਼ਨ ਆਫ ਇੰਡੀਅਨ ਵਿਮਨ ਨਿਊ ਦਿੱਲੀ ਨਾਲ ਸੰਬੰਧ ਹੈ। ਉਹ ਚੇਅਰਪਰਸਨ ਨੇ ਦਿਸ਼ਾ ਐਸੋਸੀਏਸ਼ਨ ਆਫ ਕੈਨੇਡੀਅਨ ਪੰਜਾਬੀ ਵਿਮਨ, ਚੇਅਰਪਰਸਨ ਨੇ ਪੰਜਾਬ ਵਿਮਨ ਕਲੈਕਟਿਵ PWC ਦੇ ਵਿੱਚ, ਤੇ ਪੰਜਾਬੀ ਡਰਾਮਾ ਦੇ ਵਿੱਚ ਉਹਨਾਂ ਨੇ PhD ਕੀਤੀ ਹੈ। ਮਾਸ ਕਮਿਊਨੀਕੇਸ਼ਨ ਨਾਲ ਜੁੜੇ ਨੇ, ਸਰਟੀਫਿਕੇਟ ਕੋਰਸ ਇਨ ਯੋਗਾ ਵੀ ਉਹਨਾਂ ਨੇ ਕੀਤਾ ਹੈ ਤੇ ਚੰਡੀਗੜ੍ਹ ਤੋਂ ਕੈਨੇਡਾ ਤੱਕ ਦਾ ਉਹਨਾਂ ਦਾ ਜਿਹੜਾ ਸਫ਼ਰ ਹੈ ਉਸ ਦੇ ਵਿੱਚ ਬਹੁਤ ਸਾਰੀਆਂ ਚੁਣੌਤੀਆਂ ਹੋਣਗੀਆਂ, ਪਰ ਉਹਨਾਂ ਨੇ ਸਾਰੀਆਂ ਚੁਣੌਤੀਆਂ ਨੂੰ ਸਰ ਕੀਤਾ। ਮੈਂਟਲ ਹੈਲਥ ਨਾਲ ਜੁੜੀਆਂ ਸਮੱਸਿਆਵਾਂ ਨੂੰ ਉਹਨਾਂ ਨੇ ਆਪਣੀ ਸੂਝ-ਬੂਝ ਨਾਲ ਹੱਲ ਕਰਨ ਦੀ ਕੋਸ਼ਿਸ਼ ਕੀਤੀ। ਪੰਜਾਬੀ ਕਮਿਊਨਿਟੀ ਹੈਲਥ ਸਰਵਿਸ ਓਨਟਾਰੀਓ ਕੈਨੇਡਾ ਦੇ ਵਿੱਚ ਉਹ ਮੈਂਟਲ ਹੈਲਥ ਕੇਸ ਮੈਨੇਜਰ ਨੇ। ਉਹਨਾਂ ਨੇ ਖੋਜ ਖੇਤਰ ਦੇ ਵਿੱਚ ਵੀ ਡਰਾਮਾ, ਸੋਸ਼ਲ ਵਿਸ਼ਿਆਂ ਤੇ ਵਿਮਨ ਐਮਪਾਵਰਮੈਂਟ, ਸੈਲਫ ਹੈਲਪ ਗਰੁੱਪ, ਜੈਂਡਰ ਇਕੁਐਲਿਟੀ, ਜੈਂਡਰ ਬੇਸਡ ਵਾਇਲੈਂਸ, women and environment, women and food security, women and education and health ਦੇ ਉੱਪਰ ਕੰਮ ਕਰਦਿਆਂ ਨਿਰੰਤਰ ਆਪਣੀਆਂ ਜਿਹੜੀਆਂ ਸਰਗਰਮੀਆਂ ਨੇ, ਸਾਹਿਤਕ ਸਰਗਰਮੀਆਂ ਵੀ ਜਾਰੀ ਰੱਖੀਆਂ, ਪੁਸਤਕ ਕੂੰਜਾਂ ਨੂੰ ਐਡਿਟ ਕੀਤਾ, ਪੰਜਾਬੀ ਆਲੋਚਨਾ ਤੇ ਵਿਚਾਰਧਾਰਾ ਦੇ ਨਾਲ ਜੁੜੇ ਰਹੇ, ਆਧੁਨਿਕ ਪੰਜਾਬੀ ਕਵਿਤਾ ਤੇ ਨਿਬੰਧ ਤੇ ਉਹਨਾਂ ਨੇ ਕੰਮ ਕੀਤਾ, ਪੰਜਾਬੀ ਨਾਟਕ ਦੇ ਵਿਚਾਰਧਾਰਕ ਪਰਿਵਰਤਨ ਬਾਰੇ ਉਹਨਾਂ ਨੇ ਆਪਣੀਆਂ ਕਿਤਾਬਾਂ ਦੇ ਵਿੱਚ, ਆਪਣੇ ਖੋਜ ਪੱਤਰ ਦੇ ਵਿੱਚ ਬਹੁਤ ਕੁਝ ਲਿਖਿਆ। ਔਰ ਸਭ ਤੋਂ ਵੱਡੀ ਚੁਣੌਤੀ ਜਿਹੜੀ ਪੰਜਾਬ 'ਚ ਅਸੀਂ ਬੈਠੇ ਮਹਿਸੂਸ ਕਰਦੇ ਆ ਉਹ ਹੈ ਅਣਖ ਦੀ ਖਾਤਰ ਹੋਣ ਵਾਲੇ ਜਿਹੜੇ ਕਤਲ ਹੈ, ਆਨਰ ਕਿਲਿੰਗ। ਇਹਦੇ ਤੇ ਸ਼ਾਇਦ ਇਸ ਤੋਂ ਪਹਿਲਾਂ ਸੰਜੀਦਗੀ ਨਾਲ ਕਿਸੇ ਨੇ ਨਹੀਂ ਸੋਚਿਆ। ਮੈਡਮ ਕਮਲਜੀਤ ਢਿੱਲੋਂ ਨੇ ਇਹਦੇ ਬਾਰੇ ਪੇਪਰ ਵੀ ਲਿਖੇ ਔਰ ਇਹਦੇ ਬਾਰੇ ਬਹੁਤ ਸਾਰੇ ਆਮ ਮਤਲਬ ਪ੍ਰੋਗਰਾਮਾਂ ਦੇ ਵਿੱਚ ਵੀ ਲੋਕਾਂ ਨੂੰ ਇਸ ਲਈ ਸੁਚੇਤ ਕੀਤਾ। ਤੇ ਨਾਲ ਗੱਲ ਕਰਦੇ ਜਾਵਾਂਗੇ ਇਹਨਾਂ ਚੁਣੌਤੀਆਂ ਦੀ। ਤੇ ਹੁਣ ਅਸੀਂ ਸ਼ੁਰੂਆਤ ਕਰਦੇ ਆ ਇਹਨਾਂ ਦੇ ਪਰਿਵਾਰਕ ਪਿਛੋਕੜ ਤੋਂ। ਜਦੋਂ ਅਸੀਂ ਕਿਸੇ ਵੀ ਹਸਤੀ ਨੂੰ ਮਿਲਦੇ ਆ ਤੇ ਸਾਨੂੰ ਉਹਦੇ ਮਾਤਾ ਪਿਤਾ ਦਾ ਪਰਛਾਵਾਂ ਜ਼ਰੂਰ ਨਜ਼ਰ ਆਉਂਦਾ ਹੈ ਕਿ ਕਿਤੇ ਨਾ ਕਿਤੇ ਉਹਨਾਂ ਦਾ ਕੋਈ ਅਸਰ ਜ਼ਰੂਰ ਹੁੰਦਾ ਹੈ ਸਾਡੀ ਸ਼ਖਸੀਅਤ ਤੇ। ਮੈਡਮ, ਤੁਹਾਡੇ ਅੰਦਰ ਜੋ ਭਾਵਨਾਤਮਕ ਸੰਵੇਦਨਾ ਆ, ਤੁਸੀਂ ਕਲਾਕਾਰ ਹੋ, ਤੁਸੀਂ ਅਧਿਆਪਕ ਹੋ, ਤੁਸੀਂ ਖੋਜੀ ਹੋ, ਤੁਸੀਂ ਚਿੰਤਕ ਹੋ, ਤੇ ਸਭ ਤੋਂ ਵੱਧ ਤੁਸੀਂ ਮਨ ਦੀ ਦੁਨੀਆ ਨੂੰ ਪੜ੍ਹਨ ਵਾਲੇ ਹੋ। ਤੇ ਇਹ ਸਾਰਾ ਕੁਝ ਜਦੋਂ ਤੁਸੀਂ ਆਪਣੇ ਪਰਿਵਾਰ ਤੋਂ ਗੁੜਤੀ 'ਚ ਤੁਹਾਨੂੰ ਮਿਲਿਆ ਜਾਂ ਤੁਹਾਨੂੰ ਕੋਈ ਘਰੇਲੂ ਮਾਹੌਲ ਇਸ ਤਰ੍ਹਾਂ ਦਾ ਮਿਲਿਆ ਜਿਸ ਨੇ ਤੁਹਾਨੂੰ ਇਸ ਮਨ ਦੀ ਦੁਨੀਆ ਦੇ ਪਿੱਛੇ ਚੱਲਣ ਦੇ ਲਈ ਇੱਕ ਦਿਸ਼ਾ ਦਿੱਤੀ, ਤੇ ਫਿਰ ਤੁਸੀਂ ਦਿਸ਼ਾ ਹੀ ਆਪਣਾ ਜੀਵਨ ਦਾ ਉਦੇਸ਼ ਬਣਾ ਲਿਆ। ਸ਼ੁਕਰੀਆ। ਮੇਰੀ ਆਵਾਜ਼ ਆ ਰਹੀ ਕੁਲਜੀਤ ਜੀ? ਬਿਲਕੁਲ ਮੈਮ, ਆ ਰਹੀ ਹੈ ਜੀ। ਹਾਂ, ਓਕੇ। ਪਹਿਲੇ ਤੇ ਮੈਂ ਸਭ ਤੋਂ ਪਹਿਲਾਂ ਸ਼ੁਕਰੀਆ ਕਰਦੀ ਹਾਂ ਅੰਤਰਰਾਸ਼ਟਰੀ ਸਾਹਿਤਕ ਸਾਂਝਾਂ ਦਾ, ਜਿਨ੍ਹਾਂ ਨੇ ਆਪਣਾ ਰਮਿੰਦਰ ਰੰਮੀ ਜੀ ਪਿਛਲੇ 4-5 ਮਹੀਨੇ ਤੋਂ ਮੈਨੂੰ ਕਹਿ ਰਹੇ ਤੁਸੀਂ ਆਓ ਪਲੇਟਫਾਰਮ ਤੇ। ਮੈਨੂੰ ਇਹ ਲੱਗ ਰਿਹਾ ਸੀ ਕਿ ਅਸੀਂ ਸਾਰੇ ਪਰਿਵਾਰ ਆ, ਇੱਕ ਦੂਸਰੇ ਬਾਰੇ ਜਾਣਦੇ ਹਾਂ। ਤੇ ਅੱਜ ਸਵੇਰ ਦੀ ਉੱਠ ਕੇ ਮੈਂ ਸੋਚ ਰਹੀ ਸੀ ਮੈਂ ਕੀ ਕਹਿਣਾ ਹੈ। ਫਿਰ ਮੈਂ ਇਹ ਸੋਚਿਆ ਕਿ ਮੈਂ ਕੁਲਜੀਤ ਦੇ ਹੱਥ 'ਚ ਮੇਰੀ ਬਾਗਡੋਰ ਹੈ, ਜੋ ਪੁੱਛੇਗੀ ਮੈਂ ਦੱਸਦੀ ਜਾਵਾਂਗੀ। ਤੇ ਮੈਂ ਕੁਝ ਵੀ ਕਨਸੈਂਟਰੇਟ ਨਹੀਂ ਕੀਤਾ, ਜੋ ਵੀ ਗੱਲ ਹੋਏਗੀ ਉਹ ਸਪੌਂਟੇਨੀਅਸ ਹੋਏਗੀ।
ਮੈਂ ਸਰਬਜੀਤ ਸੋਲ ਦਾ ਸ਼ੁਕਰੀਆ ਕਰਦੀ ਹਾਂ ਕਿਉਂਕਿ ਇਹ ਪਿਛਲੇ 6 ਸਾਲਾਂ ਤੋਂ ਜਿਸ ਤਰੀਕੇ ਨਾਲ ਪੰਜਾਬ ਸਾਹਿਤ ਅਕੈਡਮੀ ਨੂੰ ਚਲਾ ਰਹੇ ਨੇ, ਮੇਰਾ ਸਜਦਾ ਹੈ ਉਹਨਾਂ ਨੂੰ। ਔਰ ਇਹਨਾਂ ਨੇ ਪ੍ਰੂਵ ਕੀਤਾ ਹੈ ਕਿ ਔਰਤਾਂ ਜਿਹੜੀਆਂ ਨੇ ਉਹ ਹਰ ਮਹੱਲੇ ਦੇ ਵਿੱਚ ਅੱਗੇ ਔਰ ਸਹਿਯੋਗ ਤਰੀਕੇ ਨਾਲ ਕੰਮ ਕਰਦੀਆਂ ਨੇ, ਔਰ ਬਹੁਤ ਵਾਰੀ ਇਹਨਾਂ ਨਾਲ ਰਲ ਕੇ ਕੰਮ ਕਰਨ ਦਾ ਮੌਕਾ ਮਿਲਿਆ। ਸ਼ੁਕਰੀਆ ਪੰਜਾਬ ਸਾਹਿਤ ਅਕੈਡਮੀ, ਸ਼ੁਕਰੀਆ ਸਾਹਿਤਕ ਸਾਂਝਾਂ। ਮੈਂ ਜਦੋਂ ਹੁਣ ਸਾਹਮਣੇ ਦੇਖ ਰਹੀ ਹਾਂ, ਵਨੀਤਾ ਮੇਰੀ ਦੋਸਤ ਬੈਠੀ ਹੋਈ ਆ, ਕਵਲਜੀਤ ਬੈਠੇ ਹੋਏ ਨੇ, ਸਾਰੇ ਮੇਰੇ ਪਰਿਵਾਰ ਦੇ, ਰਿੰਟੂ ਭਾਟੀਆ ਔਰ ਮੇਰੀਆਂ ਦਿਸ਼ਾ ਦੀਆਂ ਸਖੀਆਂ, ਇੱਥੋਂ ਸੁਰਜੀਤ ਹੈ, ਪਰਮਜੀਤ ਹੈ, ਕਮਲਜੀਤ ਹੈ, ਇਹ ਸਾਰੇ ਨਾਲ ਜੁੜੇ ਹੋਏ ਨੇ ਅੱਜ ਦੇ ਇਸ ਮੰਚ ਦੇ ਵਿੱਚ। ਮੇਰੀ ਬਹੁਤ ਪੁਰਾਣੀ ਸੰਘਰਸ਼ਾਂ ਦੀ ਸਾਥੀ ਅਮਰਜੀਤ ਮੋਹਾਲੀ ਤੋਂ ਜੁੜੀ ਹੋਈ ਹੈ, ਹਰਵਿੰਦਰ, ਜਿਹੜੇ ਅਸੀਂ ਜਦੋਂ ਕਿਸਾਨ ਅੰਦੋਲਨ ਦਾ ਤੇ ਫਿਰ ਜਦੋਂ 20 ਨਵੰਬਰ ਪਿਛਲੇ ਸਾਲ ਵੱਡੀ ਕਾਨਫਰੰਸ ਵੰਦਨਾ ਸ਼ਿਵਾ, ਮੇਧਾ ਪਾਟੇਕਰ ਨਾਲ ਕੀਤੀ, ਸਾਡੇ ਨਾਲ ਸਨ। ਮੈਂ ਹੋਰ ਦੱਸਦੀ ਹਾਂ ਕਿ ਮੈਂ ਅੱਜ ਸਪੈਸ਼ਲ ਆਪਣੀ ਉਹਨਾਂ ਨੂੰ ਆਉਣ ਲਈ ਕਿਹਾ। ਨਿਸ਼ਾ ਸਿੱਧੂ ਜੈਪੁਰ ਤੋਂ ਜੁੜੇ ਹੋਏ ਨੇ। ਮੈਂ ਨੈਸ਼ਨਲ ਫੈਡਰੇਸ਼ਨ ਆਫ ਇੰਡੀਅਨ ਵੂਮਨ ਦੀ ਨੈਸ਼ਨਲ ਸੈਕਟਰੀ ਹਾਂ ਔਰ ਨਾਰਥ ਜ਼ੋਨ ਦੀ ਇੰਚਾਰਜ, ਔਰ ਨਿਸ਼ਾ ਸਿੱਧੂ ਪਿਛਲੇ 30-35 ਸਾਲ ਤੋਂ ਸਾਡੀ ਇਸੇ ਸੰਸਥਾ ਦੇ ਵਿੱਚ ਮੇਰੇ ਨਾਲ ਨੇ। ਉਹ ਵੀ ਕੁਝ ਕਹਿਣਾ ਚਾਹਣਗੇ ਕਿਉਂਕਿ ਕੱਲੇ ਮੇਰੇ ਲਈ ਬਹੁਤ ਅੱਛੇ ਸ਼ਬਦ ਕੁਲਜੀਤ ਜੀ ਤੁਸੀਂ ਬੋਲੇ ਨੇ, ਸਰਬਜੀਤ ਸੋਲ ਹੁਰਾਂ ਨੇ ਬੋਲੇ ਨੇ। ਮੈਨੂੰ ਲੱਗ ਰਿਹਾ ਕਿ ਨਹੀਂ, ਮੈਂ ਇਕੱਲੀ ਨਹੀਂ ਆ, ਬਹੁਤ ਸਾਰੀਆਂ ਹੋਰ ਹਸਤੀਆਂ ਨੇ ਇਸ ਦੇਸ਼ ਦੇ ਵਿੱਚ ਜਿਨ੍ਹਾਂ ਨੇ ਬੜੇ ਵੱਡੇ ਕੰਮ ਕੀਤੇ ਨੇ। ਮੈਂ ਤਾਂ ਸਿਰਫ ਆਪਣੇ ਆਪ ਨੂੰ ਇੱਕ ਆਪਣੀ ਜ਼ਿੰਦਗੀ ਨੂੰ ਅਰਥ ਦੇਣ ਦੇ ਲਈ ਗੱਲ ਕਰ ਰਹੀ ਹਾਂ। ਰਿਸ਼ਪਾਲ ਹੁਰੀ ਵੀ ਸਾਹਮਣੇ ਮੈਨੂੰ ਦਿਸ ਰਹੇ ਨੇ। ਬਾਕੀ ਸਭ ਦਾ ਮੈਂ ਸਵਾਗਤ ਕਰਦੀ ਹਾਂ, ਸ਼ੁਕਰੀਆ ਕਰਦੀ ਹਾਂ ਜਿਹੜਾ ਅੱਜ ਤੁਸੀਂ ਸਾਰੇ ਦੇ ਵਿੱਚ ਜੁੜੇ ਹੋ। ਨਿਸ਼ਾ ਸਿੱਧੂ, ਤੁਹਾਡਾ ਸਪੈਸ਼ਲੀ ਕਿਉਂਕਿ ਤੁਸੀਂ ਅੱਜ ਬਹੁਤ ਰੁੱਝੇ ਹੋਏ ਸੀ, ਤੇ ਤੁਹਾਡਾ ਜੁੜਨ ਦੇ ਲਈ ਜੈਪੁਰ ਤੋਂ ਸ਼ੁਕਰੀਆ। ਜਿਹੜੇ ਸਵਾਲ ਤੁਸੀਂ ਕੁਲਜੀਤ ਜੀ ਨੇ ਪੁੱਛਿਆ, ਮੈਂ ਜਦੋਂ ਬਚਪਨ ਚ ਜਾਵਾਂ ਤੇ ਮੈਨੂੰ ਲੱਗ ਰਿਹਾ ਕਿ ਕੁਝ ਘਰ ਦਾ ਮਾਹੌਲ ਇਸ ਤਰ੍ਹਾਂ ਹੁੰਦਾ ਹੈ ਕਿ ਤੁਹਾਡੇ ਇਹ ਬੀਜ ਬਚਪਨ ਦੇ ਵਿੱਚ ਜੁੜ ਜਾਂਦੇ ਨੇ। ਮੇਰੇ ਮਦਰ ਜਿਹੜੇ ਸੀ, ਮਾਤਾ, ਉਹ 1945-46 ਦੇ ਵਿੱਚ ਹੀ ਸਿੱਧਵਾਂ ਕਾਲਜ ਦੇ ਵਿੱਚ ਹੌਸਟਲ 'ਚ ਰਹਿ ਕੇ ਪੜ੍ਹੇ ਸਨ ਤੇ ਉਹ ਟੀਚਰ ਰਿਟਾਇਰ ਹੋਏ। ਮੇਰੇ ਪਿਤਾ ਜੀ ਜਿਹੜੇ ਨੇ ਉਹ ਵੀ ਟੀਚਰ ਸਨ, ਪਰ ਉਹ ਜਿਹੜਾ ਕਮਿਊਨਿਸਟ ਪਾਰਟੀ ਦੇ ਮੈਂਬਰ ਰਹੇ, ਤੇ ਉਹਨਾਂ ਨੂੰ ਸਾਡੇ ਬਚਪਨ ਦਾ ਜਿਹੜਾ ਸੰਘਰਸ਼ ਸੀ ਉਹਨਾਂ ਨੂੰ ਟ੍ਰੇਡ ਯੂਨੀਅਨ ਐਕਟੀਵਿਟੀਜ਼ ਕਰਕੇ ਕੈਰੋਂ ਗਵਰਨਮੈਂਟ ਨੇ 14 ਸਾਲ ਲਈ ਸਸਪੈਂਡ ਕੀਤਾ, ਔਰ ਉਹ ਫਿਰ ਅੰਤ ਤੇ ਸੁਪਰੀਮ ਕੋਰਟ ਤੋਂ ਉਹਨਾਂ ਨੇ ਜਿੱਤ ਪ੍ਰਾਪਤ ਕੀਤੀ ਔਰ ਰੀਇਨਸਟੇਟ ਹੋਏ। ਔਰ ਉਹਨਾਂ ਨੇ ਸਾਰੇ ਸਾਡੇ ਜਿਹੜੇ ਵਰਕਰ ਸਨ ਉਹਨਾਂ ਲਈ ਇੱਕ ਰਾਹ ਦਸੇਰਾ ਇਹ ਕੀਤਾ ਕਿ ਤੁਹਾਡੀਆਂ ਪੋਲੀਟੀਕਲ ਐਕਟੀਵਿਟੀਜ਼ ਕਰਕੇ ਕੋਈ ਵੀ ਗਵਰਨਮੈਂਟ ਤੁਹਾਨੂੰ ਜਿਹੜਾ ਹੈ ਕਿਸੇ ਵੀ ਗਵਰਨਮੈਂਟ ਅਦਾਰੇ ਚੋਂ ਕੱਢ ਨਹੀਂ ਸਕਦੀ। ਉਹ ਜੱਜਮੈਂਟ ਅਜੇ ਵੀ ਬਹੁਤ ਸਾਰੀਆਂ ਟ੍ਰੇਡ ਯੂਨੀਅਨ ਐਕਟੀਵਿਟੀਜ਼ ਦੀ ਰਾਹ ਦਸੇਰਾ ਹੈ। ਤੇ ਸਾਡਾ ਬਚਪਨ ਬੜੇ ਸੰਘਰਸ਼ ਉਹਨਾਂ ਹਾਲਤਾਂ 'ਚ ਪਲਿਆ। ਅਸੀਂ 3 ਭੈਣਾਂ, ਤੇ ਮੇਰੀ ਮਾਂ ਨੂੰ ਉਹ ਚੈਲੰਜ ਬਹੁਤ ਬਰਦਾਸ਼ਤ ਕਰਨੇ ਪਏ ਜਿਹੜਾ ਬਨੀਤਾ ਹੋਰਾਂ ਨੇ ਗੱਲ ਕੀਤੀ ਸੀ ਪਿਛਲੇ ਪ੍ਰੋਗਰਾਮ 'ਚ ਕਿ ਤੁਹਾਡੇ 3 ਬੇਟੀਆਂ ਹੀ ਆ, ਪਰ ਉਹਨਾਂ ਨੇ ਸਾਨੂੰ, ਮੇਰੀ ਛੋਟੀ ਸਿਸਟਰ ਜਿਹੜੀ ਹੈ ਉਹ ਪ੍ਰਾਗ ਤੋਂ ਉਹਨਾਂ ਨੇ PhD ਕੀਤੀ ਸੈੱਲ ਕਲਚਰ ਤੇ। ਮੈਂ ਆਪਣੀ, ਸਾਨੂੰ ਉਹਨਾਂ ਨੇ ਪੂਰੀ ਜਿਹੜੀ ਆ ਮੇਰੀ ਪਹਿਲੀ ਪੜ੍ਹਾਈ ਜਿਹੜੀ ਹੈ BA ਮੈਂ ਦੇਵ ਸਮਾਜ ਕਾਲਜ ਫਿਰੋਜ਼ਪੁਰ ਤੋਂ ਹੌਸਟਲ 'ਚ ਰਹਿ ਕੇ ਕੀਤੀ। ਫਿਰ ਮੈਂ MA ਲੁਧਿਆਣਾ ਤੋਂ ਕੀਤੀ, MPhil ਪੰਜਾਬ ਯੂਨੀਵਰਸਿਟੀ ਤੋਂ ਕੀਤੀ, PhD ਮੈਂ ਪੰਜਾਬ ਯੂਨੀਵਰਸਿਟੀ ਤੋਂ ਕੀਤੀ, ਤੇ ਉੱਥੇ ਹੀ ਮੈਂ ਆਪਣਾ ਪ੍ਰੋਫੈਸ਼ਨ ਜਿਹੜਾ ਹੈ ਪ੍ਰੋਫੈਸ਼ਨਲੀ ਕਾਲਜ ਦੇ ਵਿੱਚ, ਪੋਸਟ ਗ੍ਰੈਜੂਏਟ ਗਵਰਨਮੈਂਟ ਕਾਲਜ ਦੇ ਵਿੱਚ ਪੜ੍ਹਾਇਆ। ਤੇ ਮੇਰੇ ਦਾਦਾ ਜੀ ਜਿਹੜੇ ਸਨ, ਸਾਡਾ ਇੱਕ ਟ੍ਰੈਡੀਸ਼ਨਲ ਇੱਕ ਪ੍ਰੋਗਰੈਸਿਵ ਘਰ ਸੀ। ਮੇਰੇ ਦਾਦਾ ਜੀ ਜਿਹੜੇ ਸਨ ਉਹ ਜਾਤੋ ਦੇ ਮੋਰਚੇ 'ਚ ਗਏ, ਫਿਰ ਉਹ ਤੇਜਾ ਸਿੰਘ ਸੁਤੰਤਰ ਦੇ ਨਾਲ ਲਾਲ ਪਾਰਟੀ 'ਚ ਸ਼ਾਮਲ ਹੋਏ। ਉਸ ਤੋਂ ਬਾਅਦ ਉਹ ਉਸ ਤੋਂ ਪਹਿਲਾਂ ਕਿਰਤੀ ਕਿਸਾਨ ਪਾਰਟੀ ਸਨ। ਤੇ ਸਾਡੇ ਘਰ ਦੇ ਵਿੱਚ ਗਦਰੀਆਂ ਦਾ ਆਮ ਹੀ ਆਉਣਾ ਜਾਣਾ ਸੀ, ਤੇ ਉਹ ਕਹਾਣੀਆਂ ਮੈਂ ਆਪਣੇ ਪਿਤਾ ਤੋਂ, ਆਪਣੇ ਦਾਦਾ ਜੀ ਤੋਂ ਸੁਣੀਆਂ ਕਿ ਬਾਬਾ ਰੂੜ ਸਿੰਘ ਵਰਗੇ ਲੋਕ ਜਿਹੜੇ ਸਨ ਉਹਨਾਂ ਦੀ ਜਲਾਵਤਨੀ ਮੇਰੇ ਪੇਕੇ ਘਰ ਦੇ ਵਿੱਚ ਹੋਈ। ਤੇ ਮੇਰਾ ਵਿਆਹ ਜਿਹੜਾ ਹੈ 1983 ਚ ਹੋਇਆ ਤਾਰਾ ਸਿੰਘ ਸੰਧੂ ਦੇ ਨਾਲ, ਤੇ 20 ਸਾਲ ਬਾਅਦ ਸਾਡੀ ਮੈਰਿਜ ਟੁੱਟ ਗਈ। ਮੈਰਿਜ ਟੁੱਟਣੀ ਜਿਹੜੀ ਹੈ ਉਹ ਬੜੇ ਹਾਦਸਿਆਂ ਭਰਪੂਰ ਉਹਦੇ ਵਿੱਚ ਟੁੱਟੀ।
ਔਰ ਉਸ ਤੋਂ ਬਾਅਦ ਬੇਟੇ ਨੂੰ ਪੜ੍ਹਾਉਣ ਦਾ ਇੱਕੋ ਇੱਕ ਬੇਟਾ ਮੇਰੇ, ਉਹ ਪ੍ਰਾਗ ਦੇ ਵਿੱਚ ਪੜ੍ਹਿਆ। ਪ੍ਰਾਗ ਦੇ ਵਿੱਚ ਉਹਨੇ ਕੀਤੀ ਬੀਟੈਕ ਸੋਲਰ એનર્ਜੀ ਦੇ ਵਿੱਚ। ਫਿਰ ਮੇਰੇ ਵੱਡੇ ਸਿਸਟਰ ਜਿਹੜੇ ਨੇ ਉਹ BA BEd ਨੇ, ਉਹ ਕੈਨੇਡਾ 'ਚ ਰਹਿੰਦੇ ਨੇ। ਫਿਰ ਉਹਨਾਂ ਕੋਲੇ ਆਇਆ ਉਹ, ਫਿਰ ਉੱਥੇ ਉਹਨੇ ਆ ਕੇ ਮਾਸਟਰ ਆਫ ਫਾਈਨਾਂਸ ਕੀਤੀ, MBA ਕੀਤੀ। ਹੁਣ ਉਹ ਆਪਣਾ ਜਿਹੜਾ ਹੈ ਨਿਊਕਲੀਅਰ એનર્ਜੀ ਦੇ ਵਿੱਚ ਕੰਮ ਕਰ ਰਿਹਾ। ਮੇਰੀ ਡਾਟਰ ਇਨ ਲਾ, ਉਹ ਜਿਹੜੀ ਪੰਜਾਬ ਯੂਨੀਵਰਸਿਟੀ ਤੋਂ ਪੜ੍ਹੀ ਹੋਈ ਹੈ ਸੰਦਲੀ, ਉਹ ਵੀ ਇੱਕ ਪ੍ਰੋਗਰੈਸਿਵ ਫੈਮਿਲੀ ਚੋਂ ਹੈ, ਕਿਉਂਕਿ ਉਹਦੇ ਮਦਰ ਯੂਨੀਵਰਸਿਟੀ 'ਚ ਪ੍ਰੋਫੈਸਰ ਨੇ, ਉਹਦੇ ਦਾਦਾ ਜੀ ਤੇਰਾ ਸਿੰਘ ਚੰਦ ਦੀ ਉਹ ਪੋਤਰੀ ਹੈ। ਸੋ ਇਹ ਮੇਰਾ ਪਰਿਵਾਰਕ ਮਾਹੌਲ ਹੈ, ਜਿਸ ਦੇ ਵਿੱਚੋਂ ਮੈਨੂੰ ਇੱਕ ਬੀਜ ਰੂਪ ਦੇ ਵਿੱਚ ਕੁਝ ਜਿਹੜਾ ਹੈ ਮਿਲਿਆ। ਤੇ ਸਟੂਡੈਂਟ ਲਾਈਫ ਦੇ ਵਿੱਚ ਮੈਂ ਸਟੂਡੈਂਟ ਫੈਡਰੇਸ਼ਨ, ਜਿਹੜੀ ਆਲ ਇੰਡੀਆ ਸਟੂਡੈਂਟ ਫੈਡਰੇਸ਼ਨ ਨਾਲ ਜੁੜੀ, ਲੁਧਿਆਣਾ ਦੇ ਵਿੱਚ ਕੰਮ ਕੀਤਾ ਹੈ ਜੇ ਲੀਡਰਸ਼ਿਪ ਦੇ ਵਿੱਚ। ਫਿਰ ਪੰਜਾਬ ਯੂਨੀਵਰਸਿਟੀ ਦੇ ਵਿੱਚ ਲੀਡਰਸ਼ਿਪ 'ਚ ਕੰਮ ਕੀਤਾ। ਉਸ ਤੋਂ ਬਾਅਦ ਜਦੋਂ ਮੈਂ ਆਪਣਾ ਪ੍ਰੋਫੈਸ਼ਨ ਐਜ ਏ ਲੈਕਚਰਰ, ਫਿਰ ਸੀਨੀਅਰ ਲੈਕਚਰਰ, ਮੈਂ ਹੁਣ ਐਸੋਸੀਏਟ ਪ੍ਰੋਫੈਸਰ ਹਾਂ, ਰਿਟਾਇਰ ਹੋਈ ਹਾਂ ਪੰਜਾਬੀ ਡਿਪਾਰਟਮੈਂਟ ਦੀ ਹੈਡ ਆਫ ਦੀ ਡਿਪਾਰਟਮੈਂਟ। ਤੇ ਫਿਰ ਮੈਂ ਸੋਚਿਆ ਕਿ ਕਿਉਂਕਿ ਘਰ ਦੇ ਮਾਹੌਲ ਦੇ ਵਿੱਚ ਜਿਹੜਾ ਹੈ ਸਾਡਾ ਸਾਰਾ ਕੰਮ, ਜਦੋਂ ਤੁਸੀਂ ਪ੍ਰੋਫੈਸ਼ਨਲ ਲਾਈਫ 'ਚ ਹੁੰਦੇ ਹੋ ਤਾਂ ਤੁਸੀਂ ਫੁੱਲ ਟਾਈਮ ਕੋਈ ਵੀ ਐਕਟੀਵਿਟੀ ਨਹੀਂ ਕਰ ਸਕਦੇ ਐਜ ਏ ਸੋਸ਼ਲ ਵਰਕਰ, ਐਜ ਏ ਪੀਪਲਸ ਮੂਵਮੈਂਟ ਦੇ ਵਿੱਚ। ਤੇ ਫਿਰ ਮੈਂ ਆਪਣਾ ਜਿਹੜਾ ਹੈ ਉਸੇ ਸਮੇਂ ਤੋਂ ਮੈਂ ਆਪਣਾ ਜਿਹੜਾ ਹੈ ਇੱਕ ਤਰੀਕੇ ਦੇ ਨਾਲ ਵੂਮਨ ਮੂਵਮੈਂਟ ਦੇ ਵਿੱਚ ਕੰਮ ਕਰਨਾ ਸ਼ੁਰੂ ਕੀਤਾ। ਤੇ ਫਿਰ ਉਸ ਤੋਂ ਬਾਅਦ ਮੈਂ ਥੀਏਟਰ, ਫਿਲਮਾਂ ਕੀਤੀਆਂ। ਫਿਰ ਮੈਂ ਟ੍ਰਿਬਿਊਨ ਲਈ ਲਿਖਿਆ 10 ਸਾਲ ਐਜ ਏ ਕਾਲਮਨਿਸਟ। ਸੋ ਇਸ ਤਰ੍ਹਾਂ ਦਾ ਮੇਰਾ ਰਿਹਾ। ਬਿਲਕੁਲ, ਤੁਹਾਨੂੰ ਮਤਲਬ ਤੁਹਾਡੀ ਆਵਾਜ਼ ਦੇ ਵਿੱਚ ਜੋ ਇੱਕ ਹੈ ਨਾ ਦ੍ਰਿੜਤਾ, ਔਰ ਤੁਹਾਡੇ ਬੋਲਾਂ 'ਚ ਜੋ ਇੱਕ ਸਮੇਂ ਮਤਲਬ ਸਮੇਂ ਨਾਲ ਚੱਲਣ ਦੀ ਜਿਹੜੀ ਗੱਲ ਹੈ, ਉਹ ਤੁਹਾਨੂੰ ਆਪਣੇ ਮਾਪਿਆਂ ਤੋਂ ਮਿਲੀ। ਇਸ ਤੋਂ ਪਤਾ ਲੱਗ ਰਿਹਾ ਕਿ ਤੁਸੀਂ ਉਸ ਸਾਰੇ ਮਾਹੌਲ ਦੇ ਵਿੱਚ ਰਹੇ ਹੋ। ਮੈਡਮ, ਜਦੋਂ ਤੁਸੀਂ ਅਧਿਆਪਨ ਦਾ ਖੇਤਰ ਚੁਣਿਆ, ਤੁਸੀਂ 30 ਸਾਲ UG ਕਲਾਸਾਂ ਜਾਂ PG ਕਲਾਸਾਂ 10 ਸਾਲ ਪੜ੍ਹਾਈਆਂ, ਤਾਂ ਅਧਿਆਪਨ ਦੇ ਖੇਤਰ ਦਾ ਜੋ ਤਜਰਬਾ ਹੈ, ਉਹਦੇ ਨਾਲ ਉਦੋਂ ਬਾਅਦ ਵਿਦੇਸ਼ ਜਾਣ ਦਾ ਸਬਬ ਤੁਹਾਡਾ ਜਦੋਂ ਬਣਿਆ ਵੀ ਤੁਸੀਂ ਇਸ ਧਰਤੀ ਤੇ ਹੁਣ ਬੈਠੇ ਹੋ, ਤਾਂ ਇੱਥੇ ਆ ਕੇ ਤੁਸੀਂ ਉਸ ਅਧਿਆਪਨ ਦੇ ਕਿੱਤੇ ਨੂੰ ਕਿਸੇ ਨਾ ਕਿਸੇ ਤਰ੍ਹਾਂ ਜਾਰੀ ਰੱਖਣ ਦੀ ਕੋਸ਼ਿਸ਼ ਕੀਤੀ? ਐਕਚੁਅਲੀ ਮੈਨੂੰ ਇਹ ਲੱਗ ਰਿਹਾ ਕਿ ਅਧਿਆਪਕ ਦਾ ਕਿੱਤਾ ਜਿਹੜਾ ਹੈ, ਮੈਂ ਇੱਥੇ 6 ਮਹੀਨੇ ਵਾਟਰਲੂ ਯੂਨੀਵਰਸਿਟੀ ਦੇ ਵਿੱਚ ਐਜ ਏ ਪ੍ਰੋ ਬੋਨੋ ਬੇਸਿਸ ਮੈਂ ਵਿਜ਼ਿਟਿੰਗ ਪ੍ਰੋਫੈਸਰ ਦੇ ਤੌਰ ਤੇ ਪੜ੍ਹਾਇਆ। ਜਦੋਂ ਮੈਂ ਇੱਥੇ ਆਈ, ਮੇਰੀ ਪਹਿਲੀ ਜਿਹੜੀ ਮੁਲਾਕਾਤ ਹੈ ਉਹ ਸੁਰਜੀਤ ਨਾਲ ਹੋਈ, ਕਿਉਂਕਿ ਮੈਂ 2010-11 ਦੇ ਵਿੱਚ, ਪਹਿਲਾਂ ਵੈਸੇ ਮੈਂ 2001 ਦੇ ਵਿੱਚ ਕੈਨੇਡਾ ਆ ਚੁੱਕੀ ਸੀ, ਮੇਰੇ ਵੱਡੇ ਭੈਣ ਜੀ ਇੱਥੇ ਸੀ। ਤਾਂ 2010-11 ਦੇ ਵਿੱਚ ਜਦੋਂ ਬੇਟਾ ਮੇਰਾ ਉੱਥੋਂ ਪੜ੍ਹ ਕੇ ਆਇਆ ਆਪਣਾ ਪ੍ਰਾਗ ਤੋਂ, ਉਹਨਾਂ ਨੇ ਚੈਕ ਟੈਕਨੀਕਲ ਯੂਨੀਵਰਸਿਟੀ ਤੋਂ ਆਪਣੀ ਬੀਟੈਕ ਕੀਤੀ, ਤੇ ਉਹ ਫਿਰ ਸ਼ਿਫਟ ਹੋਇਆ ਇੱਥੇ ਕੈਨੇਡਾ 'ਚ ਆਫਟਰ ਆਵਰ ਸੈਪਰੇਸ਼ਨ। ਸਾਡੀ ਜਿਹੜੀ ਮੇਰੀ ਸੈਪਰੇਸ਼ਨ ਮੇਰੇ ਹਸਬੈਂਡ ਤੋਂ 2003 ਦੇ ਵਿੱਚ ਹੋਈ। ਤੇ ਐਟ ਦੈਟ ਟਾਈਮ ਮੇਰਾ ਬੇਟਾ 18 ਸਾਲ ਦਾ ਸੀ, ਤੇ ਉਹਦੀ ਪੜ੍ਹਾਈ ਦਾ ਵੱਡਾ ਮਸਲਾ ਸੀ ਮੇਰੇ ਸਾਹਮਣੇ ਕਿ ਉਹਨੂੰ ਅੱਛੀ ਐਜੂਕੇਸ਼ਨ ਵੀ ਦੇਣੀ ਹੈ ਤੇ ਫਾਈਨੈਂਸ਼ੀਅਲੀ ਜਿਹੜਾ ਹੈ ਉਹਨੂੰ ਸਾਊਂਡ ਕਰਨਾ ਹੈ, ਕਿਉਂਕਿ ਹਰ ਇੱਕ ਮਾਂ-ਬਾਪ ਦਾ ਇੱਕ ਫਰਜ਼ ਹੁੰਦਾ ਹੈ ਕਿ ਉਹ ਆਪਣੀ ਔਲਾਦ ਨੂੰ ਲੰਪਨ ਪੈਦਾ ਕਰਦੇ ਆ ਜਾਂ ਉਹ ਇੱਕ ਅੱਛਾ ਨਾਗਰਿਕ ਸਮਾਜ ਨੂੰ ਦੇ ਕੇ ਜਾਂਦੇ ਆ। ਸੋ ਮੈਂ ਇੱਥੇ ਫਿਰ ਜਦੋਂ ਬੇਟਾ ਆਇਆ ਤੇ ਮੇਰਾ ਆਣ ਜਾਣ ਕੈਨੇਡਾ ਦੇ ਵਿੱਚ ਹੋਇਆ। ਮੈਂ ਫਿਰ ਵਸੀਹ ਤਰੀਕੇ ਨਾਲ ਕੈਨੇਡਾ ਦੇ ਵਿੱਚ ਸਾਡੀ ਜਿਹੜੀ ਸਾਊਥ ਏਸ਼ੀਅਨ ਕਮਿਊਨਿਟੀ ਆ ਉਹਨੂੰ ਸਮਝਣ ਦੀ ਕੋਸ਼ਿਸ਼ ਕੀਤੀ। ਉਹਦੇ ਵਿੱਚੋਂ ਹੀ ਸੀ ਮੇਰੀਆਂ ਬੜੀਆਂ ਅੱਛੀਆਂ ਦੋਸਤ ਵਾਟਰਲੂ ਯੂਨੀਵਰਸਿਟੀ ਸੀ, ਯਾਰਕ ਯੂਨੀਵਰਸਿਟੀ ਦੇ ਵਿੱਚ ਸੀ, ਕਿਉਂਕਿ ਇੰਡੋ ਸ਼ਾਸਤਰੀ ਕੈਨੇਡੀਅਨ ਇੰਸਟੀਚਿਊਟ ਜਿਹੜਾ ਹੈ ਉਹ ਸਾਰੇ ਕੈਨੇਡਾ ਦੇ ਨਾਲ ਉਸਦਾ ਇੱਕ ਰਾਬਤਾ ਹੈ ਸਾਡਾ ਐਜੂਕੇਸ਼ਨ ਦਾ, ਇੰਡੀਅਨ ਐਜੂਕੇਸ਼ਨ ਐਂਡ ਕੈਨੇਡੀਅਨ ਐਜੂਕੇਸ਼ਨ ਦਾ। ਸੋ ਮੈਂ ਇੱਕ ਸਮਝਣ ਦੀ ਗੱਲ ਸੀ ਇੱਥੇ ਆ ਕੇ, ਤੇ ਮੈਂ ਸਮਝਿਆ ਕਿ ਇੱਥੋਂ ਦੇ ਸਾਡੇ ਜਿਹੜੇ ਸਾਊਥ ਏਸ਼ੀਅਨ ਪਰਿਵਾਰ ਨੇ ਉਹਨਾਂ ਦੀਆਂ ਬੜੀਆਂ ਹੀ ਵਸੀਹ ਸਮੱਸਿਆਵਾਂ ਨੇ ਤੇ ਸਾਨੂੰ ਉਹਨਾਂ ਨੂੰ ਮੁਖਾਤਬ ਹੋਣਾ ਚਾਹੀਦਾ, ਕਿਉਂਕਿ ਮੇਰਾ ਆਣ ਜਾਣ ਹਰ ਸਾਲ 2-3 ਮਹੀਨੇ 4 ਮਹੀਨੇ ਮੈਂ ਇੱਥੇ ਆਂਦੀ ਸੀ। ਤੇ ਮੇਰੀ ਇੱਕ ਕਮਜ਼ੋਰੀ ਹੈ ਕਿ ਮੈਂ ਸਿਰਫ ਰੋਟੀ ਸਵੇਰੇ ਬਣਾਈ ਤੇ ਸ਼ਾਮ ਨੂੰ ਬਣਾਈ ਤੇ ਖਾ ਲਈ, ਮੇਰੀ ਤਸੱਲੀ, ਮੇਰੀ ਸੈਟਿਸਫੈਕਸ਼ਨ ਉਹਦੇ ਵਿੱਚ ਨਹੀਂ ਹੁੰਦੀ। ਇਹ ਮੇਰੀ ਵੀਕਨੈਸ ਹੈ।
ਉਹਦੇ ਨਾਲ ਫਿਰ ਅਸੀਂ ਇੱਥੇ ਸੁਰਜੀਤ ਨਾਲ ਗੱਲ ਹੋਈ, ਫਿਰ ਪਰਮਜੀਤ ਨਾਲ ਗੱਲ ਹੋਈ, ਫਿਰ ਕਮਲਨਾਥ ਜੁੜੇ ਤੇ ਸਾਡੇ ਨਾਲ ਰਾਜ ਘੁੰਮਣ ਜੁੜੇ ਤੇ ਅਸੀਂ ਫਿਰ ਦਿਸ਼ਾ ਸੰਸਥਾ ਦੀ ਨਿਰਮਾਣ ਕੀਤਾ ਤੇ 2014 ਚ ਪਹਿਲੀ ਕਾਨਫਰੰਸ ਇੱਥੇ ਆ ਕੇ ਕੀਤੀ। ਤਾਂ ਜਿਹੜੀ ਆਰਗੇਨਾਈਜੇਸ਼ਨ ਨੂੰ ਮੈਂ ਹਿੰਦੁਸਤਾਨ ਚ ਦੇਖਦੀ ਹਾਂ ਉਹਦੀ 20 ਲੱਖ ਦੀ ਜਿਹੜੀ ਹੈ ਆਪਣੀ ਮੈਂਬਰਸ਼ਿਪ ਹੈ ਤੇ ਅਸੀਂ ਜੰਮੂ ਕਸ਼ਮੀਰ ਤੋਂ ਲੈ ਕੇ ਜਿਹਨੂੰ ਕਹਿੰਦੇ ਕੰਨਿਆ ਕੁਮਾਰੀ ਤੱਕ ਮੈਨੂੰ ਆਪਣੇ ਜਦੋਂ ਮੈਂ ਹਿੰਦੁਸਤਾਨ ਚ ਹੁੰਨੀ ਆ ਤੇ ਮੈਨੂੰ ਉੱਥੇ ਜਿਹੜੀ ਮੇਰੀ ਰਿਸਪੌਂਸਿਬਿਲਿਟੀ ਮੇਰੀ ਆਰਗੇਨਾਈਜੇਸ਼ਨ ਦਿੰਦੀ ਆ ਮੈਂ ਉਹਨੂੰ ਪੂਰਾ ਕਰਨ ਦੀ ਕੋਸ਼ਿਸ਼ ਕਰਦੀ ਆ। ਸੋ ਇੱਥੇ ਜਿਹੜਾ ਅਧਿਆਪਕ ਦੇ ਤੌਰ ਤੇ ਜੁੜਨਾ, ਫਿਰ ਮੈਂ ਉਸ ਤੋਂ ਬਾਅਦ ਸੋਸ਼ਲ ਵਰਕ ਮੈਂ ਡਿਊਰਿੰਗ ਮਾਈ ਐਜੂਕੇਸ਼ਨ ਮੇਰਾ ਖਿਆਲ ਹੈ 9-10 ਦੇ ਵਿੱਚ ਮੈਂ ਸੋਸ਼ਲ ਵਰਕ ਦੀ ਮਾਸਟਰਸ ਕੀਤੀ ਆਪਣੀ ਉਹਦੇ ਨਾਲ। ਮੇਰੀ ਮਾਂ ਮੈਨੂੰ ਕਹਿੰਦੀ ਹੁੰਦੀ ਸੀ ਕਿ ਤੂੰ ਹੁਣ ਫੇਰ ਇੰਨੀ ਔਖੀ ਹੋ ਰਹੀ ਹੈ ਤੇ ਕੀ ਤੈਨੂੰ ਪੈਸੇ ਵੱਧ ਮਿਲਣੇ ਨੇ? ਮੈਂ ਕਿਹਾ ਨਹੀਂ, ਮੇਰੀ ਐਸੀ ਕੋਈ ਗੱਲ ਨਹੀਂ ਹੈ, ਕਿਉਂਕਿ ਮੈਂ ਸੋਸ਼ਲ ਵਰਕ ਸੀ ਤੇ ਮੈਂ ਉਸ ਦੀਆਂ ਜਿਹੜੀਆਂ ਕੰਟਰਡਿਕਸ਼ਨ ਹੁੰਦੀਆਂ ਨੇ ਇੱਕ ਸਮਾਜ ਦੇ ਵਿੱਚ ਉਹਨੂੰ ਵਸੀਹ ਤੌਰ ਤੇ ਸਮਝਣਾ ਚਾਹੁੰਦੀ ਸੀ। ਤੇ ਡਿਊਰਿੰਗ ਦੈਟ ਪੀਰੀਅਡ ਮੇਰਾ ਥੀਸਿਸ ਸੀ ਆਨਰ ਕਿਲਿੰਗ ਇਨ ਪੰਜਾਬ, ਸ਼ੇਮ ਐਂਡ ਸਾਇਲੈਂਸ, ਕਿਉਂਕਿ ਸਾਡੇ ਲੋਕ ਜਿਹੜੇ ਬਹੁਤ ਕਹੀ ਜਾਂਦੇ ਕਿ ਪੰਜਾਬ 'ਚ ਕੋਈ ਆਨਰ ਕਿਲਿੰਗ ਨਹੀਂ। ਹਰਿਆਣੇ ਦੇ ਵਿੱਚ ਐਟ ਦੈਟ ਟਾਈਮ 2009 ਐਂਡ 10 ਹਰਿਆਣਾ ਦੇ ਵਿੱਚ ਆਨਰ ਕਿਲਿੰਗ ਦੇ ਬੜੇ ਕੇਸ ਆ ਰਹੇ ਸੀ ਤੇ ਪੰਜਾਬ ਇਹ ਕਹਿ ਰਿਹਾ ਸੀ ਕਿ ਨਹੀਂ, ਪੰਜਾਬ 'ਚ ਕੋਈ ਨਹੀਂ ਹੈ। ਤੇ ਉਹਨੂੰ ਫਿਰ ਮੈਂ ਪਿਛਲੇ 3 ਸਾਲ ਦੇ ਸਮੇਂ ਨੂੰ ਐਮਪੀਰੀਕਲ ਸਟੱਡੀ ਕਰਕੇ ਤੇ ਮੈਂ ਫਿਰ ਉਹ ਥੀਸਿਸ ਦਿੱਤਾ। ਉਹ 12-13 ਦੇ ਵਿੱਚ ਬੁੱਕ ਛਪੀ ਸੀ ਆਨਰ ਕਿਲਿੰਗ ਇਨ ਪੰਜਾਬ, ਸ਼ੇਮ ਐਂਡ ਸਾਇਲੈਂਸ। ਸੋ ਇਹ ਮੈਨੂੰ ਇਹ ਲੱਗਦਾ ਹੈ ਕਿ ਆਪਣੇ ਆਪ ਨੂੰ ਅਰਥ ਦੇਣ ਦੇ ਲਈ, ਜ਼ਿੰਦਗੀ ਨੂੰ ਅਰਥ ਦੇਣ ਦੇ ਲਈ ਬੰਦੇ ਨੂੰ ਕੁਝ ਕਰਨਾ ਚਾਹੀਦਾ। ਤੇ ਬਹੁਤੀ ਵਾਰੀ ਇਹ ਹੁੰਦਾ ਕਿ ਔਰਤਾਂ ਸਾਡੀਆਂ ਜਿਹੜੀਆਂ ਅਸੀਂ ਉਹਨਾਂ ਨੂੰ ਘਰ, ਚੁੱਲ੍ਹਾ ਤੇ ਉੱਥੋਂ ਤੱਕ ਸੀਮਤ ਰੱਖਦੇ ਹਾਂ ਤੇ ਸਾਡੀਆਂ ਔਰਤਾਂ ਦੇ ਵਿੱਚ ਵੀ ਉਨੀ ਇੰਟੈਲੈਕਚੁਅਲਿਜ਼ਮ ਤੇ ਯੁਰਤ ਹੋਣੀ ਚਾਹੀਦੀ ਆ ਕਿ ਸਮਾਜ ਨੂੰ ਆਪਾਂ ਥੋੜਾ ਜਿਹਾ ਮੇਰਾ ਇੱਕੋ ਇੱਕ ਮਕਸਦ ਹੈ ਕਿ ਮੈਂ ਕਿਸ ਤਰੀਕੇ ਨਾਲ ਕਿਸੇ ਵੀ ਇੱਕ ਇੰਡੀਵਿਜੂਅਲ ਔਰਤ ਦੀ ਮਦਦ ਕਰਾਂ ਤੇ ਉਹਦੀ ਜ਼ਿੰਦਗੀ ਦਾ ਇੱਕ ਪਲ ਵੀ ਸੌਖਾ ਹੋ ਜਾਏ ਤੇ ਮੇਰੀ ਇਸ ਦੇ ਵਿੱਚ ਸੈਟੀਸਫੈਕਸ਼ਨ ਹੈ। ਮੈਂ ਸਮਝਦੀ ਹਾਂ ਕਿ ਮੈਂ ਕੁਝ ਕੰਮ ਕਰ ਲਿਆ। ਬਿਲਕੁਲ ਬਿਲਕੁਲ, ਮਤਲਬ ਤੁਸੀਂ ਤੁਹਾਡੀ ਪਰਸਨੈਲਿਟੀ, ਤੁਹਾਡੀ ਸ਼ਖਸੀਅਤ ਦੇ ਵਿੱਚ ਮੀਡੀਆ, ਥੀਏਟਰ ਨਾਲ ਜੁੜਨ ਦਾ ਵੀ ਇੱਕ ਪਹਿਲੂ ਹੈ। ਕਦੋਂ ਤੁਹਾਨੂੰ ਖਿਆਲ ਆਇਆ ਕਿ ਤੁਸੀਂ ਥੀਏਟਰ ਲਈ ਕੁਝ ਕਰ ਸਕਦੇ ਹੋ, ਜਾਂ ਤੁਸੀਂ ਫਿਲਮਾਂ ਦੇ ਵਿੱਚ ਆਪਣਾ ਬਾਖੂਬੀ ਆਪਣੀ ਭੂਮਿਕਾ ਨਿਭਾਈ ਹੈ, ਤਾਂ ਤੁਸੀਂ ਇਹਦੇ ਲਈ ਤੁਹਾਨੂੰ ਕੋਈ ਪ੍ਰੇਰਨਾ ਮਿਲੀ ਜਾਂ ਤੁਹਾਡੇ ਮਨ ਅੰਦਰ ਹੀ ਇੱਕ ਸ਼ੁਰੂ ਤੋਂ ਬੀਇੰਗ ਸਟੂਡੈਂਟ ਲਾਈਫ ਤੋਂ ਹੀ ਸੀਗਾ ਕਿ ਤੁਸੀਂ ਥੀਏਟਰ ਨਾਲ ਜੁੜੋਗੇ, ਜਾਂ ਫਿਲਮਾਂ ਦੇ ਵਿੱਚ ਵੀ ਤੁਸੀਂ ਕੁਝ ਕਰੈਕਟਰ ਰੋਲ ਜਿਹੜੇ ਆ ਉਹ ਕੀਤੇ ਆ? ਜੀ ਕੁਲਜੀਤ ਜੀ, ਐਕਚੁਅਲੀ ਜਦੋਂ ਮੈਂ ਗਵਰਨਮੈਂਟ ਕਾਲਜ ਲੁਧਿਆਣਾ ਦੇ ਵਿੱਚ MA ਕਰ ਰਹੀ ਸੀ ਤੇ ਮੈਨੂੰ ਬਹੁਤ ਅੱਛੇ ਟੀਚਰ ਮਿਲੇ। ਮੈਂ ਹਮੇਸ਼ਾ ਹੀ ਆਪਣੇ ਅਧਿਆਪਕਾਂ ਦੀ ਰਿਣੀ ਰਹਾਂਗੀ। ਡਾਕਟਰ ਗੁਰਚਰਨ ਸਿੰਘ, ਪ੍ਰੋਫੈਸਰ ਮਹਿੰਦਰ ਸਿੰਘ ਚੀਮਾ, ਡਾਕਟਰ ਆਤਮ ਹਮਰਾਹੀ, ਇਸ ਤਰ੍ਹਾਂ ਦੇ ਟੀਚਰ ਸਨ ਤੇ ਉਹ ਹਮੇਸ਼ਾ ਹੀ ਸਾਨੂੰ ਮੈਂ ਕਾਲਜ ਦੇ ਵਿੱਚ ਆਪਣੇ ਜਿਹੜਾ ਸਾਡਾ ਵਿਦਿਆਰਥੀ ਕੌਂਸਲ ਹੈ ਮੈਂ ਉਹਦੀ ਵੀ ਮੈਂਬਰ ਰਹੀ। ਫਿਰ ਮੈਂ 2 ਸਾਲ ਉੱਥੇ ਆਪਣਾ ਜਿਹੜਾ ਸਾਡਾ ਸਾਹਿਤਕ ਮੈਗਜ਼ੀਨ ਹੁੰਦਾ ਸਤਲੁਜ, ਉਹਦੀ ਐਡੀਟਰ ਰਹੀ। ਤਾਂ ਮੈਂ ਸਾਹਿਤ ਨਾਲ ਮੇਰਾ ਵਾਸਤਾ ਐਕਚੁਅਲੀ ਮੇਰੇ ਬਚਪਨ 'ਚ ਪਿਆ। ਸਾਡੇ ਘਰ 'ਚ ਪ੍ਰੀਤ ਲੜੀ ਆਉਂਦੀ ਸੀ, ਮੇਰੇ ਫਾਦਰ ਪ੍ਰੀਤ ਲੜੀ ਪੜ੍ਹਦੇ ਸਨ। ਸਾਡਾ ਪ੍ਰੋਗਰੈਸਿਵ ਸਾਹਿਤ ਸਾਡੇ ਘਰ 'ਚ ਆਉਂਦਾ ਸੀ ਸਾਰਾ। ਤੇ ਉਹ ਜਿਹੜਾ ਸਾਹਿਤ ਪੜ੍ਹਨ ਦੀ ਜਿਹੜੀ ਚੇਸ਼ਟਾ ਮੈਨੂੰ ਬਚਪਨ 'ਚ ਲੱਗੀ, ਰਾਤ ਨੂੰ ਪੜ੍ਹੇ ਤੋਂ ਬਿਨਾਂ ਨਾ ਪੈਣਾ, ਇਸ ਤਰ੍ਹਾਂ ਦੀਆਂ ਸੀ। ਤੇ ਫਿਰ ਉਸ ਦੇ ਵਿੱਚ ਅਸੀਂ ਨਾਟਕ ਦੇ ਵਿੱਚ ਪਾਰਟਿਸਿਪੇਟ ਕੀਤਾ, ਜਿਵੇਂ ਸਾਡੇ ਯੂਥ ਫੈਸਟੀਵਲ 'ਚ ਹੁੰਦਾ ਹੈ। ਤੇ ਅਜੇ ਵੀ ਜਿਹੜੀ ਸਾਡੀ ਸਟੂਡੈਂਟ ਕੌਂਸਲ ਹੈ ਜਾਂ ਸਾਡੀ ਪਬਲਿਕ ਸਪੀਕਿੰਗ ਹੈ, ਇਹ ਮੈਨੂੰ ਜਿਹੜਾ ਗਵਰਨਮੈਂਟ ਕਾਲਜ ਲੁਧਿਆਣਾ ਤੋਂ ਪਹਿਲਾਂ ਤਾਂ ਸੀ। ਮੈਂ ਈਵਨ ਕਿ ਮੈਂ ਫਸਟ ਈਅਰ ਦੇ ਵਿੱਚ, ਸੈਕੰਡ ਈਅਰ 'ਚ, ਈਵਨ ਕਿ ਮੈਂ ਦੇਵ ਸਮਾਜ ਕਾਲਜ ਦੀ ਵੀ ਐਡੀਟਰ, ਮੈਗਜ਼ੀਨ ਦੀ ਜਿਹੜੀ ਸਟੂਡੈਂਟ ਐਡੀਟਰ ਰਹੀ ਉਹਦੀ ਵੀ। ਤਾਂ ਫਿਰ ਜਿਹੜਾ ਹੈ ਉਹਦੇ ਵਿੱਚ ਇਸ ਤਰ੍ਹਾਂ ਸਾਨੂੰ ਨਾਟਕ ਅਸੀਂ ਕਰਕੇ ਆਏ ਦੂਰਦਰਸ਼ਨ ਤੇ। ਫਿਰ ਇੱਕ ਵਾਰੀ ਅਸੀਂ ਰੇਡੀਓ ਤੇ ਕਰਕੇ ਆਏ ਡਿਊਰਿੰਗ ਮਾਈ, ਜਦੋਂ ਮੈਂ MA ਕਰ ਰਹੀ ਸੀ। ਉਸ ਤੋਂ ਬਾਅਦ ਜਦੋਂ ਮੈਂ MPhil ਕੀਤੀ ਤੇ ਮੈਨੂੰ ਬੜੇ ਹੀ ਅੱਛੇ ਟੀਚਰ ਡਾਕਟਰ ਅਤਰ ਸਿੰਘ ਮੇਰੇ ਗਾਈਡ ਸੀ, MPhil ਦੇ ਵੀ ਔਰ PhD ਦੇ ਵੀ। ਤਾਂ ਮੇਰੀ ਜਿਹੜੀ MPhil ਦਾ ਥੀਸਿਸ ਹੈ ਉਹ ਹੈ ਪੰਜਾਬੀ ਆਲੋਚਨਾ ਤੇ ਵਿਚਾਰਧਾਰਾ, ਤੇ ਬਾਅਦ ਦੇ ਵਿੱਚ ਉਹਦੀ ਬੁੱਕ ਵੀ ਛਪੀ ਔਰ ਡਾਕਟਰ ਸਾਹਿਬ ਨੇ ਹੀ ਉਹਦਾ ਮੁਖਬੰਧ ਲਿਖਿਆ। ਤੇ ਉਸ ਤੋਂ ਬਾਅਦ ਉਹ ਮੈਨੂੰ ਕਹਿੰਦੇ ਕਿ ਨਾਟਕ ਦੇ ਉੱਤੇ ਕੰਮ ਨਹੀਂ ਹੋਇਆ ਤੇ ਤੂੰ ਨਾਟਕ ਤੇ ਕੰਮ ਕਰਨਾ ਸ਼ੁਰੂ ਕਰ।
ਜਦੋਂ ਮੈਂ ਨਾਟਕ ਤੇ ਮੇਰਾ 91 ਚ PhD ਖਤਮ ਹੋਈ, ਐਟ ਦੈਟ ਟਾਈਮ ਮੇਰਾ ਨਾਟਕ ਦੇ ਉੱਤੇ ਮੇਰਾ ਖਿਆਲ 10-12 ਥੀਸਿਸ ਸਨ ਟੋਟਲ। ਗੁਰੂ ਨਾਨਕ ਦੇਵ ਯੂਨੀਵਰਸਿਟੀ, ਪੰਜਾਬੀ ਯੂਨੀਵਰਸਿਟੀ ਐਂਡ ਕੁਰਕਸ਼ੇਤਰਾ ਹਜੇ ਉਦੋਂ ਬਣ ਹੀ ਰਹੀ ਸੀ, ਜ਼ਿਆਦਾ ਉਹਦੇ ਚ ਰਿਸਰਚ ਵਰਕ ਨਹੀਂ ਸੀ ਹੋਇਆ। ਦਿੱਲੀ ਯੂਨੀਵਰਸਿਟੀ 15-20 ਥੀਸਿਸ ਜਿਹੜੇ ਸੀ, ਉਹ ਕਹਿੰਦਾ ਵੀ ਇਸ ਤੋਂ ਜ਼ਿਆਦਾ ਨਹੀਂ ਹੋਈ। ਤਾਂ ਮੈਨੂੰ ਉਹਨਾਂ ਦੀ ਪ੍ਰੇਰਣਾ ਨਾਲ ਮੈਂ ਨਾਟਕ ਦੇ ਉੱਤੇ ਕੰਮ ਕਰਨਾ ਸ਼ੁਰੂ ਕੀਤਾ। ਤੇ ਉਸੇ ਸਮੇਂ ਦੇ ਵਿੱਚ ਹੀ ਮੈਂ ਚੰਡੀਗੜ੍ਹ ਦੇ ਵਿੱਚ ਸੀ, ਮੇਰੀ ਫਿਰ ਜੌਬ ਲੱਗੀ ਯੂਨੀਵਰਸਿਟੀ ਦੇ ਵਿੱਚ। ਪਰ ਉਸ ਤੋਂ ਪਹਿਲਾਂ ਸਾਡੇ ਕਮਲ ਬਦਰੋਹੀ ਹੁੰਦੇ ਸੀ, ਫਿਰ ਅਸੀਂ ਇੱਕ ਨਾਟਕ ਕੀਤਾ 84 ਦੇ ਵਿੱਚ। ਤਮਸ ਸੀਰੀਅਲ ਬਹੁਤ ਬਾਅਦ ਚ ਬਣਿਆ, ਕਾਲੇ ਦਿਨ ਦੇ ਨਾਮ ਹੇਠ। ਮੈਨੂੰ ਅਜੇ ਵੀ ਯਾਦ ਆ 6 ਜੂਨ 1984 ਨੂੰ ਅਸੀਂ ਟੈਗੋਰ ਥੀਏਟਰ ਦੇ ਵਿੱਚ ਉਹਦਾ ਮੰਚਨ ਕੀਤਾ, ਤੇ ਉਦੋਂ ਹਾਲਤ ਬਹੁਤ ਮਾੜੀ ਸੀ, ਕੋਈ ਵੀ ਨਹੀਂ ਆਇਆ ਦੇਖਣ, ਬਹੁਤ ਘੱਟ ਲੋਕ ਸੀ। ਫਿਰ ਉਸਦਾ ਦੂਜੀ ਵਾਰੀ ਫਿਰ ਹੋਇਆ। ਤੇ ਇਸ ਨਾਟਕ ਨੂੰ ਕਰਦੇ ਹੋਏ ਮੈਂ ਫਿਰ ਆਪਣਾ ਗਰੁੱਪ ਵੀ ਬਣਾਇਆ। ਈਵਨ ਕਿ ਮੈਂ ਜੰਮੂ ਕਸ਼ਮੀਰ ਚ ਵੀ ਨਾਟਕ ਕਰਕੇ ਆਈ, ਪੰਜਾਬੀ ਅਕੈਡਮੀ ਦਿੱਲੀ ਲਈ ਨਾਟਕ ਕੀਤੇ, ਮੈਂ ਭਰਪੂਰ ਥੀਏਟਰ ਕੀਤਾ ਕੋਈ ਆਪਣਾ ਗਰੁੱਪ ਬਣਾ ਕੇ। ਬਹੁਤ ਸਾਰੇ ਜਿਹੜੇ ਹੁਣ ਫਿਲਮਾਂ ਦੇ ਵਿੱਚ ਵੱਡੇ ਅਦਾਕਾਰ ਨੇ, ਉਹ ਮੇਰੇ ਨਾਲ ਨਾਟਕ ਕਰਦੇ ਰਹੇ ਨੇ, ਜਿਵੇਂ ਸਾਹਿਬ ਸਿੰਘ ਵਗੈਰਾ, ਸਾਡੇ ਪ੍ਰਵੇਸ਼ ਸੇਠੀ ਚਲੇ ਗਏ ਨੇ ਇਸ ਦੁਨੀਆ ਤੋਂ। ਬਹੁਤ ਸਾਰਾ ਸਾਡਾ ਇਮੈਚਿਓਰ ਥੀਏਟਰ ਸੀ। ਈਵਨ ਕਿ 89-90 ਦੇ ਵਿੱਚ ਅਸੀਂ ਇੱਕ ਨਿਊ ਥੀਏਟਰ ਮੂਵਮੈਂਟ ਸੀ ਚੱਲੀ, ਜਿਸ ਦੇ ਵਿੱਚ ਪਿੰਡਾਂ ਜਾ ਕੇ ਨਾਟਕ ਕਰਦੇ ਸੀ ਅਸੀਂ। ਜਿਸ ਪਿੰਡ ਦੇ ਵਿੱਚ ਮੈਂ ਰਾਤ ਨੂੰ ਨਾਟਕ ਕਰ ਰਹੀ ਸੀ, ਉਹ ਸੀ ਪੋਜੇਵਾਲ ਦੇ ਨਾਲ ਚਮਿਆਣੀ ਸੀ। ਉੱਥੇ ਹੀ ਉਸੇ ਰਾਤ ਚਮਕੀਲੇ ਦਾ ਕਤਲ ਹੁੰਦਾ, ਤੇ ਉਸੇ ਰਾਤ ਨਾਲ ਦੇ ਪਿੰਡ ਸਾਡਾ ਨਾਟਕ ਹੋ ਰਿਹਾ ਸੀ। ਸੋ ਉਹ ਫਿਰ ਉਸਦੇ ਨਾਲ ਹੀ ਜਦੋਂ ਤੁਸੀਂ ਨਾਟਕ ਚ ਹੁੰਦੇ ਹੋ, ਤੇ ਫਿਲਮਾਂ ਵਾਲੇ ਬਹੁਤ ਸਾਰਾ 89-88 ਦੇ ਵਿੱਚ ਫਿਲਮ ਕੀਤੀ ਮੈਂ, ਜਿਹੜਾ ਹੈ ਜੱਟ ਤੇ ਜ਼ਮੀਨ, ਫਿਰ ਚੜ੍ਹਦਾ ਸੂਰਜ, ਕਈ ਫਿਲਮਾਂ। ਇਕਬਾਲ ਢਿੱਲੋਂ ਸਾਡੇ ਪ੍ਰੋਡਿਊਸਰ ਹੁੰਦੇ ਸੀ, ਫਿਰ ਕਈ ਹੋਰ ਲੋਕਾਂ ਦੇ ਨਾਲ ਜਿਹੜਾ ਹੈ। ਈਵਨ ਕਿ 2010 ਦੇ ਵਿੱਚ ਵੀ ਇੱਕ ਫਿਲਮ ਆਈ ਸੀ ਮੇਰੀ, ਮੈਂ ਬਹੁਤ ਭੁੱਲਦੀ ਹਾਂ ਹੁਣ, ਜਵਾਨੀ ਜਿੰਦਾਬਾਦ, ਰਾਜ ਬਰਾੜ ਦੇ ਨਾਲ। ਫਿਰ ਸ਼ਹੀਦੇ ਮੁਹੱਬਤ ਬੂਟਾ ਸਿੰਘ ਦੇ ਨਾਲ, ਗੁਰਦਾਸ ਮਾਨ ਤੇ ਦੀ ਫਿਲਮ ਸੀ, ਅੱਛੀ ਫਿਲਮ ਸੀ ਉਹ। ਉਹਦੇ ਵਿੱਚ ਬਹੁਤ ਸਾਰੀਆਂ ਫਿਲਮਾਂ ਨਾਲ ਮੈਂ ਮੁਤਫਿਕ ਵੀ ਨਹੀਂ ਆ, ਕਿਉਂਕਿ ਕਰੈਕਟਰ ਰੋਲ ਜਿਹੜਾ ਹੈ, ਮੇਰੇ ਨਾਲ ਦੇ ਆਰਟਿਸਟ ਜਿਹੜੇ ਸੀ ਮੇਰੇ ਨਾਲ ਕੰਮ ਕਰ ਰਹੇ ਹੁੰਦੇ ਸੀ ਥੀਏਟਰ ਚ, ਉਹ ਕਹਿੰਦੇ ਸੀ ਨਹੀਂ ਕਰਨਾ ਹੈ, ਮਦਰ ਦਾ ਕਰੈਕਟਰ ਕਰਨਾ ਹੈ। ਸੋ ਇਸ ਤਰੀਕੇ ਦੇ ਨਾਲ ਉਹ, ਜਿਸ ਤਰ੍ਹਾਂ ਮੈਨੂੰ ਇਹ ਲੱਗਦਾ ਕਿ ਇੱਕ ਵਹਿੰਦਾ ਦਰਿਆ ਹੁੰਦੀ ਹੈ ਜ਼ਿੰਦਗੀ, ਤਾਂ ਉਹਦੇ ਵਿੱਚ ਤੁਸੀਂ ਕੁਝ ਨਾ ਕੁਝ ਰੋਲ ਪਲੇ ਕਰਦੇ ਜਾਣਾ ਹੁੰਦਾ, ਪਾਣੀ ਵਹਿੰਦਾ ਜਾਂਦਾ ਹੈ। ਤੇ ਮੈਂ ਇਸ ਸਮਝਦੀ ਹਾਂ ਕਿ ਮੈਂ ਸਿਰਫ ਇੱਕ ਉਸ ਬਹਿਣ ਦਾ ਹਿੱਸਾ ਹਾਂ। ਮੈਂ ਨਹੀਂ ਹੋਵਾਂਗੀ, ਦਿਸ਼ਾ ਫਿਰ ਵੀ ਚੱਲੇਗੀ, ਮੈਂ ਨਹੀਂ ਹੋਵਾਂਗੀ, NFIW ਦਾ ਕੰਮ ਫਿਰ ਵੀ ਹੋਏਗਾ। ਹਰ ਇੱਕ ਨੇ ਆਪਣਾ ਆਪਣਾ ਰੋਲ ਨਿਭਾਉਣਾ ਹੁੰਦਾ ਇਸ ਸੰਸਾਰ 'ਚ। ਸੋ ਇਸ ਤਰੀਕੇ ਦੇ ਨਾਲ ਮੈਂ ਫਿਰ ਜਿਵੇਂ ਕਾਲਜ ਦੇ ਵਿੱਚ ਥੀਏਟਰ ਟੀਮ ਬਣਾਈ। ਕਾਲਜ ਦੇ ਵਿੱਚ ਮੈਂ 1987-88 ਤੋਂ GCG ਗਵਰਨਮੈਂਟ ਕਾਲਜ, ਸਾਡਾ ਚੰਡੀਗੜ੍ਹ ਦਾ ਜਿਹੜਾ ਮੇਨ ਪ੍ਰੈਸਟੀਜੀਅਸ ਕਾਲਜ ਆ, ਉਹਦੇ ਵਿੱਚ ਟੀਮ ਬਣਾਈ। ਹੁਣ ਮੈਨੂੰ ਬੜਾ ਮਾਣ ਹੈ ਕਿ ਮੇਰੇ ਉਹ ਸਟੂਡੈਂਟ ਕਈ ਬੰਬੇ ਫਿਲਮ ਇੰਡਸਟਰੀ 'ਚ ਨੇ, ਹੋਰ ਨੇ ਇਸ ਤਰੀਕੇ ਦੇ ਨਾਲ। ਤੇ ਉਸ ਤੋਂ ਬਾਅਦ ਮੈਂ ਆਪਣਾ ਜਿਹੜਾ ਹੈ ਮੇਰਾ ਰੁਝਾਨ ਸਿਰਫ ਵੂਮਨ ਇਸ਼ੂਜ਼ ਦੇ ਉੱਤੇ, ਸਿਰਫ ਵੂਮਨ ਸੈਂਟਰਿਕ ਮੈਂ ਜਿਹੜਾ ਕੀਤਾ। ਲੋਕ ਰੰਗ ਮੰਚ ਚ ਪੰਜਾਬ ਚੰਡੀਗੜ੍ਹ ਜਿਹੜਾ ਦੇ ਵਿੱਚ ਤੁਸੀਂ ਕਾਫੀ ਉਸ ਬੈਨਰ ਥੱਲੇ ਨਾਟਕ ਆਪਣੇ ਖੇਡੇ ਹੈ ਨਾ, ਬਹੁਤ ਸਾਰੇ ਨਾਟਕਾਂ ਤੁਹਾਡੇ 100 ਸ਼ੋਅ ਵੀ ਹੋਏ ਕਈ ਨਾਟਕਾਂ ਦੇ। ਇਹ ਸਾਰਾ ਕੁਝ ਤੁਹਾਨੂੰ ਇੱਕ ਸੰਤੁਸ਼ਟੀ ਦਿੰਦਾ ਨਾ ਕਿ ਤੁਸੀਂ ਇਸ ਪਾਸੇ ਜ਼ਿੰਦਗੀ ਦੀ ਨਕਲ ਜਿਹੜੀ ਹੈ ਨਾਟਕ ਦੇ ਰੂਪ ਚ, ਉਹ ਤੁਸੀਂ ਦੂਸਰਿਆਂ ਸਾਹਮਣੇ ਰੱਖੀ। ਤਾਂ ਇਹਦੇ ਨਾਲ ਹੀ ਤੁਸੀਂ ਜਿਹੜੇ ਬਾਰ ਪਰਾਏ ਬੈਸਨਾ ਦੇ 100 ਸ਼ੋਅ ਜਿਹੜੇ ਤੁਸੀਂ ਆਪਣੇ ਉਹਦੇ ਚ ਲਿਖਿਆ ਵੀ ਹੈ, ਦੱਸਿਆ ਵੀ ਹੈ, ਦਿੱਲੀ ਤੇ ਜੰਮੂ ਚ ਕੀਤੇ। ਤੇ ਗੂੰਗੇ ਬੋਲ, ਝੱਲੀ ਕਿੱਥੇ ਜਾਵੇ, ਮਿੱਟੀ ਰੁਦਨ ਕਰੇ, ਸੁੱਕੀ ਕੁੱਖ ਆਦਿ ਜਿਹੜੇ ਤੁਹਾਡੇ ਸਾਰੀਆਂ ਕਲਾਕ੍ਰਿਤਾਂ ਨੇ ਜਿਨ੍ਹਾਂ ਤੁਸੀਂ ਆਪਣੀ ਭੂਮਿਕਾ ਨਿਭਾਈ। ਇਹਦੇ 'ਚ ਤੁਸੀਂ ਜਿਸ ਔਰਤ ਦਾ ਵੀ ਕਿਰਦਾਰ ਕਰਦੇ ਸੀ, ਜਾਂ ਤੁਹਾਨੂੰ ਕਦੀ ਉਸ ਕਿਰਦਾਰ ਦੇ ਵਿੱਚ ਏਦਾਂ ਆਪਣੀ ਜ਼ਿੰਦਗੀ ਨਾਲ ਕਿਤੇ ਕਈ ਵਾਰ ਕਰੈਕਟਰ ਨੂੰ ਸਮਾਨਤਾ ਲੱਗਦੀ ਹੈ, ਕੋਈ ਇਸ ਤਰ੍ਹਾਂ ਦਾ ਹੈ ਯਾਦਗਾਰੀ ਕੋਈ ਕਰੈਕਟਰ ਜਿਹੜਾ ਤੁਹਾਡੇ ਜ਼ਿਹਨ 'ਚ ਅੱਜ ਵੀ ਤੁਸੀਂ ਯਾਦ ਕਰਦੇ ਤੇ ਲੱਗੇ ਕਿ ਹਾਂ ਮੈਨੂੰ ਬਿਲਕੁਲ ਉਸ ਤਰ੍ਹਾਂ ਹੀ ਜੀਵਿਆ ਜਿਸ ਤਰ੍ਹਾਂ ਦਾ ਉਹ ਕਰੈਕਟਰ ਉਸ ਵੇਖਿਆ, ਤੁਸੀਂ ਮਹਿਸੂਸ ਕੀਤਾ? ਹਾਂ, ਨਹੀਂ ਕਿਉਂਕਿ ਮੈਂ ਔਲਖ ਦੇ ਨਾਟਕ ਬਹੁਤ ਕੀਤੇ, ਜਿਸ ਤਰ੍ਹਾਂ ਇੱਕ ਰਮੈਣ ਹੋਰ ਹੈ, ਸੁੱਕੀ ਕੁੱਖ ਹੈ, ਮੈਨੂੰ ਬਹੁਤ ਫੈਸੀਨੇਟ ਕਰਦਾ ਸੀ ਔਲਖ। ਸੋ ਇਸੇ ਤਰ੍ਹਾਂ ਹੀ ਪ੍ਰਤੋਸ਼ ਗਾਰਗੀ, ਸ਼ਾਇਦ ਬਹੁਤ ਸਾਰੇ ਲੋਕ ਨਹੀਂ ਜਾਣਦੇ, ਉਹਨੇ ਬਹੁਤ ਅੱਛੇ ਨਾਟਕ ਲਿਖੇ।
ਉਸ ਦਾ ਨਾਟਕ ਇੱਕ ਹੋ ਰਿਹਾ ਸੀ ਈਵਨ ਜਿਹੜਾ ਗਾਰਗੀ ਹੈ ਉਹ ਵੀ ਸਾਡਾ ਨਾਟਕ ਦੇਖਣ ਮੇਰਾ ਆਇਆ ਸਾਡਾ ਪ੍ਰਤੋਸ਼ ਗਾਰਗੀ ਦਾ ਸੀ ਵਗਦੇ ਪਾਣੀ। ਉਹਦੇ ਚ ਪ੍ਰਵੀਨ ਪੁਰਬਾ ਸਾਡੀ ਇੱਕ ਪੰਜਾਬ ਦੀ ਇੱਕ ਬਹੁਤ ਵੱਡੀ ਜਿਹੜੀ ਹੈ ਜਿਸਨੂੰ ਅਸੀਂ ਨੈਗੇਟਿਵ ਰੋਲ ਕਹਿੰਦੇ ਆ ਜਾਂ ਉਹ ਕਰਦੀ ਸੀ। ਉਹਦੇ ਨਾਲ ਵੀ ਮੈਂ ਬਹੁਤ ਸਾਰੇ ਮੈਂ ਜੇ ਨਾਮ ਲੈਣ ਲੱਗਾ ਕਿ ਜਿਹੜੇ ਜਿਨ੍ਹਾਂ ਨੇ ਮੇਰੇ ਨਾਲ ਥੀਏਟਰ ਕੀਤਾ ਜਾਂ ਮੈਂ ਕੀਤਾ ਥੀਏਟਰ, ਤੇ ਬੜੇ ਵੱਡੀ ਲੰਬੀ ਲਿਸਟ ਹੈ। ਗੁਰਕੀਰਤਨ, ਫਿਰ ਜਿਹੜਾ ਹੈ ਸਾਡੇ ਹੋਰ, ਤੇ ਮੈਂ ਇਹ ਕਹਾਂਗੀ ਉਹਦੇ ਚ ਇੱਕ ਡਾਇਲੌਗ ਸੀ ਅੱਜ ਵੀ ਮੈਨੂੰ ਯਾਦ ਹੈ ਕਿ ਜਦੋਂ ਮੈਂ ਜ਼ਿੰਦਗੀ ਦੀ ਤੋਰ ਦੇ ਵਿੱਚ ਅੱਗੇ ਨੂੰ ਦੇਖਿਆ ਤੇ ਸਰੋਂ ਦੇ ਫੁੱਲਾਂ ਵਰਗੀ ਜਿਹੜੀ ਬਹਾਰ ਖਿੜੀ ਹੋਈ ਸੀ, ਤੇ ਜਦੋਂ ਮੈਂ ਪਿੱਛੇ ਮੁੜ ਕੇ ਦੇਖਿਆ ਤੇ ਜ਼ਿੰਦਗੀ ਆਉ ਗਈ। ਸੋ ਇਸ ਕਰਕੇ ਜ਼ਿੰਦਗੀ ਨੂੰ ਤੁਸੀਂ ਸਰੋਂ ਦੇ ਫੁੱਲਾਂ ਦੀ ਬਹਾਰ ਦੀ ਤਰ੍ਹਾਂ ਲੈਣਾ ਹੈ ਤੇ ਜ਼ਿੰਦਗੀ ਤਾਂ ਬੀਤ ਜਾਂਦੀ ਹੈ। ਸੋ ਬਾਰਪਰਾਏ ਬੈਸਨਾ ਦੇ ਵਿੱਚ ਮੈਂ ਆਪਣਾ ਇੱਕ ਮੇਨ ਕਰੈਕਟਰ ਰੋਲ ਕੀਤਾ। ਉਹਦੇ ਵਿੱਚ ਉਹ ਪੰਜਾਬ ਦੀ ਤਰਾਸਦੀ ਦੇ ਨਾਲ ਸੀ ਸੰਬੰਧਿਤ ਨਾਟਕ। ਤਾਰਾ ਸਿੰਘ ਸੰਧੂ ਨੇ ਉਸਨੂੰ ਲਿਖਿਆ, ਮੇਰੇ ਪਤੀ ਜਿਹੜੇ ਹੁਣ ਇਸ ਦੁਨੀਆ 'ਚ ਨਹੀਂ ਰਹੇ, ਤੇ ਉਹਦੇ ਅਸੀਂ ਬਹੁਤ ਭਰਪੂਰ ਸ਼ੋਅ ਕੀਤੇ। ਤਾਂ ਉਸ ਤੋਂ ਬਾਅਦ ਅਸੀਂ ਦਿੱਲੀ ਦੇ ਵਿੱਚ ਵੀ ਸ਼੍ਰੀ ਰਾਮ ਸੈਂਟਰ 'ਚ ਵੀ ਕਰਕੇ ਆਏ। ਉਹਦੇ ਵਿੱਚ ਬਹੁਤ ਸਾਰੇ ਉੱਥੋਂ ਦੇ ਜਿਹੜੇ NSD ਦੇ ਸਾਡੇ ਲੋਕ ਸੀ, ਉਹਨਾਂ ਨੇ ਇੱਕ ਉਦੋਂ ਉੱਥੇ ਕੰਮ ਕਰ ਰਹੇ ਹੁੰਦੇ ਸੀ, ਉਹਨਾਂ ਨੇ ਆ ਕੇ ਸੈੱਟ ਲਗਾਇਆ। ਈਵਨ ਕਿ ਰਵੇਲ ਸਿੰਘ ਉਦੋਂ ਪੰਜਾਬੀ ਅਕੈਡਮੀ 'ਚ ਹੁੰਦੇ ਸਨ, ਮਨੋਹਰ ਸਿੰਘ ਬਤਰਾ ਸੈਕਟਰੀ ਹੁੰਦੇ ਸਨ, ਉਸ ਤੋਂ ਬਾਅਦ ਪ੍ਰੀਤਮ ਸਿੰਘ ਬਤਰਾ ਆਏ। ਸੋ ਬਸ ਜ਼ਿੰਦਗੀ ਨੂੰ ਅਰਥ ਦੇਣ ਦੇ ਲਈ, ਕਿਉਂਕਿ ਥੀਏਟਰ ਮੈਂ ਸਮਝਦੀ ਹਾਂ ਕਿ ਥੀਏਟਰ ਕੇਵਲ ਇੱਕ ਵਿਅਕਤੀ ਜਿਹੜਾ ਹੈ, ਹੁਣ ਪਿਛਲੇ 10-15 ਸਾਲਾਂ ਤੋਂ ਜਿਹੜਾ ਹੈ ਸੋਲੋ ਨਾਟਕ ਹੋਣ ਦਾ ਰਿਵਾਜ ਹੈ। ਪਰ ਥੀਏਟਰ ਦੇ ਵਿੱਚ ਜਿਹੜਾ ਹੈ, ਜਦੋਂ ਮੈਂ ਥੀਏਟਰ ਤੇ ਰਿਸਰਚ ਕਰ ਰਹੀ ਸੀ, ਮੇਰੀਆਂ 2 ਪੁਸਤਕਾਂ ਨੇ ਥੀਏਟਰ ਬਾਰੇ, ਤੇ ਉਹਦੇ ਵਿੱਚ ਇਹ ਬਹੁਤ ਮੁਸ਼ਕਲ ਕਲਾ ਹੈ, ਇੰਨੀ ਸੌਖੀ ਨਹੀਂ ਹੈ, ਜਿਸ ਦੇ ਵਿੱਚ ਸਾਨੂੰ ਭਾਰਤ ਮੁਨੀ ਇਹ ਗੱਲ ਕਹਿ ਰਿਹਾ ਕਿ ਅਸ਼ਟ ਜਿਹੜੀਆਂ 8 ਸਾਡੀਆਂ ਚੀਜ਼ਾਂ ਨੇ, ਜਿਸ ਦੇ ਵਿੱਚ ਵੇਸ਼ਭੂਸ਼ਾ ਵੀ ਹੈ, ਮਿਊਜ਼ਿਕ ਵੀ ਹੈ, ਡਾਂਸ ਵੀ ਹੈ, ਜਿਸ ਦੇ ਵਿੱਚ ਤੁਹਾਡੇ ਬੈਕਗਰਾਊਂਡ, ਤੁਹਾਡਾ ਸਟੇਜ ਸਾਡੀ ਜਿਹੜੀ ਹੈ ਸੈੱਟ ਵੀ ਹੋਣਾ ਹੁੰਦਾ ਹੈ, ਉਹਦੇ ਵਿੱਚ ਮੂਵਮੈਂਟ ਹੈ, ਔਰ ਫਿਰ ਰਿਹਰਸਲਸ ਜਿਹੜੀਆਂ ਨੇ ਉਹਦੀਆਂ ਸਾਰੀਆਂ ਉਹ ਸਾਰੀਆਂ ਚੀਜ਼ਾਂ ਉਹਦੇ ਵਿੱਚ ਹੁੰਦੀਆਂ ਨੇ। ਇਸ ਕਰਕੇ ਉਹ ਕੱਲਾ ਜਿਹੜਾ ਹੈ, ਜਦੋਂ ਤੁਸੀਂ ਇਹਦੇ ਬਹੁਤ ਸਾਰੇ ਲੋਕਾਂ ਨੂੰ ਇਕੱਠੇ ਕਰਨਾ ਪੈਂਦਾ ਹੈ। ਸੋ ਇਸ ਕਰਕੇ ਮੈਂ ਬਹੁਤ ਵਾਰੀ ਇੱਥੇ ਆਰਟਿਸਟ ਦੇਖੇ ਨੇ ਕੁਲਜੀਤ ਜੀ, ਉਹਨਾਂ ਨੂੰ ਇਹ ਪਤਾ ਹੀ ਨਹੀਂ ਕਿ ਅਸੀਂ ਬੇਸ ਦੇ ਵਿੱਚੋਂ ਬਹੁਤ ਵੱਡੇ ਨੇ, ਬੇਸ ਚੋਂ ਗੱਲ ਕਰਨੀ ਹੈ, ਗਲੇ ਚੋਂ ਗੱਲ ਕਰਨੀ ਹੈ, ਕਿਉਂਕਿ ਥੀਏਟਰ ਤੁਹਾਡੀ ਪਰਸਨੈਲਿਟੀ ਨੂੰ ਵੀ ਨਿਖਾਰਦਾ ਹੈ। ਮੈਨੂੰ ਲੱਗ ਰਿਹਾ ਕਿ ਮੈਨੂੰ ਥੀਏਟਰ ਨੇ ਬਹੁਤ ਕੁਝ ਦਿੱਤਾ। ਥੀਏਟਰ ਕਰਕੇ ਹੀ ਫਿਲਮਾਂ ਕੀਤੀਆਂ ਮੈਂ, ਔਰ ਥੀਏਟਰ ਤੇ ਫਿਲਮਾਂ ਕਰਕੇ ਔਰ ਆਪਣੀ ਐਜੂਕੇਸ਼ਨ ਕਰਕੇ ਮੈਂ ਸਮਝਦੀ ਹਾਂ ਕਿ ਟੀਚਰ ਦਾ ਹੋਣਾ ਕੇਵਲ ਕਾਲਜ ਤੱਕ ਸੀਮਤ ਨਹੀਂ ਹੈ, ਤਾਂ ਟੀਚਰ ਜਿਹੜਾ ਹੈ ਸਮਾਜ ਲਈ ਵੀ ਹੋਣਾ ਚਾਹੀਦਾ ਹੈ। ਜੇ ਕੋਈ ਕਵਿਤਾ ਹੈ, ਜੇ ਉਹ ਕਿਸੇ ਦੀ ਜ਼ਿੰਦਗੀ ਨਹੀਂ ਬਦਲਦੀ, ਨਾਟਕ ਜੇਕਰ ਕਿਸੇ ਦੀ ਜ਼ਿੰਦਗੀ ਨਹੀਂ ਬਦਲਦਾ, ਤਾਂ ਉਹ ਫਿਰ ਉਸ ਤਰੀਕੇ ਦੇ ਨਾਲ ਉਹਦਾ ਰੋਲ ਨਹੀਂ ਹੈ। ਮੈਨੂੰ ਐਪਟਾ ਜਿਹੜੀ ਹੈ, ਇੰਡੀਅਨ ਪੀਪਲ ਥੀਏਟਰ ਐਸੋਸੀਏਸ਼ਨ ਦੀ ਮੈਂ ਨੈਸ਼ਨਲ ਜਿਹੜੀ ਹੈ ਮੈਂਬਰ ਰਹੀ ਹਾਂ। ਹੰਗਲ, ਕੈਫੀ ਆਜਮੀ, MS ਸਥਿਊ, ਉਹਨਾਂ ਨਾਲ ਕਲੋਜ਼ਲੀ ਕੰਮ ਕਰਨ ਦਾ ਮੌਕਾ ਮਿਲਿਆ। ਜਿਸ ਤਰ੍ਹਾਂ ਹੁਣ ਸਾਡੇ ਮਤਲਬ ਜਿਹੜੇ ਤੁਹਾਡੇ ਜਿਵੇਂ ਬਹੁਤ ਸਾਰੇ ਹੁਣ ਸੀਰੀਅਲ 'ਚ ਆ ਰਹੇ ਨੇ ਲੋਕ, ਉਹ ਸਾਡੇ ਜਿਵੇਂ ਲਖਨਊ ਕਾਨਫਰੰਸ, ਜੈਪੁਰ ਕਾਨਫਰੰਸ ਦੇ ਵਿੱਚ ਮੈਨੂੰ ਉਹਨਾਂ ਲੋਕਾਂ ਨਾਲ ਮਿਲਣ ਦਾ ਮੌਕਾ ਮਿਲਦਾ ਰਿਹਾ। ਕੈਫੀ ਆਜਮੀ ਹਮੇਸ਼ਾ ਹੀ ਕਿਹਾ ਕਰਦੇ ਸੀ ਕਿ ਤੁਸੀਂ ਆਪਣੀ ਜ਼ਿੰਦਗੀ ਵਾਲੇ ਨਾਟਕ ਦੇ ਵਿੱਚ ਆਪਣਾ ਰੋਲ ਨਿਭਾਉਣਾ ਹੈ। ਤੇ ਇਸੇ ਤਰ੍ਹਾਂ ਅਸੀਂ ਜਦੋਂ ਕਾਲੇ ਦਿਨ ਸੀ ਹਿੰਦੁਸਤਾਨ ਸਾਡੇ ਪੰਜਾਬ ਦੇ ਵਿੱਚ, ਉਦੋਂ ਅਸੀਂ ਇੱਕ ਵੱਡਾ ਫੈਸਟੀਵਲ ਕੀਤਾ ਚੰਡੀਗੜ੍ਹ 'ਚ, ਲੁਧਿਆਣਾ 'ਚ, ਤਲਵਾੜਾ 'ਚ। ਕੈਫੀ ਆਜਮੀ ਆਏ, ਜਿਹੜੇ ਮਿਊਜ਼ਿਕ ਡਾਇਰੈਕਟਰ ਕੁਲਦੀਪ ਸਿੰਘ ਉਹ ਆਏ, ਸਾਗਰ ਸਰਹੱਦੀ ਆਏ, ਹੰਗਲ ਹੁਰੀ ਆਏ। ਅਸੀਂ ਫਿਰ ਉਹਨਾਂ ਦਾ ਪੂਰਾ ਪੰਜਾਬ ਦੇ ਵਿੱਚ ਜਿਹੜਾ ਹੈ ਉਹ ਲੈ ਕੇ ਗਏ। ਇਹ 87-88 ਦੀਆਂ ਗੱਲਾਂ ਨੇ। ਸੋ ਜਿਹੜੇ ਪਸਾਰ ਨੇ ਜ਼ਿੰਦਗੀ ਦੇ ਇਸ ਤਰ੍ਹਾਂ ਨੇ। ਹੁਣ ਮੈਂ ਫੁੱਲੀ ਜਿਹੜਾ ਹੈ ਆਪਣੀ ਜਿਹੜੀਆਂ ਸਾਡੀਆਂ ਔਰਤਾਂ ਦੀਆਂ ਸਮੱਸਿਆਵਾਂ ਨੇ ਉਹਨਾਂ ਨੂੰ ਕੇਂਦਰਿਤ ਕਰ ਰਹੀ ਹਾਂ।
ਬਿਲਕੁਲ। ਅਸੀਂ ਤੁਹਾਡੇ ਜੀਵਨ ਦੇ ਜਿਹੜੇ ਵੱਖ-ਵੱਖ ਖੇਤਰ ਹੈ ਜਿਨ੍ਹਾਂ 'ਚ ਤੁਸੀਂ ਕੰਮ ਕੀਤਾ, ਅਧਿਆਪਨ ਦਾ, ਉਸ ਤੋਂ ਬਾਅਦ ਥੀਏਟਰ ਦਾ, ਉਹਦੇ ਬਾਰੇ ਗੱਲ ਕੀਤੀ। ਹੁਣ ਜਿਹੜਾ ਤੁਸੀਂ ਹੁਣ ਗੱਲ ਕਰ ਰਹੇ ਹੋ ਕਿ ਔਰਤ ਨੂੰ ਸਮਰਪਿਤ ਹੋ ਤੁਸੀਂ, ਹੁਣ ਆਪਣੇ ਆਪ ਨੂੰ ਕਹਿੰਦੇ ਨਾ ਪਿਆਰ, ਮੁਹੱਬਤ, ਗੁੱਸਾ, ਨਫ਼ਰਤ, ਦਿਲ ਵਿੱਚ ਕਈ ਖਜ਼ਾਨੇ, ਦਿਲ ਦਰਿਆ ਸਮੁੰਦਰਾਂ ਡੂੰਘੇ, ਕੌਣ ਦਿਲਾਂ ਦੀਆਂ ਜਾਣੇ। ਤੁਸੀਂ ਦਿਲਾਂ ਦੀਆਂ ਜਾਣਨ ਵਾਲਾ ਹੁਣ ਕੰਮ ਕਰਦੇ ਹੋ, ਜਿਨ੍ਹਾਂ ਨੂੰ ਪਰੇਸ਼ਾਨੀ ਆ, ਕੋਈ ਕਾਉਂਸਲਿੰਗ ਦੀ ਲੋੜ ਹੈ, ਤੁਸੀਂ ਉਹਨਾਂ ਨੂੰ ਉਹ ਰਸਤਾ ਦਿਖਾਉਂਦੇ ਹੋ। ਤੁਸੀਂ ਔਮਨ ਦੇ ਜਿਹੜੇ ਔਰਤ ਦੇ ਜਿਹੜੇ ਹੈਗੇ ਆ ਵਾਤਾਵਰਣ 'ਚ ਕੀ ਉਹਨਾਂ ਦੀ ਭੂਮਿਕਾ ਆ, ਜਾਂ ਫੂਡ ਸਿਕਿਉਰਿਟੀ ਦੇ ਵਿੱਚ ਔਰਤਾਂ ਕਿਵੇਂ ਆਪਣੀ ਭੂਮਿਕਾ ਦੇ ਸਕਦੀਆਂ, ਹੈਲਥ ਤੇ ਐਜੂਕੇਸ਼ਨ 'ਚ ਔਰਤਾਂ ਕੀ ਕਰ ਸਕਦੀਆਂ, ਇਹ ਸਾਰੇ ਜਿਹੜੇ ਮਸਲੇ ਆ ਮੈਡਮ, ਇਹ ਤੁਸੀਂ ਭਾਰਤੀ ਔਰਤ ਦੇ ਸੰਦਰਭ 'ਚ ਕਰਦੇ, ਜਾਂ ਤੁਸੀਂ ਮਤਲਬ ਕੈਨੇਡੀਅਨ ਔਰਤਾਂ ਜਿਹੜੀਆਂ ਉੱਥੋਂ ਦੀਆਂ ਸਥਾਨਕ ਔਰਤਾਂ ਬਾਰੇ ਨਹੀਂ ਗੱਲ ਤੁਹਾਡੀ, ਜ਼ਿਆਦਾ ਗੱਲ ਉਹਦੀ ਪੰਜਾਬੀ ਔਰਤਾਂ ਦੇ ਜਾਂ ਇੰਡੀਅਨ ਔਰਤਾਂ ਬਾਰੇ ਕਰਦੇ ਹੋ ਇਹ ਸਾਰੀ ਚਰਚਾ ਜੋ ਤੁਹਾਡੇ ਮਤਲਬ ਮੈਂ ਇਹਦੇ ਬਾਰੇ ਸਪਸ਼ਟ ਨਹੀਂ ਆ, ਤੁਸੀਂ ਜ਼ਰੂਰ ਇਹਦਾ ਸਪਸ਼ਟ ਕਰੋ। ਹਾਂਜੀ, ਜਦੋਂ ਮੈਂ ਕੈਨੇਡਾ 'ਚ ਹੁੰਨੀ ਆ ਕੁਲਜੀਤ ਜੀ, ਤਾਂ ਮੇਰੇ ਸਾਹਮਣੇ ਸਾਊਥ ਏਸ਼ੀਅਨ ਕਮਿਊਨਿਟੀ ਹੁੰਦੀ ਹੈ, ਜਿਵੇਂ ਅਸੀਂ 2017 'ਚ ਕਾਨਫਰੰਸ ਦਿਸ਼ਾ ਦੇ ਪਲੇਟਫਾਰਮ ਤੋਂ ਕੀਤੀ, ਤਾਂ ਉਹਦੇ ਵਿੱਚ ਸਾਡਾ ਜਿਹੜਾ ਸੋਸ਼ੀਓ ਕਲਚਰਲ ਜਿਹੜਾ ਸਾਡੀਆਂ ਚੈਲੰਜ ਸੀ ਔਰਤਾਂ ਦੇ ਸਾਹਮਣੇ, ਅਸੀਂ ਉਹਨੂੰ ਮੁਖਾਤਬ ਹੋਏ। ਤੇ ਜਦੋਂ ਮੈਂ ਹਿੰਦੁਸਤਾਨ 'ਚ ਹੁੰਨੀ ਆ, ਆਲਮੋਸਟ 5-6 ਮਹੀਨੇ ਮੈਂ ਇੱਥੇ ਹੁੰਨੀ, 5-6 ਮਹੀਨੇ ਹਿੰਦੁਸਤਾਨ 'ਚ ਹੁੰਨੀ ਆ। ਹੁਣ ਵੀ ਮੈਂ ਆਪਣੀ ਆਰਗੇਨਾਈਜੇਸ਼ਨ ਨੂੰ ਬਾਰ-ਬਾਰ ਕਹਿ ਰਹੀ ਹਾਂ ਕਿ ਮੈਨੂੰ ਆਪਣੀ ਜਿਹੜੀ ਇਸ ਰਿਸਪੌਂਸਿਬਿਲਿਟੀ ਤੋਂ ਮੁਕਤ ਕਰੋ, ਤਾਂ ਕਿ ਮੈਂ ਥੋੜਾ ਜਿਹਾ, ਕਿਉਂਕਿ ਜਦੋਂ ਹਿੰਦੁਸਤਾਨ 'ਚ ਹੁੰਨੀ ਆ ਤੇ ਉੱਥੇ ਔਰਤਾਂ ਦੇ ਮੁਖਤਲਿਫ ਇਸ਼ੂ ਨੇ। ਜੇ ਮੈਂ ਛੱਤੀਸਗੜ੍ਹ, ਮੈਨੂੰ ਜਿਹੜੀ ਸਾਡੀ ਛੱਤੀਸਗੜ੍ਹ ਦੇ ਵਿੱਚ ਜਿਵੇਂ ਬਸਤਰ ਹੈ, ਸੁਕਮਾ ਹੈ, ਜਿੱਥੇ ਬਹੁਤ ਜ਼ਿਆਦਾ ਸਾਡਾ ਮਾਓਵਾਦੀ ਬੈਲਟ ਜਿਹੜੀ ਹੈ, ਮੈਨੂੰ ਉਹਨਾਂ ਔਰਤਾਂ ਨਾਲ ਵੀ ਕੰਮ ਕਰਨ ਦਾ ਮੌਕਾ ਮਿਲਿਆ। ਤੇ ਇਸੇ ਤਰ੍ਹਾਂ ਹੀ ਮੈਂ ਹਰ ਸਾਲ ਜਿਹੜਾ ਹੈ ਕਸ਼ਮੀਰ ਦੇ ਵਿੱਚ 2017 ਤੋਂ ਲਗਾਤਾਰ ਜਾ ਰਹੀ ਹਾਂ। ਉੱਥੇ ਸਾਡੀਆਂ ਜਿਹੜੀਆਂ ਹਾਫ ਵਿਡੋਜ਼ ਨੇ, ਸ਼ਾਇਦ ਇਹ ਟਰਮ ਮੈਂ ਆਪਣੇ ਪਰਸਨਲ ਤੌਰ ਤੇ ਮੈਂ ਨਹੀਂ ਹੈ, ਪਰ ਇਹ ਦਿੱਤੀ ਗਈ ਉਹਨਾਂ ਨੂੰ, ਜਿਹੜੀਆਂ ਸਾਡੇ ਇਨਕਾਊਂਟਰ ਦੇ ਵਿੱਚ ਚਾਹੇ ਮਿਲਟਰੀ ਨੇ ਤੇ ਚਾਹੇ ਸਾਡੇ ਉੱਥੋਂ ਦੇ ਜਿਹੜੇ ਟੈਰਰਿਸਟ ਨੇ, ਉਹਨਾਂ ਦੇ ਪਤੀ ਜਾਂ ਉਹਨਾਂ ਦੇ ਜਿਹੜਾ ਹੈ ਉਹਨਾਂ ਨੂੰ ਉਹ ਲਾਪਤਾ ਹੋ ਗਏ, ਉਹਨਾਂ ਦੇ ਬੱਚਿਆਂ ਦੇ ਲਈ ਮੈਂ ਕੰਮ ਕਰ ਰਹੀ ਹਾਂ। ਤੇ ਅਸੀਂ ਜਾਂਦੇ ਹਾਂ ਹਰ ਸਾਲ, ਮੇਰੀ ਆਰਗੇਨਾਈਜੇਸ਼ਨ ਵੀ ਮੇਰੇ ਨਾਲ ਹੁੰਦੀ ਹੈ, ਤੇ ਅਸੀਂ ਉੱਥੇ ਉਹਨਾਂ ਬੱਚਿਆਂ ਦੇ ਲਈ ਕਰਦੇ ਹਾਂ। ਪਿੱਛੇ ਅਸੀਂ ਇਸ ਸਾਲ ਮੈਂ ਸਿਰਫ ਸਤੰਬਰ 'ਚ ਨਹੀਂ ਗਈ, ਜਦੋਂ 370 ਐਬਰੋਗੇਸ਼ਨ ਸੀ ਸਾਡਾ, ਜਦੋਂ ਉਹਦੇ 'ਚ 370 ਧਾਰਾ ਹਟਾਈ ਗਈ, ਤੇ ਮੈਂ ਤੇ ਮੇਰੀ ਨੈਸ਼ਨਲ ਜਨ ਸੈਕਟਰੀ ਯਾਨੀ ਰਾਜਾ, ਸਾਡੇ ਨਾਲ ਸਾਇਦਾ ਹਮੀਦ ਜਿਹੜੀ ਘੱਟ ਗਿਣਤੀ ਕਮਿਸ਼ਨ ਦੀ ਜਿਹੜੀ ਮੈਂਬਰ ਰਹੀ ਹੈ, ਸਾਇਦਾ ਹਮੀਦ ਜਿਹੜੀ ਮੁਸਲਿਮ ਵੂਮਨ ਦੇ ਵਿੱਚ ਕੰਮ ਕਰਦੀ ਹੈ, ਉਹ ਤਾਂ ਅਸੀਂ ਉਦੋਂ ਉਸ ਜਿਹੜਾ ਹੈ ਸੜ ਰਹੇ ਕਸ਼ਮੀਰ ਦੇ ਵਿੱਚ ਗਏ। ਮੈਂ ਉਹਦੇ ਲਈ ਮੈਂ ਆਪਣੇ ਆਪ ਨੂੰ ਤਸੱਲੀ ਦਿੰਨੀ ਆ, ਮੈਂ ਕੋਈ ਬਹੁਤ ਮਾਣ ਵਾਲੀ ਗੱਲ ਨਹੀਂ ਹੈ, ਪਰ ਅਸੀਂ ਉਹਨਾਂ ਇਲਾਕਿਆਂ ਦੇ ਵਿੱਚ ਉਹਨਾਂ ਔਰਤਾਂ ਨੂੰ ਮਿਲੇ, ਉਹਨਾਂ ਬੱਚਿਆਂ ਨੂੰ ਮਿਲੇ ਜਾ ਕੇ। ਸੋ ਜਦੋਂ ਕਸ਼ਮੀਰ ਸੜ ਰਿਹਾ ਸੀ, ਜਦੋਂ ਉਹਦੇ 'ਚ ਜਿਹੜਾ ਹੈ ਸਾਰੀ ਉਹਦੀ, ਉੱਥੇ ਕੋਈ ਪ੍ਰੈਸ ਨਹੀਂ ਸੀ, ਕੋਈ ਫੋਨ ਨਹੀਂ ਸੀ, ਫੋਨ ਵੀ ਨਹੀਂ ਸੀ ਸਾਡੇ ਕੋਲ ਇੱਕ ਦੂਸਰੇ ਨਾਲ ਮਿਲਣ ਦੇ ਲਈ। ਸੋ ਮੈਨੂੰ ਇਹ ਲੱਗਦਾ ਹੈ ਕਿ ਜਿਹੜਾ ਇਹ ਤਾਪਰੀ ਸਾਡੀ ਧਰਤੀ ਹੈ, ਮੈਂ ਜਿੱਥੇ ਵੀ ਹੋਵਾਂ ਤੇ ਉਹਦੇ ਤੇ ਜੇ ਠੰਡੇ ਪਾਣੀ ਦੇ ਛੱਟੇ ਮੇਰੇ ਵੱਲੋਂ ਮਾਰੇ ਜਾ ਰਹੇ ਨੇ, ਤੇ ਮੈਂ ਉਹਦੇ ਲਈ ਆਪਣੇ ਆਪ ਨੂੰ ਤਸੱਲੀ ਦਿੰਦੀ ਹਾਂ। ਤੇ ਜਦੋਂ ਅਸੀਂ ਦਿਸ਼ਾ ਸੰਸਥਾ ਇੱਥੇ ਬਣਾਈ ਸੀ ਕੈਨੇਡਾ ਦੇ ਵਿੱਚ, ਤੇ ਮੇਰਾ ਖਿਆਲ ਹੈ ਉਸ ਤੋਂ ਪਹਿਲਾਂ ਕਦੇ ਕਿਸੇ ਨੇ, ਅਸੀਂ ਮਾਤਾ ਹਰਨਾਮ ਕੌਰ ਕਰਤਾਰ ਕੌਰ ਨਾਮ ਦਾ ਅਸੀਂ ਉਸ ਸਾਡੇ ਹਾਲ ਦਾ ਨਾਮ ਰੱਖਿਆ ਸੀ, ਕਿਉਂਕਿ ਮੈਂ ਪਿਛਲੇ ਦਿਨਾਂ ਦੇ ਵਿੱਚ ਇੱਕ ਪਰਿਵਾਰਕ ਮਸਲੇ ਦੇ ਸੰਬੰਧ ਦੇ ਵਿੱਚ ਗੁਰਦੁਆਰੇ 'ਚ ਗਈ, ਤੇ ਮੈਂ ਜਾਣ ਕੇ ਜਾ ਕੇ ਉੱਥੇ ਇੱਕ 45-50 ਸਾਲ ਦੇ ਭਾਈ ਜੀ ਸਨ, ਤਾਂ ਮੈਂ ਉਹਨਾਂ ਨੂੰ ਪੁੱਛਿਆ ਤੁਹਾਨੂੰ ਪਤਾ ਵੀ ਪਹਿਲਾ ਗੁਰਦੁਆਰਾ ਕਦੋਂ ਬਣਿਆ? ਉਹਨਾਂ ਨੂੰ ਨਹੀਂ ਸੀ ਪਤਾ। ਤੇ ਸਾਡੀਆਂ ਇੱਥੋਂ ਦੀਆਂ ਔਰਤਾਂ ਨੂੰ ਇਹ ਪਤਾ ਹੋਣਾ ਚਾਹੀਦਾ ਹੈ ਕਿ ਇਹ ਪਰਿਵਾਰਾਂ ਦੇ ਇੱਥੇ ਰਹਿਣ ਦੇ ਲਈ ਉਹਨਾਂ ਔਰਤਾਂ ਦਾ ਬਹੁਤ ਵੱਡਾ ਯੋਗਦਾਨ ਹੈ, ਜਿਹੜੀਆਂ 6-6 ਮਹੀਨੇ ਤੇ ਕੈਦ 'ਚ ਵੀ ਰਹੀਆਂ, ਜਦੋਂ 1912 ਦੇ ਵਿੱਚ ਮਾਤਾ ਕਰਤਾਰ ਕੌਰ ਹਰਨਾਮ ਕੌਰ ਇੱਥੇ ਆਉਂਦੀਆਂ ਨੇ। ਤੇ ਗੁਰਦੁਆਰਾ ਜਦੋਂ ਲੈ ਕੇ ਆਉਂਦੇ ਨੇ, ਗੁਰਦੁਆਰਾ ਬਣਦਾ ਹੈ 1906 ਦੇ ਵਿੱਚ, ਜਦੋਂ ਗੁਰੂ ਗ੍ਰੰਥ ਸਾਹਿਬ ਉੱਥੋਂ ਚੱਕ ਕੇ ਭਾਈ ਹੀਰਾ ਸਿੰਘ, ਭਾਈ ਮੇਵਾ ਸਿੰਘ ਲੈ ਕੇ ਆਉਂਦੇ ਨੇ। ਸੋ ਇਹ ਮੈਂ ਜਦੋਂ ਇੱਥੇ ਆਈ, ਮੈਨੂੰ ਸੀ ਕਿ ਮੈਂ ਜੇ ਇੱਥੇ ਆ ਕੇ ਮੇਰੇ ਬੇਟੇ ਨੇ ਰਹਿਣਾ, ਮੇਰਾ ਆਉਣ ਜਾਣ ਲੱਗਾ ਰਹਿਣਾ ਹੈ, ਤੇ ਮੈਨੂੰ ਇੱਥੋਂ ਦੀ ਸਾਡੀ ਸਾਊਥ ਏਸ਼ੀਅਨ ਹਿਸਟਰੀ ਬਾਰੇ, ਕਮਿਊਨਿਟੀ ਬਾਰੇ, ਤੇ ਈਵਨ ਕਿ ਜਿਹੜੀ ਹੋਸਟ ਕਮਿਊਨਿਟੀਜ਼ ਆਫ ਕੈਨੇਡਾ ਹੈ, ਜਿਵੇਂ ਸਾਡੇ ਸਪੈਨਿਸ਼ ਹੈ,
ਜਰਮਨ ਹੈ ਜਾਂ ਸਾਡੇ ਬਹੁਤ ਸਾਰਾ ਜ਼ਿਆਦਾ ਇੱਥੇ ਫ੍ਰੈਂਚ ਨੇ, ਤਾਂ ਉਹਨਾਂ ਬਾਰੇ ਜਾਣਨਾ ਸਮਝਣ ਦੀ ਮੈਂ ਇੱਥੇ ਆ ਕੇ ਕੋਸ਼ਿਸ਼ ਕੀਤੀ, ਤਾਂ ਹੀ ਤੁਸੀਂ ਇੱਥੇ ਜਿਹੜਾ ਹੈ ਕਰ ਸਕਦੇ ਹੋ। ਸੋ ਮੇਰਾ ਇਹ ਕਹਿਣਾ ਹੈ ਕਿ ਜੇ ਮੈਂ ਹਿੰਦੁਸਤਾਨ ਦੇ ਵਿੱਚ ਆ ਤੇ ਉਹਨਾਂ ਓਵਰਆਲ ਵਰਲਡ ਦੀਆਂ ਔਰਤਾਂ ਦੀਆਂ ਸਮੱਸਿਆਵਾਂ ਜਿਹੜੀਆਂ ਨੇ ਉਹ ਥੋੜੇ ਬਹੁਤੇ ਫਰਕ ਨਾਲ ਸੇਮ ਨੇ, ਪਰ ਕਿਉਂਕਿ ਕਲਚਰਲ ਡਿਫਰੈਂਸ ਹੋਣ ਕਰਕੇ ਸਾਡੀਆਂ ਜਿਹੜੀਆਂ ਪਰਿਵਾਰਾਂ ਦੀਆਂ ਸੋਸ਼ਲ ਸਟਰਕਚਰ ਦੇ ਵਿੱਚ ਜਿਹੜਾ ਸਾਡਾ ਜਿਹੜਾ ਇੱਕ ਕਿਓਸ ਹੈ ਉਹ ਸਾਡੀਆਂ ਕਲਚਰਲ ਸੁਸਾਇਟੀਜ਼ ਦੇ ਵਿੱਚ ਡਿਫਰੈਂਟ ਹੈ। ਸੋ ਇਸ ਕਰਕੇ ਮੈਂ ਸਮਝਦੀ ਹਾਂ ਕੈਨੇਡਾ ਦਾ ਜਿਹੜਾ ਸਾਊਥ ਏਸ਼ੀਅਨ ਸਾਡੀਆਂ ਔਰਤਾਂ ਨੇ, ਇਹਨਾਂ ਦੇ ਸਾਹਮਣੇ ਜਦੋਂ ਉਹ ਪਰਿਵਾਰਾਂ ਦੇ ਵਿੱਚ ਹੁੰਦੀਆਂ ਨੇ ਉਹਨਾਂ ਦਾ ਕਿਓਸ ਇੱਕ ਵੱਖਰਾ ਹੈ। ਜਦੋਂ ਉਹ ਇੱਥੋਂ ਦੇ ਲਾਅ ਦੇ ਨਾਲ ਤੇ ਸਾਡੀ ਐਡਮਿਨਿਸਟ੍ਰੇਸ਼ਨ ਨਾਲ ਤੇ ਕੈਨੇਡੀਅਨ ਰੂਲ ਦੇ ਨਾਲ ਬੋਲਦੀਆਂ ਨੇ ਜਾਂ ਤਰਫ ਉਹਨਾਂ ਦਾ ਹੁੰਦਾ ਜਾਂ ਉਹਨਾਂ ਦਾ ਵਾਸਤਾ ਪੈਂਦਾ ਹੈ, ਉਹਨਾਂ ਲਈ ਵੱਖਰੇ ਰੂਲਸ ਨੇ। ਸੋ ਇਹਨਾਂ ਚੀਜ਼ਾਂ ਕਰਕੇ ਹੀ ਅਸੀਂ ਦਿਸ਼ਾ ਬਣਾਈ ਤਾਂ ਕਿ ਅਸੀਂ ਇੱਕ ਔਰਤਾਂ ਨੂੰ ਪਲੇਟਫਾਰਮ ਦੇ ਸਕੀਏ ਇੱਥੇ, ਕਿ ਸਾਡੀਆਂ ਔਰਤਾਂ ਜਿਹੜੀਆਂ ਨੇ ਆਪਣੀ ਗੱਲ ਕਹਿ ਸਕਣ, ਅਸੀਂ ਔਰਤਾਂ ਸਮਝ ਸਕੀਏ। ਦਿਸ਼ਾ ਕਿੰਨੀ ਕਾਮਯਾਬ ਹੋਈ ਹੈ ਕਿੰਨੀ ਨਹੀਂ ਇਹ ਤਾਂ ਫਿਊਚਰ ਹੀ ਦੱਸੇਗਾ ਕਿ ਉਹਨਾਂ ਮਸਲਿਆਂ ਦੇ ਰੂਬਰੂ ਹੋਣ ਦੇ ਲਈ। ਤੇ ਅਸੀਂ ਜਿਹੜੀ 17 ਦੀ ਕਾਨਫਰੰਸ ਕੀਤੀ ਉਹਦੇ ਵਿੱਚ ਅਸੀਂ ਸਾਰੀਆਂ ਸਾਊਥ ਏਸ਼ੀਅਨ ਕੰਟਰੀਜ਼, ਇਵਨ ਕਿ ਸਾਊਥ ਈਸਟ ਏਸ਼ੀਅਨ ਕੰਟਰੀਜ਼ ਨੂੰ ਵੀ ਬੁਲਾਇਆ, ਜਿਹਦੇ ਵਿੱਚ ਸਾਡੀਆਂ 13 ਦੇਸ਼ਾਂ ਦੀਆਂ ਔਰਤਾਂ ਸ਼ਾਮਲ ਹੋਈਆਂ। ਸੋ ਸਾਡਾ ਇਸੇ ਤਰ੍ਹਾਂ ਅਸੀਂ ਸਿੱਖ ਵੂਮਨ ਦੇ ਉੱਤੇ ਕਾਨਫਰੰਸ ਕੀਤੀ, ਸਿੱਖ ਮਸਲਿਆਂ ਦੇ ਉੱਤੇ 2019 ਚ ਬਾਬਾ ਨਾਨਕ ਨੂੰ ਸਮਰਪਿਤ, ਜਦੋਂ ਉਹਨਾਂ ਦਾ 550 ਸਾਲਾ ਸੀ, ਤੇ ਅਸੀਂ ਸਿਰਫ ਫੋਕਸ ਕੀਤਾ ਸਿੱਖ ਔਰਤਾਂ ਦੀਆਂ ਸਮੱਸਿਆਵਾਂ ਨੂੰ। ਇਸੇ ਤਰ੍ਹਾਂ ਜਦੋਂ ਹਿੰਦੁਸਤਾਨ ਦੇ ਵਿੱਚ ਹੈ ਤਾਂ ਉੱਥੇ ਕੰਟਰਾਡਿਕਸ਼ਨ ਥੋੜੀਆਂ ਡਿਫਰੈਂਟ ਨੇ, ਕਿਉਂਕਿ ਉੱਥੇ ਜਿਹੜੀਆਂ ਇੰਪਲੀਮੈਂਟਿੰਗ ਏਜੰਸੀਜ਼ ਨੇ ਸਾਨੂੰ ਉੱਥੇ ਉਹਨਾਂ ਦੇ ਨਾਲ ਸਾਨੂੰ ਬਹੁਤ ਵਾਸਤਾ ਜਿਹੜਾ ਹੈ ਪੈਂਦਾ ਹੈ ਕਿ ਰੂਲਸ ਤਾਂ ਹੈਗੇ ਨੇ ਪਰ ਉੱਥੇ ਇੰਪਲੀਮੈਂਟ ਨਹੀਂ ਹੁੰਦਾ। ਜਿਵੇਂ ਛੱਤੀਸਗੜ੍ਹ ਦੀਆਂ ਔਰਤਾਂ ਦੀਆਂ ਥੋੜੀਆਂ ਡਿਫਰੈਂਟ ਪ੍ਰੋਬਲਮਸ ਨੇ। ਜਦੋਂ ਤੁਸੀਂ ਉਧਰ ਜਿਹੜਾ ਹੈ ਬਿਲਕੁਲ ਵਸਤਰ ਜਾਂਦੇ ਹੋ ਜਾਂ ਤੁਸੀਂ ਜਿਹੜਾ ਸੁਕਮਾ ਦੇ ਵਿੱਚ ਜਾਂਦੇ ਹੋ, ਜਿਹੜਾ ਬਿਲਕੁਲ ਜਿਹੜਾ ਆਦੀਵਾਸੀ ਏਰੀਆ, ਜਦੋਂ ਤੁਸੀਂ ਦਿੱਲੀ ਦੀ ਔਰਤ ਦੇ ਨਾਲ ਗੱਲ ਕਰਦੇ ਹੋ ਉਹਨਾਂ ਦੀਆਂ ਸਮੱਸਿਆਵਾਂ ਤਾਂ ਜਿਹੜੀਆਂ ਪੈਟਰੀਆਰਕੀ ਦੀਆਂ ਉਹ ਸੇਮ ਹੁੰਦੀਆਂ ਨੇ, ਪਰ ਸਾਡੀਆਂ ਜਿਹੜੀਆਂ ਫਿਊਡਲ ਤੇ ਖਾਸ ਕਰਕੇ ਸਾਡੇ ਉਹ ਜਿਹੜੇ ਉਸ ਪੜ੍ਹੀ ਲਿਖੀ ਔਰਤ ਦੇ ਸਾਹਮਣੇ ਵੀ ਚੈਲੰਜ ਨੇ। ਇੱਕ ਜਿਹੜੀ ਗ੍ਰਾਸ ਰੂਟ ਦੀ ਔਰਤ ਹੈ, ਵਰਕਰ ਹੈ ਸਾਡੀ, ਖਾਸ ਕਰਕੇ ਜਿਹੜੀ ਮਜ਼ਦੂਰ ਔਰਤ ਹੈ, ਉਹਦੀਆਂ ਵੀ ਸਮੱਸਿਆਵਾਂ ਨੇ। ਤੇ ਤੁਹਾਨੂੰ ਉਸ ਤਰੀਕੇ ਦੇ ਨਾਲ ਜਿਹੜਾ ਹੈ ਦੇਖਣਾ ਪੈਂਦਾ। ਜਦੋਂ ਮੈਂ ਇੱਥੇ ਕਿਉਂਕਿ ਮੈਂ ਇੱਥੋਂ ਦੀ ਲਾਇਸੈਂਸ ਸੋਸ਼ਲ ਵਰਕਰ ਵੀ ਹਾਂ, ਕਾਉਂਸਲਿੰਗ ਕਰ ਸਕਦੀ ਹਾਂ, ਤਾਂ ਇੱਥੋਂ ਦੀਆਂ ਸਾਡੀਆਂ ਜਿਹੜੀਆਂ ਕੁੜੀਆਂ ਨੌਜਵਾਨ ਬਹੁਤ ਆਉਂਦੀਆਂ ਨੇ ਮੇਰੇ ਕੋਲ, ਉਹਨਾਂ ਦੀ ਇਹ ਚੈਲੰਜ ਡਿਫਰੈਂਟ ਨੇ। ਉਹਨਾਂ ਦੇ ਪੇਰੈਂਟਸ ਦਾ ਜਿਹੜਾ ਦਬਾਅ ਹੈ, ਇੱਥੋਂ ਦੇ ਜਿਹੜੇ ਚੈਲੰਜ ਨੇ ਉਹ ਕੌਨਫੀਡੈਂਟ। ਅਸੀਂ ਉੱਥੇ, ਮੈਂ ਥੋੜੀ ਜਿਹੀ ਗੱਲ ਲੰਬੀ ਹੋ ਰਹੀ ਹੈ ਪਤਾ ਨਹੀਂ, ਜਿਹੜਾ ਹੈ ਜਦੋਂ ਕੁੜੀਆਂ ਉੱਥੇ ਸਾਡੀਆਂ ਹਿੰਦੁਸਤਾਨ ਚ ਨੇ, ਸਾਡੀ ਨੌਜਵਾਨ ਕੁੜੀ 18 ਸਾਲ ਦੀ, ਉਹਨੂੰ ਪੇਰੈਂਟਸ ਘਰੋਂ ਬਾਹਰ ਨਿਕਲਣ ਨਹੀਂ ਦੇ ਰਹੇ, ਕੌਨਫੀਡੈਂਸ ਨਹੀਂ ਹੈ। ਜਦੋਂ ਇੱਥੇ ਮੋਸਟ ਐਡਵਾਂਸ ਕੰਟਰੀਜ਼ ਦੇ ਵਿੱਚ ਉਹ ਆਉਂਦੀ ਹੈ, ਉਹਦੇ ਕੋਲ ਕੌਨਫੀਡੈਂਸ ਨਹੀਂ ਹੁੰਦਾ, ਫਿਰ ਬਹੁਤ ਸਾਰੇ ਲੋਕ ਉਹਨੂੰ ਐਕਸਪਲੋਇਟ ਕਰਦੇ ਨੇ। ਤੇ ਉਹਦੇ ਸਾਹਮਣੇ ਇੱਕ ਡਬਲ ਚੈਲੰਜ ਜਿਹੜਾ ਹੈ, ਇੱਕ ਇਸ ਸੁਸਾਇਟੀ ਚ ਐਡਜਸਟ ਹੋਣ ਦਾ, ਤੇ ਦੂਸਰਾ ਜਿਹੜਾ ਹੈ ਉਹਦਾ ਇੱਕ ਜਿਹੜਾ ਆਪਣਾ ਕੌਨਫੀਡੈਂਸ ਨਾ ਹੋਣ ਦਾ ਹੈ। ਇਹ ਪੇਰੈਂਟਸ ਦੀ ਜ਼ਿੰਮੇਵਾਰੀ ਹੈ। ਜਿਵੇਂ ਹੁਣ ਪਿੱਛੇ ਜੇ ਮੈਂ ਕਈ ਪ੍ਰੋਗਰਾਮ ਕੀਤੇ ਜਿਹੜੇ ਸਾਡੀਆਂ ਮੈਰਿਜਸ ਨੇ, ਜਿਹੜੀਆਂ ਆਹ ਫੇਕ ਮੈਰਿਜ ਨੇ ਜਾਂ ਸਾਡੇ ਕੰਟਰੈਕਟ ਮੈਰਿਜ ਨੇ, ਜਾਂ ਜਿਹੜੀਆਂ ਐਲਟਸ ਕਰਕੇ ਕੁੜੀਆਂ ਆਉਂਦੀਆਂ ਨੇ, ਉਹਦੇ ਵਿੱਚ ਦੋਨੇ ਮਾਪੇ ਹੀ, ਕੁੜੀ ਦੇ ਮਾਪੇ ਵੀ ਤੇ ਮੁੰਡੇ ਦੇ ਮਾਪੇ ਵੀ, ਉਹ ਟ੍ਰੇਡ ਕਰਦੇ ਨੇ, ਉਹ ਮੈਰਿਜ ਨਹੀਂ ਕਰਦੇ। ਸੋ ਸਾਨੂੰ ਉਸ ਨਜ਼ਰੀਏ ਤੋਂ ਵੀ ਉਹਨੂੰ ਦੇਖਣਾ ਪਏਗਾ। ਬਿਲਕੁਲ। ਮੈਮ ਅੱਜ ਕੱਲ ਤਾਂ ਤੁਸੀਂ ਅਖਬਾਰਾਂ 'ਚ ਦੇਖੋ ਤੇ ਇਸ ਤਰ੍ਹਾਂ ਦੇ ਬਹੁਤ ਸਾਰੇ ਇਸ਼ਤਿਹਾਰ ਮੈਟਰੀਮੋਨੀਅਲਸ ਮਿਲ ਜਾਂਦੇ ਆ, ਜਿਹਦੇ 'ਚ ਆਈਲੈਟਸ ਦੀ ਜਿਹੜੀ ਕੰਡੀਸ਼ਨ ਹੈ ਉਹਨੂੰ ਲੈ ਕੇ ਰਿਸ਼ਤਾ ਕੀਤਾ ਜਾਂਦਾ ਹੈ। ਇੱਕ ਵੱਖਰੀ ਤਰ੍ਹਾਂ ਦਾ ਪੰਜਾਬ ਦਾ ਸੱਭਿਆਚਾਰ ਕਿੱਧਰ ਨੂੰ ਤੁਰ ਰਿਹਾ, ਇੱਕ ਅਲੱਗ ਮਸਲਾ ਹੈ, ਇਹ ਤੇ ਚਿੰਤਨ ਕਰਨ ਦੀ ਸਾਨੂੰ ਲੋੜ ਹੈਗੀ ਹੈ। ਤੇ ਮੈਮ ਜਦੋਂ ਤੁਸੀਂ ਗੱਲ ਕਰਦੇ ਹੋ ਔਰਤਾਂ ਦੀ ਮਾਨਸਿਕ ਸਿਹਤ ਦੀ ਗੱਲ ਕਰਦੇ ਹੋ, ਤੇ ਕੀ ਜਿਹੜੀ ਤੁਸੀਂ ਜਿਹੜਾ ਕੈਨੇਡਾ ਦੀ ਪੰਜਾਬੀ ਨਾਰੀ ਕਾਵ, ਸਾਡੇ ਕੋਲ ਬਹੁਤ ਵਧੀਆ ਕਵਿਤਰੀਆਂ ਕੈਨੇਡਾ ਦੀਆਂ, ਟੋਰਾਂਟੋ 'ਚ ਮੈਡਮ ਸੁਰਜੀਤ, ਮੈਡਮ ਪਰਮਜੀਤ ਦਿਓਲ ਸਾਡੇ ਸਾਹਮਣੇ ਮੈਨੂੰ ਸਕਰੀਨ ਤੇ ਨਜ਼ਰ ਆ ਰਹੇ ਨੇ, ਮੈਡਮ ਰਿਸ਼ਪਾਲ ਕੌਰ ਗਿੱਲ ਨਜ਼ਰ ਆ ਰਹੇ ਨੇ, ਤੇ ਸਾਡੇ ਮੀਡੀਆ ਨਾਲ ਜੁੜੇ ਨਵਜੋਤ ਢਿੱਲੋਂ ਨਜ਼ਰ ਆ ਰਹੇ ਨੇ। ਤਾਂ ਇਹ ਸਾਰੀਆਂ ਸ਼ਖਸੀਅਤਾਂ ਜਿਨ੍ਹਾਂ ਨੇ ਆਪਣਾ ਮਾਣਮੱਤਾ ਸਥਾਨ ਬਣਾਇਆ ਕੈਨੇਡਾ ਦੇ ਵਿੱਚ ਆ ਕੇ,
ਤੇ ਨਾਰੀ ਕਾਵ ਜਿਹੜਾ ਇਹਨਾਂ ਨੇ ਲਿਖਿਆ ਹੈ, ਤੁਸੀਂ ਸਮਝਦੇ ਹੋ ਕਿ ਉਸ ਨਾਰੀ ਕਾਵ ਦੇ ਵਿੱਚ ਆਪਣੇ ਅਚੇਤ ਵਿੱਚ ਪੰਜਾਬ ਦੇ ਵਿੱਚ ਜੋ ਨਾਰੀ ਦੀ ਸਥਿਤੀ ਸੀ ਉਹ ਹਾਲੇ ਵੀ ਇਹਨਾਂ ਦੀਆਂ ਕਵਿਤਾਵਾਂ ਚੋਂ ਨਜ਼ਰ ਆਉਂਦੀ ਹੈ, ਜਾਂ ਕੁਝ ਇੱਕ ਡਿਫਰੈਂਟ ਤਰ੍ਹਾਂ ਦੀ ਔਰਤ ਦਾ ਇਮੇਜ ਹੈ ਇਹਨਾਂ ਦੀਆਂ ਰਚਨਾਵਾਂ ਦੇ ਵਿੱਚ? ਜਦੋਂ ਤੁਸੀਂ ਨਾਰੀ ਕਾਵ ਦੀ ਗੱਲ ਕੀਤੀ ਹੈ ਨਾ, ਮੈਂ ਉਹਨੂੰ ਲੈ ਕੇ ਗੱਲ ਕਰੀ ਕਿਉਂਕਿ ਤੁਸੀਂ ਕਿਤਾਬ, ਇੱਕ ਪੁਸਤਕ ਦਾ ਸੰਪਾਦਨ ਕੀਤਾ ਹੈ, ਉਹਦੇ ਆਧਾਰ ਤੇ ਥੋੜੀ ਜਿਹੀ ਗੱਲ ਅਸੀਂ ਇਸ ਪਾਸੇ ਦੇ ਕਰੀਏ ਤੇ ਬਹੁਤ ਚੰਗਾ ਲੱਗੇ। ਇੱਕ ਤੇ ਮੈਂ ਇਹ ਕਹਾਂਗੀ ਕਿ ਜਿੰਨੀਆਂ ਔਰਤਾਂ ਸਾਡੇ ਇਸ ਯੂਮ ਪ੍ਰੋਗਰਾਮ 'ਚ ਨੇ ਸਾਰੀਆਂ ਸੁਚੇਤ ਔਰਤਾਂ ਨੇ, ਪਰ ਉਹਨਾਂ ਦੇ ਆਪਣੇ ਵੀ ਕੁਝ ਵੀਕਨੈਸਿਸ, ਕੁਝ ਆਪਣੇ ਟੈਬੂਜ਼ ਹੁੰਦੇ ਨੇ, ਕਿਉਂਕਿ ਉਹ ਕਲਚਰਲ ਟੈਬੂਜ਼ ਨੇ, ਉਹ ਇੱਕੋ ਸਦੀ ਦੇ ਵਿੱਚ ਜਾਂ ਇੱਕ ਲਾਈਫ ਟਾਈਮ 'ਚੋਂ ਨਹੀਂ ਨਿਕਲਦੇ। ਅਸੀਂ ਬਹੁਤ ਸਾਰਾ ਕੁਝ ਪਿੱਛੋਂ ਵੀ ਲੈ ਕੇ ਆਨੇ ਆ। ਸੋ ਜਿਹੜੀਆਂ ਔਰਤਾਂ ਸਾਡੀਆਂ, ਜਿਹੜੀਆਂ ਖਾਸ ਕਰਕੇ ਕੈਨੇਡੀਅਨ ਧਰਤੀ ਦੇ ਉੱਤੇ ਬੈਠੀਆਂ ਹੋਈਆਂ ਔਰਤਾਂ ਨੇ, ਉਹ ਇੱਕ ਜਿਹੜਾ ਸੋਸ਼ੋ ਕਲਚਰਲ ਸਾਡਾ ਜਿਹੜਾ ਗਾਰਬੇਜ ਹੈ, ਅਸੀਂ ਜਿਹੜਾ ਸਾਡਾ ਸਦੀਆਂ ਤੋਂ ਸਾਡੀਆਂ ਮਾਵਾਂ ਨੇ, ਸਾਡੀ ਸੁਸਾਇਟੀ ਨੇ, ਖਾਸ ਕਰਕੇ ਸਾਡੇ ਪਰਿਵਾਰਾਂ ਨੇ ਸਾਨੂੰ ਬੰਧਨ 'ਚ ਪਾਇਆ ਹੋਇਆ ਹੈ, ਉਹ ਇੱਥੇ ਅਸੀਂ ਤੋੜ ਰਹੇ ਹਾਂ। ਉਹਨੂੰ ਅਸੀਂ ਇੱਕ ਜਿਸ ਤਰ੍ਹਾਂ ਕ੍ਰਸ਼ ਕਰਨ ਦੀ ਕੋਸ਼ਿਸ਼ ਕਰ ਰਹੇ ਹਾਂ ਅਗੇਂਸਟ ਆਲ ਆਡਸ। ਜੇ ਨਵਜੋਤ ਢਿੱਲੋਂ ਇੱਕ ਵਧੀਆ ਸ਼ੋਅ ਕਰ ਰਹੀ ਹੈ, ਸੁਰਜੀਤ ਵਧੀਆ ਕਵਿਤਾ ਲਿਖ ਰਹੀ ਹੈ, ਬਨੀਤਾ ਸਾਡੇ ਕੋਲ ਬੈਠੇ ਹੋਏ ਨੇ, ਤੇ ਜਦੋਂ ਅਸੀਂ ਕੂੰਜਾਂ ਐਡਿਟ ਕਰ ਰਹੇ ਸੀ ਮੈਂ ਤੇ ਸੁਰਜੀਤ, ਤਾਂ ਉਦੋਂ ਸਾਡੇ ਕੋਲ ਸਭ ਤੋਂ ਜ਼ਿਆਦਾ ਜਿਹੜੀਆਂ ਹਰ ਔਰਤ ਨੇ ਜਿਹੜੀ ਕਵਿਤਾ ਲਿਖੀ, ਅਸੀਂ 5 ਕਵਿਤਾਵਾਂ ਮੰਗੀਆਂ ਸੀ ਕਿ ਅਸੀਂ ਉਹਦੇ ਵਿੱਚੋਂ ਉਹਨੂੰ ਐਡਿਟ ਕਰਾਂਗੇ। ਹਰ ਔਰਤ ਨੇ ਘਰ ਬਾਰੇ ਕਵਿਤਾ ਲਿਖੀ, ਤੇ ਉਦੋਂ ਮੈਂ ਸੁਰਜੀਤ ਨੂੰ ਕਿਹਾ ਸੀ ਵੀ ਸੁਰਜੀਤ, ਆਪਾਂ ਇੱਕ ਘਰ ਦੇ ਔਰਤਾਂ ਦੀ ਜਿਹੜੀ ਘਰ ਦੇ ਬਾਰੇ ਉਹਨਾਂ ਦਾ ਕੀ ਹੈ, ਉਹ ਬੇਘਰੀਆਂ ਕਿਉਂ ਨੇ, ਜਾਂ ਉਹ ਕਿਸ ਤਰੀਕੇ ਨਾਲ ਆਪਾਂ ਇੱਕ ਘਰਾਂ ਦੇ ਉੱਤੇ ਵੀ ਇੱਕ ਪੂਰੀ ਦੀ ਪੂਰੀ ਐਡਿਟ ਕਰ ਸਕਦੇ ਹਾਂ। ਕਿਤਾਬ ਇੰਨਾ ਕੁ ਮਸਾਲਾ ਸੀ, ਉਹ ਸ਼ਾਇਦ ਸੁਰਜੀਤ ਕੋਲੇ ਪਿਆ ਹੋਵੇ। ਤਾਂ ਇਹ ਔਰਤ ਦੀ, ਚਾਹੇ ਅਸੀਂ ਜਿਸ ਤਰ੍ਹਾਂ ਮੈਂ ਹੁਣੇ ਸੰਕੇਤ ਮਾਤਰ ਉਹਨਾਂ ਕੁੜੀਆਂ ਦੀ ਗੱਲ ਕੀਤੀ ਜਿਹੜੀਆਂ ਪ੍ਰਵਾਸ ਕਰਕੇ ਇੱਥੇ ਆਉਂਦੀਆਂ ਨੇ, ਤਾਂ ਉਹ ਇਹ ਬਹੁਤ ਕੁਝ ਜਿਹੜਾ ਹੈ ਉਹ ਲੈ ਕੇ ਆਉਂਦੀਆਂ ਨੇ ਉਸ ਕਲਚਰ ਦਾ, ਜਿਸ ਦੇ ਵਿੱਚ ਔਰਤ ਨੂੰ ਹੀਣ, ਔਰਤ ਨੂੰ ਦੁਜੈਲੀ, ਔਰਤ ਨੂੰ ਜਿਹੜਾ ਹੈ ਨਿਕੰਮੀ ਕਿਹਾ ਜਾਂਦਾ ਹੈ। ਪਰ ਔਰਤ ਨੇ ਪਿਛਲੇ, ਮੈਂ ਹਮੇਸ਼ਾ ਹੀ ਇਹ ਕਹਿਣੀ ਹੁੰਦੀ ਹਾਂ ਕਿ ਸਾਡੇ ਸਮਾਜ ਨੇ, ਚਾਹੇ ਉਹ ਲਹਿੰਦਾ ਪੰਜਾਬ ਹੈ, ਚਾਹੇ ਉਹ ਚੜ੍ਹਦਾ ਪੰਜਾਬ ਹੈ, ਤਾਂ ਉਹਦੇ ਵਿੱਚ ਔਰਤ ਨੂੰ ਉਹਨਾਂ ਨੇ ਪੜ੍ਹਨ ਦੇ ਅਧਿਕਾਰ ਦੇ ਦਿੱਤੇ ਨੇ। ਆਫਟਰ 47 ਉਹਨੂੰ ਕੰਮ ਕਰਨ ਦਾ ਅਧਿਕਾਰ ਵੀ ਮਿਲ ਗਿਆ, ਕਿਉਂਕਿ ਇਕਨੋਮਿਕਲੀ ਉਹਨੇ ਸਾਊਂਡ ਹੋਣਾ, ਪਰ ਉਹਨੂੰ ਜ਼ਿੰਦਗੀ ਦੇ ਆਪਣੇ ਫੈਸਲੇ ਕਰਨ ਦਾ ਵੀ ਅਧਿਕਾਰ ਨਹੀਂ ਦਿੱਤਾ। ਉਹ ਯਾਤਰਾ ਹਜੇ ਅਸੀਂ ਤੈਅ ਕਰਨੀ ਹੈ। ਉਹ ਚਾਹੇ ਇੱਥੇ ਸਾਡੀਆਂ ਕੁੜੀਆਂ ਵਿਆਹ ਕੇ ਇੱਥੇ ਆ ਜਾਂਦੀਆਂ ਨੇ, ਹੁਣ ਉਹ ਉਲਟ ਫੇਰ ਹੋ ਰਿਹਾ ਕਿ ਕੁੜੀਆਂ ਮੁੰਡਿਆਂ ਨੂੰ ਵਿਆਹ ਕੇ ਲਿਆ ਰਹੀਆਂ ਨੇ। ਇਹ ਵੀ ਇੱਕ ਟ੍ਰੇਡ ਹੈ। ਇਹ ਵੀ ਮਾਪੇ ਜਿਹੜੇ ਨੇ ਆਪਣੇ ਮੁੰਡੇ ਦੇ ਉੱਤੇ ਤਾਂ 15 ਲੱਖ ਰੁਪਇਆ ਖਰਚ ਕਰ ਦਿੰਦੇ ਨੇ, ਪਰ ਕੁੜੀ ਜਿਹੜੀ ਆਇਲਟਸ ਕਰਕੇ ਜਦੋਂ ਆਉਂਦੀ ਹੈ ਤੇ ਉੱਥੇ ਵੀ ਮਾਪੇ, ਸਾਨੂੰ ਇਹ ਸਮਝਣਾ ਪਏਗਾ ਕਿ ਉੱਥੇ ਵੀ ਮਾਪੇ ਕੁੜੀ ਦੇ ਨਾਲ ਦੁਜੈਲਾ ਰਿਸ਼ਤਾ ਕੁੜੀ ਦਾ ਹੈ, ਕੁੜੀ ਨਾਲ ਡਿਸਕ੍ਰਿਮੀਨੇਟ ਕਰ ਰਹੇ ਹੁੰਦੇ ਨੇ। ਇਹ ਅਸੀਂ ਸਮਝਦੇ ਨਹੀਂ ਹੈ ਕਿ ਇਹ ਦੁਜੈਲਾ ਰਿਸ਼ਤਾ, ਕਿ ਉਹ ਬਰਾਬਰ ਦੇ ਜਿਹੜੇ ਪ੍ਰੋਪਰਟੀ ਰਾਈਟਸ ਹੈ, ਮੈਂ ਇੱਕ ਇੱਥੇ ਸ਼ੋਅ ਹੀ ਕਰ ਰਹੀ ਸੀ ਕਿਸੇ ਟੀਵੀ ਸ਼ੋਅ ਲਈ, ਪ੍ਰੋਪਰਟੀ ਰਾਈਟਸ ਹੈ ਉਹ ਕਿੰਨੇ ਮਾਪੇ ਨੇ ਜਿਹੜੀਆਂ ਆਪਣੀਆਂ ਧੀਆਂ ਨੂੰ ਦੇ ਰਹੇ ਨੇ। ਸੋ ਇਸ ਸੰਦਰਭ ਦੇ ਵਿੱਚ ਜਿਹੜਾ ਸਾਡੀ ਕਲਚਰਲ ਜਿਹੜੀ ਮਾਨਸਿਕਤਾ ਸਾਡੀ ਹੈ, ਜਿਸ ਤਰ੍ਹਾਂ ਮੈਂਟਲ ਹੈਲਥ ਦੇ ਬਹੁਤ ਸਾਰੇ ਕੇਸ ਨੇ, ਸਾਡੀਆਂ ਔਰਤਾਂ ਇੱਥੇ ਆ ਕੇ ਵੀ ਉਹਨਾਂ 'ਚ ਕੌਨਫੀਡੈਂਸ ਨਹੀਂ ਹੈ। ਸਾਡੇ ਕੋਲ ਇੱਥੇ ਰੂਲ ਕਾਨੂੰਨ ਨੇ, ਜਿਹੜਾ ਜੇ ਕੋਈ ਡੋਮੈਸਟਿਕ ਵਾਇਲੈਂਸ ਹੁੰਦੀ ਹੈ ਜਾਂ ਕੁਛ ਹੈ, ਉਹਨਾਂ ਦੇ ਵਿੱਚ ਉਹ ਯੁਰਤ ਨਹੀਂ ਹੁੰਦੀ ਕਿ ਉਹ ਆਪਣੇ ਉਹਨਾਂ ਕਾਨੂੰਨਾਂ ਨੂੰ ਜਿਹੜਾ ਹੈ ਉਹਨੂੰ ਐਕਸੈਸ ਕਰ ਸਕਣ ਤੇ ਆਪਣੇ ਹੱਕ ਲਈ ਵਰਤ ਸਕਣ, ਕਿਉਂਕਿ ਉਹਨਾਂ ਨੂੰ ਸਮਾਜ ਨੇ ਕਿ ਨਹੀਂ, ਘਰ ਦੀ ਗੱਲ ਬਾਹਰ ਨਹੀਂ ਕਰਨੀ। ਸੋ ਇਹ ਬੜੇ ਲੰਬੇ ਚੌੜੇ ਇਸ਼ੂ ਨੇ, ਆਪਾਂ ਕਿਤੇ ਫੇਰ ਗੱਲ ਕਰ ਸਕਦੇ ਹਾਂ ਇਹਨਾਂ ਦੇ ਉੱਤੇ। ਸੋ ਬਹੁਤ ਬਹੁਤ ਵਧੀਆ ਮੈਮ। ਦਿਸ਼ਾ ਤੁਹਾਡੀ ਬਹੁਤ ਵਧੀਆ ਸੰਸਥਾ ਹੈ, ਜਿਸ ਦੀ ਡਾਢੀ ਲੋੜ ਲੱਗੀ ਤੁਹਾਨੂੰ ਵੀ ਇਸ ਆਪਣੇ ਦੂਜੇ ਧਰਤੀ ਤੇ ਜਾ ਕੇ। ਤਾਂ ਦਿਸ਼ਾ ਦੀਆਂ ਜਿਹੜੀਆਂ ਭਵਿੱਖਮੁਖੀ ਸੰਭਾਵਨਾਵਾਂ ਨੇ, ਉਹਨਾਂ ਬਾਰੇ ਤੁਸੀਂ ਕੀ ਸੋਚਿਆ ਕਿ ਦਿਸ਼ਾ ਦੇ ਲਈ ਤੁਸੀਂ ਹੋਰ ਨਵੀਆਂ ਲੜਕੀਆਂ, ਬੱਚੀਆਂ ਜਿਹੜੀਆਂ ਜਾ ਰਹੀਆਂ ਨੇ, ਉਹਨਾਂ ਵਾਸਤੇ ਦਿਸ਼ਾ ਕੀ ਕਰ ਰਹੀ ਹੈ, ਜਾਂ ਦਿਸ਼ਾ ਦੀ ਕੀ ਪਹਿਲ ਹੈ ਉਹਨਾਂ ਬੱਚਿਆਂ ਲਈ ਜਿਨ੍ਹਾਂ ਤੁਸੀਂ ਗੱਲ ਕੀਤੀ ਆ ਵੀ ਉਹਨਾਂ ਨੂੰ ਸਮੱਸਿਆਵਾਂ ਆ ਰਹੀਆਂ ਨੇ, ਜਿਹੜੇ ਨਵੇਂ ਬੱਚੇ ਜਾ ਰਹੇ ਆ, ਜਾਂ ਉਹ ਪੜ੍ਹਨ ਦੇ ਬੇਸ ਤੇ ਜਾ ਰਹੇ ਆ, ਜਾਂ ਉਹ ਫਿਰ ਕਿਸੇ ਵੀ ਤਰੀਕੇ ਨਾਲ ਵਿਦੇਸ਼ 'ਚ ਜਾ ਰਹੇ ਆ, ਉਹਨਾਂ ਬਾਰੇ ਦਿਸ਼ਾ ਦੀ ਕਿਸ ਤਰ੍ਹਾਂ ਦੀ ਪਹਿਲ ਹੈ?
ਮੈਂ ਤੇ ਇਹ ਕਹਾਂਗੀ ਕਿ ਅਸੀਂ ਆਉਣ ਵਾਲੇ ਸਮੇਂ ਦੇ ਵਿੱਚ 2-3 ਪ੍ਰੋਗਰਾਮ ਉਲੀਕਣ ਦੀ ਜਿਹੜੀ ਸੋਚ ਰਹੇ ਹਾਂ, ਤੇ ਮੈਂ ਜਿੰਨੀਆਂ ਵੀ ਔਰਤਾਂ ਸਾਡੀ ਬੈਠੀਆਂ, ਮੇਰਾ ਖਿਆਲ ਹੈ ਸਾਰੇ ਸਾਡੇ ਦਿਸ਼ਾ ਦੇ ਨਾਲ ਸਪੋਰਟ 'ਚ ਨੇ ਤੇ ਦਿਸ਼ਾ ਦੀਆਂ ਸਾਰੀਆਂ ਕਾਨਫਰੰਸਾਂ 'ਚ ਆਏ ਹੋਏ ਨੇ। ਮੈਂ ਇਹਨਾਂ ਸਾਰਿਆਂ ਨੂੰ ਦਿਸ਼ਾ ਦੇ ਮੈਂਬਰ ਹੀ ਸਮਝਦੀ ਹਾਂ। ਤੇ ਇਹਦੇ ਨਾਲ ਕੀ ਹੈ ਕਿ ਦਿਸ਼ਾ ਨੂੰ ਅੱਗੇ ਜਿਸ ਤਰ੍ਹਾਂ ਅਸੀਂ ਚਾਹਾਂਗੇ ਕਿ ਹਰ ਪ੍ਰੋਵਿੰਸ ਦੇ ਵਿੱਚ ਇਹਦਾ ਇੱਕ ਯੂਨਿਟ ਬਣੇ, ਤੇ ਅਸੀਂ ਕੇਵਲ ਔਰਤਾਂ ਦੇ ਜਿਹੜੇ ਔਰਤ ਦੇ ਸਾਡੇ ਮਸਲੇ ਨੇ, ਔਰਤ ਦੇ ਪੁਆਇੰਟ ਵੀ ਤੋਂ ਬਹੁਤ ਵਾਰੀ ਲੋਕ ਕਹਿੰਦੇ ਨੇ ਕਿ ਇਹ ਸੰਸਥਾਵਾਂ ਘਰ ਤੋੜਨ ਵਾਲੀਆਂ ਹੁੰਦੀਆਂ ਨੇ, ਕਈ ਵਾਰੀ ਮਰਦ ਵਿਰੋਧੀ। ਪਰ ਦਿਸ਼ਾ ਨੇ ਪਹਿਲੇ ਆਪਣੇ 2014 ਦੀ ਕਾਨਫਰੰਸ ਦੇ ਵਿੱਚ ਇਹ ਕਿਹਾ ਸੀ ਕਿ ਔਰਤ ਦੇ ਮਸਲੇ ਸਮਾਜ ਦੇ ਮਸਲੇ ਨੇ, ਇਹ ਮਰਦ ਔਰਤ ਨੇ ਰਲ ਮਿਲ ਕੇ ਸੋਲਵ ਕਰਨੇ ਨੇ। ਪਰ ਤੁਸੀਂ ਕਿਸ ਨਜ਼ਰੀਏ ਤੋਂ ਉਹਨੂੰ ਔਰਤ ਨੂੰ ਇਨਸਾਨ ਸਮਝ ਰਹੇ ਹੋ ਜਾਂ ਨਹੀਂ, ਕਿਸ ਨਜ਼ਰੀਏ ਤੋਂ ਔਰਤ ਦੇ ਨਾਲ ਗੱਲ ਕਰ ਰਹੇ ਹੋ, ਔਰਤ ਨੂੰ ਕਿਸ ਨਜ਼ਰੀਏ ਤੋਂ ਦੇਖ ਰਹੇ ਹੋ, ਇਹ ਬੇਸਿਕ ਮੁੱਦਾ ਹੈ। ਕਿ ਸਾਡੀ ਜਿਹੜੀ ਲੜਾਈ ਹੈ ਉਹ ਕਿਸੇ ਮਰਦ ਨਾਲ ਨਹੀਂ ਹੈ, ਸਾਡੀ ਲੜਾਈ ਹੈ ਉਹਨਾਂ ਸਮਾਜ ਦੀਆਂ ਬੋਧੀਆਂ ਕੀਮਤਾਂ ਦੇ ਨਾਲ। ਤੇ ਦਿਸ਼ਾ ਦਾ ਇਹ ਮੇਨ ਥੀਮ ਹੈ ਕਿ ਦਿਸ਼ਾ ਦੀ ਇਹ ਜਿਹੜੀ ਇੱਕ ਬੇਸ ਲਾਈਨ ਹੈ। ਤੇ ਇਸ ਕਰਕੇ ਸਾਡੇ ਨਾਲ ਜਦੋਂ ਕਾਨਫਰੰਸ ਹੁੰਦੀ ਹੈ, ਸਾਡੇ 'ਚ ਮੇਰਾ ਖਿਆਲ ਹੈ ਜਿੰਨੀਆਂ ਔਰਤਾਂ ਹੁੰਦੀਆਂ ਨੇ ਉਹਨੇ ਮਰਦ ਸਾਥੀ ਵੀ ਹੁੰਦੇ ਨੇ, ਤਾਂ ਕਿ ਅਸੀਂ ਖਾਸ ਕਰਕੇ ਪ੍ਰਵਾਸ ਕਰਕੇ ਆਏ ਇਸ ਮੁਲਕ ਦੇ ਵਿੱਚ, ਜਿਹਨੂੰ ਜਿਹੜਾ ਅਸੀਂ ਕਹਿੰਦੇ ਸੁਭਾਵਨਾਵਾਂ ਦਾ ਮੁਲਕ ਹੈ, ਇਹਦੇ ਵਿੱਚ ਘੱਟੋ ਘੱਟ ਅਸੀਂ ਆਪਣੀ ਕਮਿਊਨਿਟੀ ਦਾ ਚਿਹਰਾ ਥੋੜਾ ਤੰਦਰੁਸਤ ਬਣਾਉਣ ਦੀ ਕੋਸ਼ਿਸ਼ ਕਰੀਏ। ਇਹ ਨਾ ਹੋਣ ਕਿ 1980 ਤੋਂ ਲੈ ਕੇ 2014 ਤੱਕ ਇੱਕ ਸਰਵੇ ਹੋਇਆ ਜਿਹਦੇ ਵਿੱਚ ਕੈਨੇਡਾ ਦੀ ਧਰਤੀ ਦੇ ਉੱਤੇ 50 ਔਰਤਾਂ ਮਾਰੀਆਂ ਗਈਆਂ, ਤੇ ਮਤਲਬ ਜਿਨ੍ਹਾਂ ਨੂੰ ਮਾਰਿਆ ਗਿਆ, ਆਪਣੇ ਆਪ ਨਹੀਂ ਮਰੀਆਂ, ਉਹ 'ਚੋਂ 45 ਔਰਤਾਂ ਪੰਜਾਬਣਾਂ ਹੋਣ, ਤੇ ਇਹ ਕਿੰਨੀ ਸ਼ਰਮ ਦੀ ਗੱਲ ਹੈ। ਸੋ ਅਸੀਂ ਚਾਹੁੰਦੇ ਹਾਂ ਕਿ ਉਹਨਾਂ ਪਰਿਸਥਿਤੀਆਂ ਨੂੰ ਦਿਸ਼ਾ ਅਗਰ ਬਦਲਣ ਦੇ ਵਿੱਚ, ਸਹਿਯੋਗ ਕਰਨ ਦੇ ਵਿੱਚ ਕੁਝ ਕਾਮਯਾਬ ਹੋਏਗੀ, ਆਪਣਾ ਹਿੱਸਾ ਪਾਏਗੀ ਇਸ ਪੂਰੇ ਸੰਘਰਸ਼ ਦੇ ਵਿੱਚ, ਤੇ ਇਹ ਸਾਡੀ ਤਸੱਲੀ ਵਾਲੀ ਗੱਲ ਹੋਏਗੀ। ਬਹੁਤ ਖੂਬ ਮੈਡਮ। ਔਰ ਕਹਿੰਦੇ ਜਿਨ੍ਹਾਂ ਨੇ ਉੱਡਣਾ ਹੁੰਦਾ ਹਵਾ ਨਹੀਂ ਵੇਖਿਆ ਕਰਦੇ, ਜਿਨ੍ਹਾਂ ਨੇ ਚਮਕਣਾ ਹੁੰਦਾ ਘਟਾ ਨਹੀਂ ਵੇਖਿਆ ਕਰਦੇ। ਔਰ ਦਿਸ਼ਾ ਨੇ ਇਸ ਤਰ੍ਹਾਂ ਦਾ ਕੁਝ ਵੀ ਜੋ ਰਸਤੇ 'ਚ ਜੋ ਹੈ ਮੁਸ਼ਕਲਾਂ, ਉਹਨਾਂ ਨੂੰ ਸਾਰ ਕਰ ਲੈਣਾ, ਇਹ ਸਾਡਾ ਪੂਰਾ ਭਰੋਸਾ ਹੈ। ਕਿਉਂਕਿ ਤੁਹਾਡੇ ਨਾਲ ਬਹੁਤ ਅੱਛੀ ਟੀਮ ਹੈ, ਤੁਹਾਡੇ ਨਾਲ ਬਹੁਤ ਵਧੀਆ ਸ਼ਖਸੀਅਤਾਂ ਜੁੜੀਆਂ ਹੋਈਆਂ ਨੇ, ਤੇ ਸਾਡੇ ਪ੍ਰੋਗਰਾਮ 'ਚ ਵੀ ਬਹੁਤ ਵਧੀਆ ਸ਼ਖਸੀਅਤਾਂ ਜੁੜੀਆਂ ਨੇ, ਜਿਨ੍ਹਾਂ ਦੇ ਵਿੱਚ ਮੈਂ 2 ਸ਼ਖਸੀਅਤਾਂ ਦਾ ਨਾਮ ਤਾਂ ਲਿਆ, ਸੁਰਜੀਤ ਮੈਡਮ, ਪਰਮਜੀਤ ਦਿਓਲ ਜੀ, ਸਰਬਜੀਤ ਸੋਲ ਜੀ, ਨਰਿੰਦਰ ਕੌਰ ਭੁੱਚੂ ਜੀ, ਮੈਡਮ ਡਾਕਟਰ ਵਨੀਤਾ ਜੀ, ਕਮਲਜੀਤ ਜੀ, ਪਿਆਰਾ ਸਿੰਘ ਕੁਦੋਵਾਲ ਜੀ, ਡਾਕਟਰ ਗੁਰਬਿੰਦਰ ਕੌਰ ਜੀ, ਹਰਦੀਪ ਵਿਰਦੀ ਜੀ, ਨਰਿੰਦਰ ਕੌਰ ਮਠਾਰੂ ਜੀ, ਕਮਲਜੀਤ ਜੀ, ਰਸ਼ਪਾਲ ਕੌਰ ਗਿੱਲ, ਦਰਸ਼ਨ। ਆਈਫੋਨ ਤੋਂ ਮੈਡਮ ਤੁਹਾਡਾ ਤੁਸੀਂ ਆਪਣਾ ਨਾਮ ਜ਼ਰੂਰ ਲਿਖਿਆ ਕਰੋ, ਨਾਲ ਅਸੀਂ ਤੁਹਾਡਾ ਨਾਮ ਲੈ ਸਕਿਆ ਕਰੀਏ। ਨਿਸ਼ਾ ਸਿੱਧੂ, ਹਰਭਜਨ ਗਿੱਲ, ਸ਼ਸ਼ੀ ਸ਼ਰਮਾ, ਵਰਿੰਦਰ ਸਿੰਘ, ਨਵਜੋਤ ਢਿੱਲੋਂ, ਬਹੁਤ ਖੁਸ਼ੀ ਹੈ ਕਿ ਸਾਡੇ ਨਾਲ ਜੁੜੇ ਨੇ, ਕੁਲਵਿੰਦਰ ਕੌਰ ਸ਼ੀਨਾ ਜੁੜੇ ਨੇ, ਗੁਰਚਰਨ ਸਿੰਘ ਜੋਗੀ ਜੁੜੇ ਨੇ। ਤਾਂ ਇਹ ਸਾਰੀਆਂ ਸ਼ਖਸੀਅਤਾਂ ਤੋਂ ਨਾਲ ਅਗਲੇ ਵੀ ਦੇਖਦੇ ਆਪਾਂ ਹੋਰ ਕਿਹੜੇ ਸਾਡੇ ਨਾਲ ਜੁੜੇ ਸਾਥੀ ਸਾਡੇ। ਇਹਨਾਂ 'ਚ ਮਨਜੀਤ ਸੇਖੋਂ ਜੀ, ਪਰਮਜੀਤ ਕੁਮਾਰੀ, ਸ਼ਰਨਜੀਤ ਕੌਰ ਔਰ ਡਾਕਟਰ ਬਲਜੀਤ ਕੌਰ ਰਿਆੜ, ਜਿਹੜੇ ਅਕਸਰ ਹੀ ਸਾਡੇ ਪ੍ਰੋਗਰਾਮ ਦਾ ਸੰਚਾਲਨ ਵੀ ਕਰਦੇ ਆ ਬਹੁਤ ਦਫਾ ਕਈ ਵਾਰ ਸਾਡਾ, ਔਰ ਨਾਲ ਸਾਹਿਤਕ ਸਾਡੀਆਂ ਜਿਹੜੀਆਂ ਸਾਂਝਾਂ ਨੇ ਉਹਦੇ ਵਿੱਚ ਯੋਗਦਾਨ ਦਿੰਦੇ ਆ। PTN 24 ਹੈ, ਨਾਮ ਨਹੀਂ ਆਇਆ ਸਾਹਮਣੇ। ਰਮਨਜੀਤ ਸਾਡੇ ਨਾਲ ਇੱਕ ਕੁਲਜੀਤ ਜੀ ਸ਼ਾਇਦ ਮੇਰੇ ਸਿਸਟਰ ਜੁੜੇ ਸੀ ਨਰਪਾਲਦੀਪ ਚੈਕੋਸਲੋਵਾਕੀਆ ਤੋਂ, ਸ਼ਸ਼ੀ ਸ਼ਰਮਾ ਜੁੜੇ ਨੇ ਫਰੀਦਕੋਟ ਤੋਂ, ਠੀਕ ਹੈ ਹਾਂ, ਨਿਸ਼ਾ ਸਿੱਧੂ ਸ਼ਾਇਦ ਕੁਝ ਕਹਿਣਾ ਚਾਹੁੰਦੇ ਆ, ਉਹਨਾਂ ਨੂੰ ਥੋੜਾ ਮੇਰੀ ਜਿਹੜੀ ਸੰਘਰਸ਼ ਦੀ ਸਾਥੀ ਆ ਨਿਸ਼ਾ ਸਿੱਧੂ ਜੈਪੁਰ ਤੋਂ। ਸੋ ਠੀਕ ਹੈ ਮੈਮ, ਬਹੁਤ ਵਧੀਆ ਲੱਗ ਰਿਹਾ ਤੁਹਾਡੇ ਨਾਲ ਗੱਲਬਾਤ ਕਰਕੇ। ਔਰ ਪਰਮਜੀਤ ਦਿਓਲ ਜੀ ਨੂੰ ਅਸੀਂ ਸਮਾਂ ਜ਼ਰੂਰ ਦੇਣਾ ਚਾਹਾਂਗੇ। ਪਰਮਜੀਤ ਦਿਓਲ ਜੀ, ਤੁਸੀਂ ਮੈਡਮ ਲਈ, ਕਮਲਜੀਤ ਢਿੱਲੋਂ ਲਈ ਜਾਂ ਦਿਸ਼ਾ ਲਈ ਕੋਈ ਸ਼ਬਦ ਕਹਿਣਾ ਚਾਹੋ? ਪਰਮਜੀਤ ਦਿਓਲ ਜੀ। ਬਹੁਤ ਥੈਂਕ ਯੂ ਭੈਣ ਜੀ, ਹੁਣਾਂ ਦੀਆਂ ਗੱਲਾਂ ਕਮਲਜੀਤ ਹੁਣਾਂ ਦੀਆਂ ਸੁਣ ਰਹੇ ਸੀ, ਬੜੀਆਂ ਜੀ ਕਰਦਾ ਇਵੇਂ ਸੁਣਦੇ ਰਹੀਏ, ਕਿਉਂਕਿ ਜਿਹੜਾ ਅੱਜ ਇਹਨਾਂ ਨੇ ਸਾਰਾ ਕੁਝ ਆਪਾਂ ਸੁਣਿਆ, ਇਹਨਾਂ ਦੀ ਗੱਲਬਾਤ ਸੁਣੀ ਆ, ਉਹ ਸ਼ਾਇਦ ਪਹਿਲਾਂ ਜਿਹੜੀਆਂ ਇੰਨੀਆਂ ਗੱਲਾਂ ਨਹੀਂ ਹੋਈਆਂ ਸੀਗੀਆਂ, ਜਿਹੜੀਆਂ ਅੱਜ ਮਿੱਥ ਕੇ ਹੋਈਆਂ ਨੇ, ਤੇ ਬਹੁਤ ਚੰਗਾ ਲੱਗਿਆ, ਜੀ ਕਰਦਾ ਇਵੇਂ ਸੁਣਦੇ ਰਹੀਏ। ਤੇ ਅੱਜ ਬਹੁਤ ਖੁਸ਼ੀ ਵਾਲੀ ਗੱਲ ਹੈ ਕਿ ਅੱਜ ਅਸੀਂ ਡਾਕਟਰ ਕਮਲਜੀਤ
ਕੌਰ ਢਿੱਲੋਂ ਹੋਰਾਂ ਨੂੰ ਬਹੁਤ ਕੁਝ ਇਹਨਾਂ ਦੇ ਕੋਲੋਂ ਜਾਣਿਆ। ਇਹਨਾਂ ਦੇ ਵਿਚਾਰ ਸੁਣ ਕੇ ਹਮੇਸ਼ਾ ਹੀ ਸਾਨੂੰ ਚੰਗਾ ਲੱਗਦਾ ਆ। ਇਹਨਾਂ ਕੋਲੋਂ ਬਹੁਤ ਕੁਝ ਸਿੱਖਣ ਨੂੰ ਜਿਹੜਾ ਮਿਲਦਾ ਆ। ਪੋਜ਼ਿਟਿਵ એનર્ਜੀ ਮਿਲਦੀ ਆ ਇਹਨਾਂ ਦੀ। ਮੈਂ ਬਹੁਤ ਫੈਨ ਆ ਇਹਨਾਂ ਦੀ ਪੋਜ਼ਿਟਿਵ એનર્ਜੀ ਦੀ। ਤੇ ਬਹੁਤ ਸਾਲ ਪਹਿਲਾਂ ਜਦੋਂ ਮੈਂ ਇਹਨਾਂ ਦੀ ਛਤਰ ਛਾਇਆ ਹੇਠ ਜਦੋਂ ਮੈਂ ਆਈ ਸੀ, ਦੋਸਤੀ ਇਹਨਾਂ ਦੀ ਨਸੀਬ ਹੋਈ ਸੀਗੀ, ਤਾਂ ਇਹਨਾਂ ਨੂੰ ਮੈਂ ਕਿਸੇ ਵੀ ਸਟੇਜ ਤੇ ਸੁਣਨਾ ਤਾਂ ਮੈਨੂੰ ਇਵੇਂ ਲੱਗਦਾ ਸੀ ਕਿ ਭੈਣ ਜੀ ਕਿਸੇ ਵੀ ਵਿਸ਼ੇ ਤੇ ਅਚਾਨਕ ਹੀ ਇਹਨਾਂ ਨੂੰ ਭਾਵੇਂ ਬੋਲਣ ਕੋਈ ਲਾ ਦਿੰਦਾ ਸੀਗਾ ਤੇ ਮੈਂ ਕਹਿੰਦੀ ਸੀ ਭੈਣ ਜੀ ਤੁਸੀਂ ਵਜਾ ਕਰਵਾ ਦਿੰਦੇ ਹੋ। ਤੇ ਆਪਣੀ ਜਿਹੜੀ ਇਹਨਾਂ ਦੀ PhD ਦੀ ਪੜ੍ਹਾਈ ਗਵਰਨਮੈਂਟ ਕਾਲਜ ਚੰਡੀਗੜ੍ਹ ਵਿੱਚ ਵੀ ਇਹਨਾਂ ਨੇ ਲੰਬਾ ਸਮਾਂ ਪੜ੍ਹਾਇਆ ਤੇ ਲੋੜੇ ਦਾ ਥੀਏਟਰ ਕੀਤਾ। ਤੇ ਕਿਉਂਕਿ ਥੀਏਟਰ ਮੈਂ ਵੀ ਜੁੜੀ ਹੋਈ ਹਾਂ ਦੇ ਨਾਲ ਤੇ ਇਹਨਾਂ ਨੇ ਕਾਨਫਰੰਸਾਂ ਬਹੁਤ ਸਾਰੀਆਂ ਕਰਵਾਈਆਂ, ਅਟੈਂਡ ਕੀਤੀਆਂ। ਸੋਸ਼ਲ ਵਰਕ ਇਹਨਾਂ ਦਾ ਬਸ ਇਹ ਜਿਹੜਾ ਸਾਰਾ ਹੀ ਕੰਮ ਹੈ ਜੀ ਜਾਨ ਦੇ ਨਾਲ ਕਰ ਰਹੇ ਆ। ਤੇ ਕਦੇ ਦੇਖ ਲਓ ਇਹ ਛੱਤੀਸਗੜ੍ਹ ਵਿੱਚ ਹੁੰਦੇ ਆ ਤੇ ਕਦੇ ਕਸ਼ਮੀਰ ਦੇ ਵਿੱਚ, ਹਨਾ। ਤੇ ਪਤਾ ਨਹੀਂ ਕਿੱਥੇ ਕਿੱਥੇ ਕਮਰ ਕੱਸੇ ਕਰਕੇ ਤੇ ਇਹ ਹਮੇਸ਼ਾ ਤਤਪਰ ਰਹਿੰਦੇ ਆ ਸਾਰੇ ਕੰਮਾਂ ਲਈ, ਹਨਾ। ਤੇ ਇਹ ਵੀ ਕੁਲਜੀਤ ਜੀ ਕੰਮ ਤਾਂ ਹੀ ਹੁੰਦੇ ਆ ਜੇ ਕੰਮ ਕਰਨ ਦਾ ਤੁਹਾਡੇ ਅੰਦਰ ਲਗਨ ਹੋਵੇ, ਜਨੂਨ ਹੋਵੇ, ਹਨਾ। ਤੇ ਮਨ ਚ ਧਾਰਨਾ ਹੋਵੇ ਕਿ ਲੋਕਾਂ ਦੇ ਅਸੀਂ ਰਾਹ ਦਸੇਰੇ ਬਣਨਾ ਆ। ਤੇ ਰੈਬਰ ਦੀ ਕਲਾ ਹੀ ਮੈਨੂੰ ਲੱਗਦਾ ਹੁੰਦਾ ਇਹ ਵਰਤਦੀ ਆ। ਤੇ ਬਹੁਤ ਸਾਰੀਆਂ ਇਹਨਾਂ ਦੀਆਂ ਕਿਤਾਬਾਂ ਵੀ ਪੜ੍ਹੀਆਂ ਆਲੋਚਨਾ ਦੀਆਂ ਇਹਨਾਂ ਨੇ ਸਾਨੂੰ, ਹਨਾ। ਤੇ ਫਿਲਮਾਂ ਦੇ ਵਿੱਚ ਵੀ ਇਹਨਾਂ ਨੇ ਜਿਹੜਾ ਕੰਮ ਹੈ, ਇਹਨਾਂ ਦੀਆਂ ਫਿਲਮਾਂ ਵੀ ਜਿਹੜੀਆਂ ਮੈਂ ਉਹ ਸਾਰੀਆਂ ਦੇਖੀਆਂ ਨੇ। ਤੇ ਇਸ ਭੈਣ ਜੀ ਡਾਕਟਰ ਕਮਲਜੀਤ ਹਿੰਮਤੀ ਔਰਤ ਦੀਆਂ ਭਾਵਨਾਵਾਂ ਦੀ ਮੈਂ ਕਦਰ ਕਰਦੀ ਹਾਂ, ਇਹਨਾਂ ਦੇ ਕੰਮਾਂ ਦੀ ਕਦਰ ਕਰਦੀ ਹਾਂ। ਤੇ ਇਹਨਾਂ ਦੇ ਨਾਲ ਜਿਹੜਾ ਦਿਸ਼ਾ ਦੇ ਵਿੱਚ ਅਸੀਂ ਰਲ ਕੇ ਕੰਮ ਕਰ ਰਹੇ ਹਾਂ ਤੇ ਬਹੁਤ ਚੰਗਾ ਲੱਗਦਾ ਹੈ। ਮਤਲਬ ਜੋਸ਼, ਜਜ਼ਬਾ ਤੇ ਜਨੂਨ ਤਿੰਨੋਂ ਹੀ ਡਾਕਟਰ ਕਮਲਜੀਤ ਢਿੱਲੋਂ ਦੇ ਸਾਥੀ ਨੇ, ਜਿਸ ਕਰਕੇ ਇਹਨਾਂ ਨੇ ਔਰ ਮੈਮ ਇੰਨਾ ਕੰਮ ਜਿਹੜਾ ਤੁਸੀਂ ਮਤਲਬ ਕਾਰਜਸ਼ੀਲਤਾ ਜਿਹੜੀ ਤੁਹਾਡੀ ਕੰਮ ਦੀ ਹੈ ਉਹਦੇ ਵਿੱਚ ਤੁਹਾਡੀ ਹਰ ਵੇਲੇ ਮੈਨੂੰ ਲੱਗਦਾ ਤੁਹਾਨੂੰ ਲੱਗਣ ਹੈ ਕਿ ਹੁਣ ਆਹ ਕੰਮ ਕਰਨਾ, ਹੁਣ ਆਹ ਕਰਨਾ, ਮਤਲਬ ਲਗਾਤਾਰ ਤੁਸੀਂ ਕਰਮਸ਼ੀਲ ਹੋ। ਔਰ ਪ੍ਰਮਾਤਮਾ ਤੁਹਾਨੂੰ ਇਸ ਤਰ੍ਹਾਂ ਹੀ ਅਗਰਸਰ ਰੱਖੇ, ਤੁਹਾਡੇ ਸਿਰ ਤੇ ਮਿਹਰ ਭਰਿਆ ਹੱਥ ਰੱਖੇ ਕਿ ਤੁਸੀਂ ਇਸ ਤਰ੍ਹਾਂ ਹੀ ਦੂਜਿਆਂ ਨੂੰ ਰਸਤਾ ਦਿਖਾਉਂਦੇ ਰਹੋ। ਰਿਸ਼ਪਾਲ ਕੌਰ ਗਿੱਲ ਜੀ ਸਾਨੂੰ ਕੁਝ ਸਾਡੇ ਨਾਲ ਜੁੜੇ ਨੇ ਤੇ ਤੁਹਾਡੇ ਲਈ ਕੁਝ ਕਹਿਣਾ ਚਾਹੁੰਦੇ ਆ। ਰਿਸ਼ਪਾਲ ਕੌਰ ਗਿੱਲ। ਮੈਂ ਇੱਕ ਗੱਲ ਕੁਲਜੀਤ ਜੀ ਕਹਿਣਾ ਚਾਹੁੰਦੀ ਸੀ ਕਿ ਅਸੀਂ ਇੱਥੇ ਬੜੀਆਂ ਪ੍ਰਿਵਿਲੇਜ ਔਰਤਾਂ ਹੈ। ਮੈਂ ਪਿਛਲੇ ਮਈ ਦੇ ਵਿੱਚ, ਇਸੇ ਸਾਲ ਮਈ ਦੇ ਵਿੱਚ ਜਦੋਂ ਆਉਣਾ ਸੀ, ਉਸ ਤੋਂ ਹਫ਼ਤਾ ਕੁ ਪਹਿਲਾਂ ਮੈਂ ਜੈਪੁਰ ਦੇ ਅੱਗੇ ਭੀਲਵਾੜਾ ਜਗ੍ਹਾ ਹੈ, ਉੱਥੇ ਵਰਕਸ਼ਾਪ ਕਰ ਰਹੇ ਸੀ। ਮੇਰੇ ਨਾਲ ਨਿਸ਼ਾ ਸਿੱਧੂ ਸੀ ਜਿਹੜੇ ਜੈਪੁਰ ਤੋਂ ਮੇਰੇ ਨਾਲ ਜੁੜੇ ਨੇ। ਜਿਹੜੇ ਸਾਡੇ RTI ਐਕਟਿਵਿਸਟ ਨੇ, ਜਿਨ੍ਹਾਂ ਦੇ ਕਰਕੇ ਹਿੰਦੁਸਤਾਨ ਦੇ ਵਿੱਚ RTI ਐਕਟ ਆਇਆ, ਡਾਕਟਰ ਅਰੁਣਾ ਰੋਏ ਉਹਨਾਂ ਦੇ ਸੰਸਥਾ 'ਚ ਸੀ। ਅਸੀਂ ਉਹਨਾਂ ਔਰਤਾਂ ਨਾਲ ਕੰਮ ਕੀਤਾ ਜਿਨ੍ਹਾਂ ਨੇ RTI ਬਣਾਉਣ ਦੇ ਵਿੱਚ ਅਹਿਮ ਭੂਮਿਕਾ ਅਦਾ ਕੀਤੀ। ਆਦੀਵਾਸੀ ਏਰੀਆ ਹੈ, ਬਹੁਤ ਇੰਟੀਰੀਅਰ ਦਾ ਏਰੀਆ ਹੈ। ਅਗਰ ਮੈਨੂੰ ਇਹ ਲੱਗਿਆ ਕਿ ਮੈਂ ਕੁਛ ਵੀ ਨਹੀਂ ਕਰ ਰਹੀ, ਉਹਨਾਂ ਦਾ ਜੋਸ਼, ਤੁਹਾਡੀ ਉਸ ਜੋਸ਼, ਜਜ਼ਬਾ ਤੇ ਜਨੂਨ ਤੋਂ ਮੈਨੂੰ ਉਹਨਾਂ ਦੀ ਗੱਲ ਯਾਦ ਆਈ। ਉਹ ਨਰੇਗਾ ਵਰਕਰ ਸਨ ਔਰਤਾਂ। ਤੇ ਫਿਰ ਅਸੀਂ 3 ਦਿਨ ਦੀ ਵਰਕਸ਼ਾਪ ਉੱਥੇ ਕੀਤੀ ਉਹਨਾਂ ਲੋਕਾਂ ਦੇ ਨਾਲ ਜਿਨ੍ਹਾਂ ਨੇ ਪਿੰਡਾਂ 'ਚ ਜਾ ਕੇ, ਉਹਨਾਂ ਔਰਤਾਂ ਨੇ, ਉਹ ਮਰਦਾਂ ਨੇ, ਸਾਰਿਆਂ ਨੇ। ਤਾਂ ਮੈਨੂੰ ਇਹ ਲੱਗਦਾ ਕਿ ਜਿੰਨਾ ਕੁ ਸਾਨੂੰ ਆਰਥਿਕ ਸਾਧਨ ਨਸੀਬ ਹੋਏ ਨੇ, ਅਸੀਂ ਬਹੁਤਾ ਉਹਨਾਂ ਨੂੰ ਪ੍ਰਯੋਗ ਨਹੀਂ ਕਰ ਰਹੇ। ਤੇ ਜੇ ਮੈਂ ਸਾਰੇ ਹਾਊਸ ਨੂੰ ਇਹ ਕਹਾਂਗੀ ਕਿ ਆਪਾਂ ਸਮਾਜ ਦੀ ਬਿਹਤਰੀ ਲਈ ਜੇ ਇੱਕ ਦਿਨ ਵੀ ਹਫ਼ਤੇ 'ਚ ਰੱਖ ਲਈਏ ਤਾਂ ਇਹ ਸਾਡੀ ਸਭ ਤੋਂ ਵੱਡੀ ਗੁਰਦੁਆਰੇ ਮੰਦਿਰ ਦੇ ਵਿੱਚ ਦਾਨ ਦੇਣ ਤੋਂ ਵੱਡੀ ਗੱਲ ਹੋਏਗੀ। ਤੇ ਮੈਂ ਇਸ ਗੱਲ ਨੂੰ ਸਮਝਦੀ ਹਾਂ ਕਿ ਮੈਂ ਗੁਰਦੁਆਰੇ ਮੰਦਿਰ ਦੇ ਵਿੱਚ ਦਾਨ ਨਾ ਦਿਆਂ ਤੇ ਮੈਂ ਕਿਸੇ ਦੀ ਮਦਦ ਦਾ ਦਾਨ ਮੈਂ ਅਗਰ ਮੇਰੇ ਹੱਥੋਂ ਹੋ ਜਾਏ ਤੇ ਮੈਂ ਤਸੱਲੀ ਮੈਨੂੰ ਮਿਲਦੀ ਹੈ। ਬਸ ਮੈਂ ਨਹੀਂ ਕਹਿਣਾ ਚਾਹੁੰਦੀ ਸੀ। ਬਹੁਤ ਖੂਬ। ਹਾਂਜੀ ਰਿਸ਼ਪਾਲ ਕੌਰ ਗਿੱਲ ਜੀ, ਤੁਸੀਂ 2 ਸ਼ਬਦ। ਹਾਂਜੀ, ਮੈਂ ਅੱਜ ਮੈਨੂੰ ਬਹੁਤ ਚੰਗਾ ਲੱਗਾ ਡਾਕਟਰ ਕਮਲਜੀਤ ਢਿੱਲੋਂ ਨੂੰ ਸੁਣ ਕੇ, ਕਿਉਂਕਿ ਹਮੇਸ਼ਾ ਮੇਰੀ ਇਹ ਦਿਲ ਦੀ ਇੱਛਾ ਰਹੀ ਸੀ ਕਿ ਮੈਂ ਇਹਨਾਂ ਦੇ ਕੋਲ, ਇਹ ਇੱਕ ਮੈਨੂੰ ਖਜ਼ਾਨਾ ਲੱਗਦੇ ਸੀਗੇ ਕਿ ਇਹਨਾਂ ਨੇ ਜਿਹੜਾ ਹਟਾਇਆ ਹੋਇਆ, ਇਹਨਾਂ ਦੇ ਕੋਲ ਬਹੁਤ ਵੱਡਾ ਖਜ਼ਾਨਾ ਵਾ। ਤੇ ਮੈਂ ਇਹਨਾਂ ਨੂੰ ਸੁਣਾ, ਮੈਂ ਬਹੁਤ ਵਾਰ ਟਾਈਮ ਕੱਢਣ ਦੀ ਕੋਸ਼ਿਸ਼ ਕੀਤੀ, ਇਹਨਾਂ ਨੂੰ ਵੀ ਕਿਹਾ, ਪਰ ਅੱਜ ਕੁਛ ਕੁ ਪਾਰਟ ਜਿਹੜਾ ਸੁਣਿਆ, ਮੇਰਾ ਖਿਆਲ ਇਸ ਤੋਂ ਵੀ ਬਹੁਤ ਕੁਛ ਇਹਨਾਂ ਦੇ ਕੋਲ ਹੈਗਾ ਤੇ ਉਹ ਬਹੁਤ ਚੰਗਾ ਲੱਗਾ। ਤੇ ਜ਼ਿੰਦਗੀ ਦੇ ਵਿੱਚ ਇਹਨਾਂ ਨੂੰ ਗਾਂ ਵੀ ਸੁਣਦੇ ਰਵਾਂਗੇ, ਇੰਸਪਾਇਰ ਹੁੰਦੇ ਰਵਾਂਗੇ, ਕਿਉਂਕਿ ਇਹਨਾਂ ਨੇ ਜਿਹੜਾ ਕਮਾਈ ਹੋਈ ਜ਼ਿੰਦਗੀ ਦੇ ਵਿੱਚ ਜਿਹੜਾ ਕੁਛ ਕੀਤਾ ਹੈਗਾ ਵਾ, ਉਹ ਸਾਡੇ ਲਈ ਸਾਰਾ ਕਹਿੰਦੇ ਹੁੰਦੇ ਕਿ ਸੇਧ ਦੇਣ ਵਾਸਤੇ ਆ। ਤੇ ਬਹੁਤ ਹੀ ਚੰਗਾ ਲੱਗਾ। ਉੱਦਾਂ ਮੈਂ ਘੱਟ ਹੀ ਜ਼ੂਮ ਦੀਆਂ ਮੀਟਿੰਗਸ ਵਿੱਚ ਜੁਆਇਨ ਕਰਦੀ ਹਾਂ, ਪਰ ਅੱਜ ਮੈਨੂੰ ਇਹ ਸੁਣਨਾ ਬਹੁਤ ਚੰਗਾ ਲੱਗਾ।
ਤੇ ਬਹੁਤ- ਗਾਂ ਵੀ ਕਰਾਂਗੇ ਸਾਰਿਆਂ ਨੂੰ ਅੱਜ ਸਤਿ ਸ੍ਰੀ ਅਕਾਲ ਜੀ। ਮਿਲ ਕੇ ਚੰਗਾ ਸ਼ੁਕਰੀਆ ਜੀ। ਇੱਥੇ ਕੁਲਜੀਤ ਜੀ ਕੁਲਜੀਤ ਜੀ ਨਿਸ਼ਾ ਨੂੰ ਥੋੜਾ ਟਾਈਮ ਦੇ ਦਿਓ। ਨਿਸ਼ਾ ਸਿੱਧੂ ਨੂੰ ਉਹਨਾਂ ਨੇ ਜਾਣਾ ਹੈ ਫਿਰ ਕਿਧਰੇ। ਨਿਸ਼ਾ ਸਿੱਧੂ ਜੀ ਤੁਸੀਂ ਆਪਣਾ ਮਾਈਕ ਔਨ ਕਰੋ ਤੇ ਨਿਸ਼ਾ ਸਿੱਧੂ ਜੀ ਤੁਸੀਂ ਗੱਲ ਕਰੋ। ਤੁਸੀਂ ਅਨਮਿਊਟ ਕਰੋ ਮੇਰਾ, ਕਿਉਂਕਿ ਉਧਰ ਹੋਇਆ ਆ। ਹੋ ਗਿਆ ਜੀ, ਅਨਮਿਊਟ ਹੀ ਸੀਗਾ ਤੁਹਾਡਾ। ਹਾਂਜੀ 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 ਓਕੇ ਜੀ। ਮੈਂ ਫਿਰ ਕੌਣ ਮਿਊਟ ਕਰ ਰਿਹਾ? ਇੱਕ ਸੈਕਿੰਡ ਜੀ, ਤੁਸੀਂ ਅਨਮਿਊਟ ਕਰੋ ਪਲੀਜ਼। ਹਾਂਜੀ ਹਾਂਜੀ ਨਿਸ਼ਾ ਜੀ ਕਰੋ। ਉਹ ਆਪੇ ਮਿਊਟ ਕਰ ਲੈਂਦੇ ਨੇ, ਉਹ ਨਾ ਆਪੇ ਮਿਊਟ ਅਨਮਿਊਟ ਨਹੀਂ ਕਰ ਰਹੇ। ਹਾਂਜੀ ਹਾਂ, ਹੁਣ ਨਿਸ਼ਾ ਜੀ। ਹਾਂਜੀ ਮੈਂ ਸਿਰਫ ਇਹ ਕਹਿਣਾ ਚਾਹੁੰਦੀ ਹਾਂ ਕਿ ਤੁਸੀਂ ਬੜਾ ਅੱਛਾ ਕੰਮ ਕਰ ਰਹੇ ਆ। ਬਾਹਰ ਜਾ ਕੇ ਵੀ ਬੜੇ ਝੰਡੇ ਗੱਡੇ ਹੋਏ ਆ ਸਾਰਿਆਂ ਨੇ, ਤਾਂ ਉਹਦੇ ਲਈ ਤਾਂ ਬਹੁਤ ਬਹੁਤ ਕੰਗ੍ਰੈਚੁਲੇਸ਼ਨ। ਇੱਕ ਸਬਜੈਕਟ ਰਹਿੰਦਾ ਹੈਗਾ ਜਿਹਦੇ ਵਾਸਤੇ ਮੈਂ ਤੁਹਾਡਾ ਸਾਰਿਆਂ ਦਾ ਧਿਆਨ ਜ਼ਰੂਰ ਦਿਵਾਉਣਾ ਚਾਹੁੰਦੀ ਹੈਗੀ ਆ। ਉਹ ਹੈਗਾ ਰਿਫਿਊਜੀ ਜਿਹੜੇ ਹੈਗੇ ਆ। ਮੈਨੂੰ ਲੱਗਦਾ ਕਿ ਉਹਨਾਂ ਵਾਸਤੇ ਦਿਸ਼ਾ ਨੂੰ ਕੰਮ ਕਰਨਾ ਚਾਹੀਦਾ, ਕਿਉਂਕਿ ਤੁਸੀਂ ਬਾਹਰ ਜਾ ਕੇ ਉੱਥੋਂ ਦੇ ਨਿਯਮ ਕਾਇਦੇ ਦੇਖਦੇ ਹੈਗੇ ਆ, ਕਿਸੇ ਦੀ ਸਿਟੀਜ਼ਨਸ਼ਿਪ ਹੁੰਦੀ ਹੈ, ਪਰ ਸਭ ਤੋਂ ਜ਼ਿਆਦਾ ਬੇਕਦਰੀ ਜਿਹੜੇ ਸ਼ਰਨਾਰਥੀ ਆ ਉਹਨਾਂ ਦੀ ਹੋ ਰਹੀ ਹੈ। ਇੱਕ ਦੇਸ਼ ਤੋਂ ਦੂਜੇ ਦੇਸ਼ ਦੇ ਵਿੱਚ ਉਹਨਾਂ ਨੂੰ ਧੱਕੇ ਮਾਰ ਕੇ ਜਿਸ ਤਰ੍ਹਾਂ ਕੱਢਿਆ ਜਾਂਦਾ ਹੈਗਾ, ਤੇ ਉਹਨਾਂ ਦੀ ਨਾ ਤਾਂ ਕੋਈ ਆਇਡੈਂਟੀਟੀ ਹੈ, ਨਾ ਕੋਈ ਉਹਨਾਂ ਨੂੰ ਸਪੋਰਟ ਹੈਗਾ, ਸਿਵਾਏ UN ਵੀਮਨ ਦੇ, ਜਿਹੜਾ ਯੂਨਾਈਟਿਡ ਨੇਸ਼ਨਸ ਹੈ ਉਹਦਾ ਹਿਊਮਨ ਰਾਈਟ ਦਾ ਜਿਹੜਾ ਆਰਗੇਨਾਈਜੇਸ਼ਨ ਸੈੱਲ ਹੈ ਉਹ ਉਹਨੂੰ ਦੇਖਦਾ ਹੈਗਾ। ਤਾਂ ਤੁਸੀਂ ਥੋੜਾ ਜਿਹਾ ਦਿਸ਼ਾ ਉਸ ਵਾਲੇ ਪਾਸੇ ਧਿਆਨ ਦੇਵੇ ਤਾਂ ਉਹਦੇ ਵਿੱਚ ਬੱਚੇ ਵੀ ਹੈ, ਬਜ਼ੁਰਗ ਵੀ ਹੈ, ਔਰਤਾਂ ਵੀ ਹੈ। ਤਾਂ ਇੰਨੀ ਬੇਕਦਰੀ ਹੁੰਦੀ ਹੈਗੀ ਹੈ ਕਿ ਸਰਕਾਰਾਂ ਵੀ ਇੱਧਰ ਤੋਂ ਉੱਧਰ ਧੱਕੇ ਮਾਰਦੀਆਂ ਉਹਨਾਂ ਨੂੰ, ਤਾਂ ਇੱਕ ਦੇਸ਼ ਤੋਂ ਦੂਜੇ ਦੇਸ਼ ਪਾਸੇ ਗੋਲੀਆਂ ਦਾ ਸ਼ਿਕਾਰ ਹੁੰਦੇ ਆ, ਜ਼ੁਲਮ ਤਸ਼ੱਦਦ ਦਾ ਸ਼ਿਕਾਰ ਹੁੰਦੇ ਹੈਗੇ ਆ। ਤਾਂ ਦਿਸ਼ਾ ਜੇ ਉਸ ਪ੍ਰੋਗਰਾਮ ਨੂੰ ਹੱਥ 'ਚ ਲਵੇ ਤਾਂ ਮੈਨੂੰ ਲੱਗਦਾ ਕਿ ਇਹ ਇੱਕ ਬਹੁਤ ਵੱਡੀ ਆਪਣੀ ਮਾਨਵ ਸੇਵਾ ਹੋਊਗੀ ਜਿਹੜੀ ਤੁਸੀਂ ਕਰ ਸਕਦੇ ਹੈਗੇ ਆ। ਔਰ ਦੂਸਰਾ, ਹਿੰਦੁਸਤਾਨ ਦੇ ਪ੍ਰਤੀ ਜਿਹੜਾ ਆਪਣਾ ਇੱਕ ਹੋਰ ਡਿਊਟੀ ਹੈਗੀ ਉਹ ਹੈਗਾ ਆਪਣਾ ਕਨਸਟੀਟਿਊਸ਼ਨ। ਤਾਂ ਕੱਲ ਹੀ ਸਾਡਾ ਕਨਸਟੀਟਿਊਸ਼ਨ ਡੇ ਸੀਗਾ 26 ਨਵੰਬਰ। ਤਾਂ ਅੱਜ ਵੀ ਕੁਝ ਚੀਫ ਜਸਟਿਸ ਵਗੈਰਾ ਦੇ ਨਾਲ ਅਸੀਂ ਮੀਟਿੰਗ ਕਰ ਰਹੇ ਸੀਗੇ। ਤਾਂ ਸਾਨੂੰ ਲੱਗਦਾ ਕਿ ਜਿੱਦਾਂ ਦਾ ਸਾਡੇ ਦੇਸ਼ ਦੇ ਵਿੱਚ ਹੁਣ ਮਾਹੌਲ ਬਣਿਆ ਹੋਇਆ ਹੈਗਾ, ਤਾਂ ਸਰਕਾਰ ਨੇ, ਕੇਂਦਰ ਸਰਕਾਰ ਨੇ ਖਾਸ ਤੌਰ ਤੇ ਜਿਵੇਂ ਬਿਲਕੁਲ ਤਬਾਹੀ ਲਿਆਂਦੀ ਪਈ ਹੈਗੀ ਆ, ਸਾਰੇ ਪਬਲਿਕ ਸੈਕਟਰ ਨੂੰ ਖਤਮ ਕਰ ਦਿੱਤਾ ਆ, ਤੇ ਕਨਸਟੀਟਿਊਸ਼ਨ ਨੂੰ ਵੀ ਹੌਲੀ ਹੌਲੀ ਢਾਉਣ ਵਾਲੇ ਪਾਸੇ ਇਹਨਾਂ ਨੇ ਧਿਆਨ ਦਿੱਤਾ ਹੋਇਆ। ਤੇ ਉਹਦੀ ਰਾਖੀ ਆਪਾਂ ਕਿੱਦਾਂ ਕਰਨੀ ਹੈਗੀ ਆ, ਉਹ ਵੀ ਤੁਸੀਂ ਥੋੜਾ ਜਿਹਾ ਤੁਸੀਂ ਵੀ ਸੋਚੋ, ਅਸੀਂ ਵੀ ਇੱਥੇ ਥੋੜੀ ਪਹਿਲ ਕਰਾਂਗੇ। ਤਾਂ ਮੈਨੂੰ ਥੋੜਾ ਟਾਈਮ ਦਿੱਤਾ, ਤੁਹਾਨੂੰ ਸਭ ਨੂੰ ਬਹੁਤ ਬਹੁਤ ਧੰਨਵਾਦ ਜੀ। ਅੱਛਾ ਹਾਂਜੀ ਬਹੁਤ ਸ਼ੁਕਰੀਆ। ਮੈਡਮ ਸੁਰਜੀਤ ਜੀ ਤੁਸੀਂ ਕੁਝ ਕਹਿਣਾ ਚਾਹੋਗੇ? ਸੁਰਜੀਤ ਮੈਡਮ। ਹਾਂਜੀ, ਥੈਂਕ ਯੂ ਕੁਲਜੀਤ ਜੀ ਮੈਨੂੰ ਸਮਾਂ ਦੇਣ ਲਈ। ਕਮਲਜੀਤ ਢਿੱਲੋਂ ਤੁਹਾਡਾ ਬਹੁਤ ਬਹੁਤ ਵੈਲਕਮ ਹੈ। ਤੇ ਤੁਸੀਂ ਜਿਹੜੀਆਂ ਗੱਲਾਂ ਦੱਸੀਆਂ, ਇਸ ਤੋਂ ਇਲਾਵਾ ਮੈਂ ਸਾਰਾ ਕੁਝ ਆਪਣੇ ਬਾਰੇ ਜੋ ਦੱਸਿਆ, ਉਸ ਤੋਂ ਇਲਾਵਾ ਮੈਂ ਤੁਹਾਨੂੰ ਬਹੁਤ ਨੇੜਿਓਂ ਜਾਣਿਆ, ਔਰ ਮੈਂ ਤੁਹਾਡੇ ਬਾਰੇ ਇਹ ਕਹਿਣਾ ਚਾਹੁੰਦੀ ਹਾਂ ਕਿ ਬਹਾਨਾ ਨਾਂ ਦੀ ਚੀਜ਼ ਕਮਲਜੀਤ ਕੋਲ ਕੋਈ ਨਹੀਂ ਹੈਗੀ। ਕਮਲਜੀਤ ਜਦੋਂ ਇੱਥੇ ਆਏ, ਇਹ ਕਾਰ ਨਹੀਂ ਸੀ ਚਲਾਉਂਦੇ, ਬਰਫ਼ ਪਈ ਹੁੰਦੀ ਸੀ। ਇਹਨਾਂ ਨੇ ਕੋਟ ਪਾ ਕੇ ਆਪਣਾ ਜਿੱਥੇ ਜਾਣਾ ਹੁੰਦਾ ਸੀ ਇਹ ਬੱਸ ਤੇ ਜਾਂਦੇ ਹੁੰਦੇ ਸੀ। ਹਿੰਮਤ ਜੇ ਕਿਸੇ ਕੋਲ ਹੈ ਤਾਂ ਉਹ ਹੈ ਕਮਲਜੀਤ ਦਾ ਨਾਂ ਹਿੰਮਤ ਹੈ, ਜੋ ਕੁਲਜੀਤ ਜੀ ਨੇ ਕਿਹਾ। ਉਸ ਤੋਂ ਬਾਅਦ ਮੈਂ ਇਹਨਾਂ ਨੂੰ ਕਦੀ ਇਹ ਕਹਿੰਦੇ ਨਹੀਂ ਦੇਖਿਆ ਕਿ ਮੈਂ ਉੱਥੇ ਪਹੁੰਚ ਨਹੀਂ ਸਕਦੀ, ਉਹ ਮੈਂ ਕੰਮ ਕਰ ਨਹੀਂ ਸਕਦੀ। ਮਤਲਬ ਜੋ ਵੀ ਇਹ ਕਰਨਾ ਚਾਹੁੰਦੇ ਨੇ ਔਰ ਉਹ ਦੂਜਿਆਂ ਲਈ ਕਰਦੇ ਨੇ, ਔਰ ਇਹ ਕਰਦੇ ਨੇ। ਇਹਨਾਂ 'ਚ ਜਿਹੜੀ ਕੁਛ ਕਰ ਜਾਣ ਦੀ ਜਿਹੜੀ ਹਿੰਮਤ ਹੈ ਨਾ, ਉਹਦੀ ਮੈਂ ਹਮੇਸ਼ਾ ਬਹੁਤ ਕਾਇਲ ਹਾਂ। ਇਹਨਾਂ ਦਾ ਜਿਹੜਾ ਗਿਆਨ ਹੈ, ਔਰ ਬਹੁਤ ਪੱਕੀ ਗਿਆਨ ਹੈ। ਸਾਹਿਤ ਲੈ ਲਓ, ਸਮਾਜ ਲੈ ਲਓ,
ਸੋਸ਼ਲ ਵਰਕ, ਤੁਸੀਂ ਸਾਰੀਆਂ ਗੱਲਾਂ ਇਹਨਾਂ ਦੀਆਂ ਸੁਣੀਆਂ, ਮੈਂ ਰਿਪੀਟ ਨਹੀਂ ਕਰਨਾ ਚਾਹੁੰਦੀ। ਉਹ ਜਿਹੜਾ ਇਹਨਾਂ ਦਾ ਗਿਆਨ ਹੈ ਨਾ, ਉਹ ਬਹੁਤ ਵਿਸ਼ਾਲ ਹੈ, ਉਹਦੇ ਅੱਗੇ ਸੱਚਮੁੱਚ ਹੀ ਸਿਰ ਝੁਕਦਾ ਹੈ। ਔਰ ਮੈਂ ਇਹਨਾਂ ਨੇ ਕੋਈ ਆਪਣੀ ਇੱਕ ਕਿਤਾਬ ਲਿਖੀ ਸੀਗੀ ਸਾਹਿਤ ਸਮੀਖਿਆ ਦੀ, ਜਿਹੜੀ ਕਿ ਸਮੀਖਿਆ ਦੇ ਜਿਹੜੀ ਸਮੀਖਿਆ ਦੇ ਖੇਤਰ ਦੇ ਵਿੱਚ ਉਹ ਜਿਹੜੀ ਉਹ ਮੀਲ ਪੱਥਰ ਹੈ, ਉਸ ਨੂੰ ਤੁਸੀਂ ਪੜ੍ਹੇ ਬਿਨਾਂ ਸਮੀਖਿਆ ਤੋਂ ਅੱਗੇ ਲੰਘ ਨਹੀਂ ਸਕਦੇ। ਔਰ ਇਹ ਮੈਂ ਨਹੀਂ ਮੰਨਦੀ, ਇਹ ਸਾਰੇ ਸਮੀਖਿਆਕਾਰ ਮੰਨਦੇ ਨੇ। ਕਮਲਜੀਤ ਨੂੰ ਮੈਂ ਇਹਨਾਂ 'ਚ ਹਿੰਮਤ, ਹੌਸਲਾ, ਜਿਵੇਂ ਤੁਸੀਂ ਕਿਹਾ, ਬਹੁਤ ਜ਼ਿਆਦਾ ਹੈ। ਹੁਣ ਦੇਖੋ ਈਵਨ ਬੰਦੇ ਵੀ ਜਿਹੜੇ ਨੇ ਉਹ ਕਾਰ ਚਲਾਉਣ ਤੋਂ ਡਰ ਜਾਂਦੇ ਨੇ ਜੀ, ਇਹ ਰਾਈਟ ਹੈਂਡ ਡਰਾਈਵ ਹੈ, ਇਹ ਲੈਫਟ ਹੈਂਡ ਡਰਾਈਵ ਹੈ। ਕਮਲਜੀਤ ਇੱਥੇ ਇੰਨੇ ਵੱਡੇ ਵੱਡੇ ਹਾਈਵੇਜ਼ ਦੇ ਉੱਤੇ ਕਾਰ ਚਲਾ ਕੇ ਜਿੱਥੇ ਪਹੁੰਚਣਾ ਹੁੰਦਾ ਆ, ਇਹ ਪਹੁੰਚਦੇ ਨੇ। ਸੋ ਇਹ ਇੱਕ ਬੁਲੰਦ ਸ਼ਖਸੀਅਤ ਹੈ, ਸਾਡੇ ਸਾਰਿਆਂ ਲਈ ਇੱਕ ਰੋਸ਼ਨ ਮਨਾਰਾ ਹੈ। ਕਮਲਜੀਤ ਨੂੰ ਦੀ ਅਗਵਾਈ ਹੇਠ ਜਿਹੜੀਆਂ ਔਰਤਾਂ ਨੇ ਜੋ ਵੀ ਕੰਮ ਕਰਦੀਆਂ ਨੇ, ਉਹ ਬਹੁਤ ਹੀ ਕਮਾਲ ਦਾ ਕੰਮ ਹੁੰਦਾ ਹੈ। ਸੋ ਜਿਹੜੀਆਂ ਕਾਨਫਰੰਸਿਸ ਕੀਤੀਆਂ, ਮੈਂ ਕੁਲਜੀਤ ਜੀ ਤੁਹਾਨੂੰ ਦੱਸਣਾ ਇਹ ਚਾਹੁੰਦੀ ਹਾਂ ਕਿ ਉਹਨਾਂ ਲੇਡੀਜ਼ ਨੂੰ ਅਸੀਂ ਇੱਥੇ ਰਹਿ ਕੇ ਨਹੀਂ ਸੀ ਜਾਣਦੇ। ਉਹਨਾਂ ਕਮਿਊਨਿਟੀਜ਼ ਦੀਆਂ ਜਿਹੜੀਆਂ ਲੇਡੀਜ਼ ਨੂੰ ਇਹਨਾਂ ਨੇ, ਜਿਹੜੀਆਂ ਕਿ ਰੋਸ਼ਨ ਦਿਮਾਗ, ਪੜ੍ਹੀਆਂ ਹੋਈਆਂ ਪ੍ਰੋਫੈਸਰਸ, ਯੂਨੀਵਰਸਿਟੀਆਂ ਦੀਆਂ ਪ੍ਰੋਫੈਸਰ, ਉਹਨਾਂ ਨੂੰ ਇਹਨਾਂ ਨੇ ਬੁਲਾਇਆ ਔਰ ਸਾਨੂੰ ਹੈਰਾਨ ਕਰ ਦਿੱਤਾ। ਮੈਂ ਇੰਨੀਆਂ ਕੁ ਗੱਲਾਂ ਹੀ ਕਹਿੰਦੀ ਹਾਂ, ਕਿਉਂਕਿ ਬਾਕੀ ਗੱਲਾਂ ਬਾਕੀ ਸਾਰੇ ਕਰ ਚੁੱਕੇ ਨੇ ਤੇ ਕਰਨਗੇ। ਤੇ ਕਮਲਜੀਤ ਨੂੰ ਮੈਂ ਵਧਾਈ ਦਿੰਦੀ ਹਾਂ ਤੇ ਮੈਂ ਆਸ ਕਰਦੀ ਹਾਂ ਤੇ ਇਹਨਾਂ ਨੂੰ ਸ਼ੁਭ ਇੱਛਾਵਾਂ ਦਿੰਦੀ ਹਾਂ ਕਿ ਅੱਗੇ ਤੋਂ ਵੀ ਇਹ ਜਿਹੜੇ ਇਹੋ ਜਿਹੇ ਆਪਣੇ ਮਹਾਨ ਕਾਰਜ ਆ ਉਹਨਾਂ ਨੂੰ ਜਾਰੀ ਰੱਖਣ। ਤੇ ਮੇਰਾ ਸਲੂਟ ਹੈ ਕਮਲ ਜੀ ਤੁਹਾਨੂੰ। ਬਹੁਤ ਖੂਬ ਸੁਰਜੀਤ ਜੀ। ਇੱਕ ਸੁਨੇਹਾ ਮੈਡਮ ਤੁਹਾਡੇ ਲਈ ਭੇਜਿਆ ਹੈ ਡਾਕਟਰ ਅਮਰਜੋਤੀ ਜੀ ਨੇ, ਉਹ ਪੜ੍ਹ ਕੇ ਸੁਣਾਵਾਂਗੀ। ਛੋਟਾ ਜਿਹਾ ਸੁਨੇਹਾ ਹੈ। ਪ੍ਰੋਫੈਸਰ ਕਮਲਜੀਤ ਢਿੱਲੋਂ ਵਿਦਵਾਨ ਹੋਣ ਦੇ ਨਾਲ ਨਾਲ ਸੋਹਣਾ ਅਤੇ ਖੁਸ਼ਹਾਲ ਖਿਆਲਾਂ ਵਾਲਾ ਸਮਾਜ ਸਿਰਜਣ ਵਾਸਤੇ ਕੰਮ ਕਰ ਰਹੇ ਹਨ। ਉਹ ਔਰਤਾਂ ਦੀ ਵਿਅਕਤੀਗਤ ਪਹਿਚਾਣ, ਉਹਨਾਂ ਨੂੰ ਦੂਜੇ ਜਾਂ ਤੀਜੇ ਦਰਜੇ ਦਾ ਇਨਸਾਨ ਸਮਝਣ ਬਾਰੇ ਕਿੰਨੀਆਂ ਹੀ ਉਦਾਹਰਨਾਂ ਵਕਤ ਦੇ ਸਫ਼ੇ ਤੇ ਜੋ ਲਿਖੀਆਂ ਗਈਆਂ ਹਨ, ਉਹਨਾਂ ਬਾਰੇ ਸੋਚਦਿਆਂ ਇਸ ਸਵਾਲ ਨਾਲ ਵਾਬਸਤਾ ਹਨ ਕਿ ਇਹ ਸਮਾਜ ਸਿਰਜਣ ਵਾਲੇ ਕੌਣ ਹਨ। ਇਸ ਦੀ ਪਹਿਚਾਣ ਕਰਨ ਤੇ ਔਰਤਾਂ ਨੂੰ ਜਾਗਰੂਕ ਕਰਨ ਦੀ ਸ਼ਿੱਦਤ ਨਾਲ ਲੰਮੇ ਸਮੇਂ ਤੋਂ ਕੰਮ ਕਰ ਰਹੇ ਹਨ। ਤੁਹਾਡੇ ਵੱਲੋਂ ਕੀਤੀ ਜਾ ਰਹੀ ਇਸ ਆਨਲਾਈਨ ਮੀਟ ਵਿੱਚ ਮੈਂ ਪ੍ਰੋਫੈਸਰ ਢਿੱਲੋਂ ਇਸ ਮਹੱਤਵਪੂਰਨ ਵਿਸ਼ੇ ਬਾਰੇ ਆਪਣੇ ਵਿਚਾਰ ਸਾਂਝੇ ਕਰ ਰਹੇ ਹਨ। ਇਹ ਵਿਚਾਰ ਸਭ ਵਾਸਤੇ ਔਰਤਾਂ ਦੀਆਂ ਸਮੱਸਿਆਵਾਂ ਨੂੰ ਹੋਰ ਚੰਗੀ ਤਰ੍ਹਾਂ ਜਾਣਨ ਸਮਝਣ ਵਿੱਚ ਸਹਾਈ ਹੋਣਗੇ। ਮੈਂ ਤਕਨੀਕੀ ਕਾਰਨਾਂ ਕਰਕੇ ਮੀਟਿੰਗ 'ਚ ਸ਼ਾਮਲ ਨਹੀਂ ਹੋ ਸਕੀ, ਇਸ ਵਾਸਤੇ ਮਾਫੀ ਅਤੇ ਬੇਨਤੀ ਹੈ ਕਿ ਮੇਰਾ ਸੁਨੇਹਾ ਪੜ੍ਹ ਕੇ ਸੁਣਾ ਦੇਣਾ। ਇਸ ਪ੍ਰੋਗਰਾਮ ਨੂੰ ਉਲੀਕਣ ਵਾਸਤੇ ਡਾਕਟਰ ਸਰਬਜੀਤ ਕੌਰ ਸੋਹਲ ਜੀ ਦੀ ਅਗਵਾਈ, ਰਮਿੰਦਰ ਰੰਮੀ ਜੀ ਦਾ ਕੰਮ ਕਰਨ ਦਾ ਸੁਹਿਰਦ ਜਜ਼ਬਾ ਅਤੇ ਸਾਰੀ ਟੀਮ ਦੇ ਇਸ ਨੂੰ ਸਫਲ ਬਣਾਉਣ ਵਾਸਤੇ ਕੀਤੇ ਗਏ ਕੰਮਾਂ ਦੀ ਪ੍ਰਸ਼ੰਸਾ ਕਰਨਾ ਜ਼ਰੂਰੀ ਸਮਝਦੀ ਹਾਂ। ਪ੍ਰੋਗਰਾਮ ਦੀ ਸਫਲਤਾ ਤੇ ਇਸ ਵਿੱਚ ਸ਼ਾਮਲ ਸਾਰੇ ਦੋਸਤਾਂ, ਦਰਸ਼ਕਾਂ, ਸਰੋਤਿਆਂ ਵਾਸਤੇ ਪਿਆਰ ਅਤੇ ਸ਼ੁਭ ਇੱਛਾਵਾਂ ਨਾਲ ਤੁਹਾਡੀ ਆਪਣੀ ਡਾਕਟਰ ਅਮਰਜੋਤੀ। ਉਹਨਾਂ ਦਾ ਸੁਨੇਹਾ ਅਸੀਂ ਮੈਡਮ ਤੱਕ ਪਹੁੰਚਾ ਦਿੱਤਾ। ਤੇ ਹੁਣ ਅਸੀਂ ਪਿਆਰਾ ਸਿੰਘ ਕੁਦੋਵਾਲ ਜੀ, ਤੁਸੀਂ ਦੋ ਸ਼ਬਦ ਬੋਲੋ। ਉਨੀ ਦੇਰ ਮੈਂ ਜਿਹੜਾ ਸਾਹਿਤਕ ਸਾਂਝਾ ਮੈਗਜ਼ੀਨ ਹੈ ਉਹਨੂੰ ਸ਼ੇਅਰ ਕਰਨ ਵਾਸਤੇ ਮੈਂ ਕਰਦੀ ਹਾਂ। ਤੁਸੀਂ ਆਪਣਾ ਹਾਂਜੀ ਰਿੰਟੂ ਭਾਟੀਆ ਜੀ, ਹਾਂਜੀ ਜ਼ਰੂਰ ਜੀ। ਮੈਂ ਦਿਸ਼ਾ ਦੇ ਨਾਲ ਜੁੜੀ ਹਾਂ। ਮੈਂ ਕਮਲਜੀਤ ਕੌਰ ਢਿੱਲੋਂ ਜੀ ਨਾਲ, ਡਾਕਟਰ ਕਮਲਜੀਤ ਕੌਰ ਢਿੱਲੋਂ ਜੀ ਨਾਲ ਜੁੜੀ ਹਾਂ। ਉਹਨਾਂ ਦੀ ਵਾਕਈ ਉਹ 3J ਵਾਲੀ ਜੋਸ਼, ਜਜ਼ਬਾ, ਜਨੂਨ ਮੈਂ ਵਾਕਈ ਉਹਨਾਂ ਦੇ ਵਿੱਚ ਦੇਖਿਆ ਜੋ ਵੀ ਹੈ। ਪਰ ਮੈਨੂੰ ਇੱਕ ਗੱਲ ਮੈਂ ਉਹਨਾਂ ਕੋਲੋਂ ਹੀ ਪੁੱਛਣਾ ਚਾਹੁੰਦੀ ਹਾਂ ਕਿ ਉਹਨਾਂ ਨੂੰ ਵੀ ਸ਼ਾਇਦ ਇਸ ਚੀਜ਼ ਦਾ ਕਿਤੇ ਆਇਆ ਹੋਵੇ ਤੇ ਉਹ ਕਿਸ ਤਰੀਕੇ ਨਾਲ ਉਸ ਚੀਜ਼ ਨੂੰ ਲੈਂਦੇ ਹੈ। ਅਸੀਂ ਕਹਿੰਦੇ ਹਾਂ ਕਿ ਵੂਮਨ ਐਮਪਾਵਰ ਹੋਣੀ ਚਾਹੀਦੀ ਹੈ, ਫਾਈਨੈਂਸ਼ੀਅਲੀ ਇੰਡੀਪੈਂਡੈਂਟ ਹੋਣੀ ਚਾਹੀਦੀ ਹੈ। ਜਦੋਂ ਫਾਈਨੈਂਸ਼ੀਅਲੀ ਇੰਡੀਪੈਂਡੈਂਟ ਹੋ ਜਾਂਦੀ ਹੈ ਤੇ ਔਰਤ ਬਾਹਰ ਨਿਕਲਦੀ ਹੈ ਤੇ ਘਰ ਦਾ ਹਾਲਾਤ ਜਿਹੜੇ ਹੁੰਦੇ ਆ ਕਈ ਵਾਰੀ ਉਹ ਫੇਵਰੇਬਲ ਨਹੀਂ ਹੁੰਦੇ। ਉਹ ਤੁਹਾਨੂੰ ਦੋਨੋਂ ਪਾਸੇ ਰੁਕਾਵਟਾਂ ਆਉਂਦੀਆਂ। ਬਾਹਰ ਵੀ ਨਿਕਲਣਾ ਚਾਹੁੰਦੀ ਹੈ ਕਿਉਂਕਿ ਉਹ ਜਦੋਂ ਅੱਜ ਕੱਲ ਬਹੁਤ ਅਸੀਂ ਇਸ ਤੇ ਕੰਮ ਕਰ ਰਹੇ ਹਾਂ ਫੈਮਿਨਿਜ਼ਮ ਤੇ ਕਿ ਹਾਂ ਔਰਤ ਨੂੰ ਐਮਪਾਵਰ ਹੋਣਾ ਚਾਹੀਦਾ, ਫਾਈਨੈਂਸ਼ੀਅਲੀ ਐਮਪਾਵਰ ਹੋਣਾ ਚਾਹੀਦਾ।
ਤੇ ਜਦੋਂ ਉਹ ਬਾਹਰ ਨਿਕਲਦੀ ਹੈ ਤੇ ਉਹਨੂੰ ਘਰ ਦੀਆਂ ਰੁਕਾਵਟਾਂ ਔਰ ਬਾਹਰ ਦੀਆਂ ਵੀ ਜਿਹੜੀਆਂ ਸੋਸ਼ਲ ਜਿਹੜੀਆਂ ਰੁਕਾਵਟਾਂ ਹੁੰਦੀਆਂ ਉਹ ਵੀ ਸਹਿਣੀਆਂ ਪੈਂਦੀਆਂ। ਤੇ ਤੁਹਾਨੂੰ ਕਿਸ ਤਰੀਕੇ ਤੁਸੀਂ ਤੁਹਾਡੇ ਸਾਹਮਣੇ ਵੀ ਇਹੋ ਜਿਹੀ ਕੋਈ ਮਤਲਬ ਔਰਤਾਂ ਆਈਆਂ ਜਾਂ ਤੁਹਾਨੂੰ ਕੋਈ ਇਹੋ ਜਿਹੀ ਫੈਮਿਲੀ ਵੱਲੋਂ ਕੁਝ ਏਦਾਂ ਸਪੋਰਟ ਕਿੱਦਾਂ ਮਿਲੀ, ਮੈਂ ਉਹ ਜਾਣਨਾ ਚਾਹੁੰਦੀ ਹਾਂ ਸਿਰਫ ਜੀ। ਜੀ ਰੰਟੂ, ਮੈਂ ਸੰਖੇਪ ਦੇ ਵਿੱਚ ਹੀ ਇਹ ਗੱਲ ਕਰਾਂਗੀ ਕਿਉਂਕਿ ਇਹ ਬੜਾ ਲੰਬਾ ਚੌੜਾ ਤੇ ਇਹ ਪੂਰੇ ਦਾ ਪੂਰਾ ਜਿਹੜਾ ਹੈ ਵਿਸ਼ਾ ਹੈ ਜਿਹੜਾ ਹਰ ਔਰਤ ਨਾਲ ਜੁੜਿਆ ਹੋਇਆ ਹੈ। ਪਹਿਲੀ ਗੱਲ ਤਾਂ ਇਹ ਹੈ ਕਿ ਸਾਡਾ ਸਮਾਜਿਕ ਰਹਿਤਲ ਜਿਹੜੀ ਹੈ ਸਾਡੀ, ਉਹਦੇ ਵਿੱਚ ਸਾਨੂੰ ਸ਼ੁਰੂ ਤੋਂ ਇਹ ਸਿਖਾਇਆ ਜਾਂਦਾ ਹੈ ਕਿ ਨਹੀਂ, ਔਰਤ ਇਹ ਨਹੀਂ ਕਰਦੀ, ਔਰਤ ਉਹ ਨਹੀਂ ਕਰਦੀ, ਔਰਤ ਨਹੀਂ ਇਹ ਕਰ ਸਕਦੀ ਹੈ। ਉਹ ਜਿਹੜੀਆਂ ਬੰਦਿਸ਼ਾਂ ਨੇ, ਉਹ ਜਿਹੜੇ ਬੰਦੇਜ ਨੇ, ਉਹ ਔਰਤ ਨੂੰ ਬਚਪਨ ਤੋਂ ਲੈ ਕੇ ਜਵਾਨੀ ਤੱਕ ਜਿਹੜਾ ਹੈ ਪਾਏ ਜਾਂਦੇ ਨੇ। ਮੇਰੇ ਘਰ ਦੇ ਵਿੱਚ ਮੈਂ ਇਸ ਗੱਲ ਲਈ ਖੁਸ਼ਕਿਸਮਤ ਹਾਂ ਕਿ ਮੇਰੀ ਮਾਂ ਬੜੀ ਜਾਗਰੂਕ ਔਰਤ ਸੀ। ਮੇਰੇ ਬਾਪ, ਸਾਡਾ ਮਾਹੌਲ ਘਰ ਦਾ ਇਸ ਤਰ੍ਹਾਂ ਦਾ ਸੀ ਜਿਸ ਦੇ ਵਿੱਚ ਔਰਤ ਨੂੰ ਦੁਜੈਲਾ ਸਥਾਨ ਨਹੀਂ ਸੀ, ਕਿਉਂਕਿ ਜਦੋਂ ਮਾਂ ਪਿਓ ਤੁਹਾਡੇ ਟੀਚਿੰਗ ਲਾਈਨ 'ਚ ਹੋਣ, ਪ੍ਰੋਗਰੈਸਿਵ ਸਾਡਾ ਏਰੀਆ ਸੀ, ਸਾਡੇ ਘਰ ਦੇ ਵਿੱਚ ਸਾਰੇ ਇਲਾਕੇ ਦੇ ਜਿਹੜੇ ਫਾਈਟਰ ਸਨ, ਐਕਟਿਵਿਸਟ ਸਨ, ਉਹ ਆਉਣ ਜਾਣ ਲੱਗਾ ਰਹਿੰਦਾ ਸੀ। ਸੋ ਇਸ ਕਰਕੇ ਪਰਿਵਾਰਾਂ ਦੇ ਵਿੱਚ ਸਾਡੇ ਬਚਪਨ ਦੇ ਵਿੱਚ ਮੇਰੇ ਲਈ ਉਹ ਕੋਈ ਗੱਲ ਨਹੀਂ ਸੀ। ਤੇ ਮੇਰੀ ਮਾਂ ਨੂੰ ਇਹ ਸੀ ਕਿ ਮੈਂ ਇਹਨਾਂ ਨੂੰ ਜਿੰਨਾ ਜ਼ਿਆਦਾ ਤੋਂ ਜ਼ਿਆਦਾ ਪੜ੍ਹਾ ਸਕਾਂ। ਤੇ ਸਾਡੇ ਘਰ ਦੇ ਵਿੱਚ ਜਿਹੜੀ ਵਹਿਮ ਭਰਮ ਨੂੰ ਕੋਈ ਥਾਂ ਨਹੀਂ ਸੀ, ਸੁਪਰਸਟੀਸ਼ਨ ਨੂੰ ਕੋਈ ਥਾਂ ਨਹੀਂ ਸੀ, ਮੇਰੀ ਮਾਂ ਵੀ ਨਹੀਂ ਸੀ ਮੰਨਦੀ। ਤਾਂ ਸੋ ਇਸ ਕਰਕੇ ਉਸ ਪੁਆਇੰਟ ਆਫ ਵਿਊ ਤੋਂ ਮੈਂ ਠੀਕ ਰਹੀ, ਮਤਲਬ ਮੇਰੇ ਲਈ ਇਹ ਸੀ। ਫਿਰ ਜਦੋਂ ਮੈਂ ਆਪਣਾ ਚੰਡੀਗੜ੍ਹ ਦੇ ਵਿੱਚ ਆਪਣਾ ਪ੍ਰੋਫੈਸ਼ਨਲ ਲਾਈਫ ਸ਼ੁਰੂ ਕੀਤੀ, ਉਹਦੇ ਵਿੱਚ ਤੁਹਾਡੇ ਲਈ ਇੱਕ ਵੱਡੀ ਗੱਲ ਜਿਹੜੀ ਹੈ ਫਾਈਨੈਂਸ਼ੀਅਲ ਇੰਡੀਪੈਂਡੈਂਸ ਹੋਣਾ ਜ਼ਰੂਰੀ ਹੁੰਦਾ, ਪਰ ਇਹ ਸਾਰੀ ਕੁਝ ਨਹੀਂ ਹੁੰਦਾ। ਬਹੁਤ ਸਾਰੀਆਂ, ਮੈਂ ਇੱਕ ਵਾਰੀ ਸਰਵੇ ਕੀਤਾ ਆਪਣੇ ਕਾਲਜ ਦੇ ਵਿੱਚ, ਹਿਡਨ ਸਰਵੇ ਕੀਤਾ ਵਨੀਤਾ ਜੀ, ਤੁਸੀਂ ਵੀ ਜਾਣਦੇ ਹੋ, ਜਿਹੜੇ ਈਵਨ ਕਿ ਅਸੀਂ ਸਮਝਦੇ ਹਾਂ ਕਮਲਜੀਤ ਗਿੱਲ ਨੇ ਬੈਠੇ ਯੂਨੀਵਰਸਿਟੀਆਂ 'ਚ, ਮੈਂ ਉਹਦੇ ਵਿੱਚ ਇੱਕ ਸਰਵੇ ਕੀਤਾ। 40 ਔਰਤਾਂ ਸਾਡੀਆਂ ਮੇਰੀਆਂ ਕੁਲੀਗ ਸਨ, ਉਹਨਾਂ ਨੂੰ ਇੱਕ ਫਾਰਮ ਦਿੱਤਾ ਵੀ ਤੁਹਾਨੂੰ ਆਪਣਾ ਪੈਸਾ ਖਰਚਣ ਦਾ ਅਧਿਕਾਰ ਕਿੰਨਾ, ਤੇ ਉਹਦੇ ਵਿੱਚ ਤੁਸੀਂ ਮਤਲਬ ਦੈਟ ਵਾਜ਼ ਇਹ 2008-9-10 ਦੀਆਂ ਗੱਲਾਂ ਨੇ। ਜਦੋਂ ਮੈਂ ਇਹ ਡਿਸਾਈਡ ਕਰਨਾ ਸੀ ਕਿ ਮੈਂ ਪੰਜਾਬ ਦੇ ਓਨਰ ਕਿਲਿੰਗ ਤੇ ਡੈਸਟੀਨੇਸ਼ਨ ਕਰਨਾ ਜਾਂ ਮੈਂ ਜਿਹੜੀਆਂ ਸਾਡੀਆਂ ਵਰਕਿੰਗ ਔਰਤਾਂ ਨੇ ਉਹਨਾਂ ਦੀ ਖੁਦ ਮੁਖਤਾਰੀ, ਜਿਹੜੀ ਆਪਣੀ ਜ਼ਿੰਦਗੀ ਦੇ ਫੈਸਲੇ ਲੈਣ ਦੀ ਖੁਦ ਮੁਖਤਾਰੀ ਹੈ, ਉਹਦੇ ਤੇ ਕੰਮ ਕਰਨਾ। ਤੇ ਤੁਸੀਂ ਇਹ ਸਾਰੇ ਜਾਣ ਕੇ ਇਹ ਤੁਹਾਨੂੰ ਇਹ ਬੜੀ ਹੈਰਾਨੀ ਹੋਏਗੀ, ਉਹਦੇ ਵਿੱਚ ਸਿਰਫ 5 ਔਰਤਾਂ ਨੇ ਕਿਹਾ ਕਿ ਮੈਂ 5 ਲੈਕਚਰਰ ਜਿਹੜੀਆਂ ਜਿਹਨੂੰ ਅਸੀਂ ਕਹਿੰਦੇ ਕਿ ਐਲੀਟ ਹੈ, ਇਹ ਇੰਟੈਲੈਕਚੁਅਲ ਹੈ, ਉਹਨਾਂ ਨੇ ਕਿਹਾ ਕਿ ਮੈਂ ਆਪਣੀ ਤਨਖਾਹ ਆਪਣੇ ਤਰੀਕੇ ਨਾਲ ਵਰਤ ਸਕਦੀ ਹਾਂ। ਜਿਸ ਦੇ ਵਿੱਚ 5-6 ਔਰਤਾਂ ਨੇ ਕਿਹਾ ਕਿ ਸਾਨੂੰ ਜਾ ਕੇ ਤਨਖਾਹ ਘਰ 'ਚ ਫੜਾਉਣੀ ਪੈਂਦੀ ਹੈ। ਉਹ ਉਸ ਲੈਵਲ ਤੇ ਆ ਕੇ ਜਿਸਨੂੰ ਅਸੀਂ ਇਕਨੋਮਿਕਲ ਇੰਡੀਪੈਂਡੈਂਟ ਕਹਿੰਦੇ ਆ, ਉੱਥੇ ਵੀ ਇਕਨੋਮਿਕਲ ਇੰਡੀਪੈਂਡੈਂਟ ਨਹੀਂ ਸੀ ਉਹਨਾਂ ਦੀ। ਤੇ ਇਸ ਕਰਕੇ ਜਿਹੜੀ ਇਹ ਘਰ ਦੇ ਵਿੱਚ ਜਿਹੜਾ ਘਰ ਦਾ ਸਾਡਾ ਫੈਮਿਲੀ ਸਟਰਕਚਰ ਹੈ, ਇਹ ਬਹੁਤ ਵੱਡਾ ਰੋਲ ਅਦਾ ਕਰਦਾ ਹੈ। ਨਹੀਂ ਤੇ ਔਰਤਾਂ ਜਿਹੜੀਆਂ ਹੈ ਉਹ ਅੱਗੇ ਆਉਣ ਨੂੰ ਤਿਆਰ ਨਹੀਂ ਬੈਠੀਆਂ। ਜਿਸ ਤਰ੍ਹਾਂ ਅਸੀਂ ਹੁਣ ਬੜਾ ਵੱਡਾ ਇਸ਼ੂ ਹੈ ਪੰਚਾਇਤਾਂ ਦੇ ਮਸਲੇ ਨੇ, ਜਾਂ ਸਾਡੇ ਜਦੋਂ ਅਸੀਂ ਪਾਰਲੀਮੈਂਟ 'ਚ ਵੀ ਦੇਖਦੇ ਹਾਂ, ਜਾਂ ਸਾਡੀਆਂ ਜਿਹੜੀਆਂ ਜਿੱਥੇ ਡਿਸੀਜਨ ਮੇਕਿੰਗ ਨੇ, ਜਿੱਥੇ ਔਰਤਾਂ ਦੀ ਸ਼ਮੂਲੀਅਤ ਹੋਣੀ ਆ, ਉੱਥੇ ਕਿਉਂ ਪਿੱਛੇ ਰਹਿ ਜਾਂਦੀਆਂ ਨੇ। ਉਹ ਜਿਹੜਾ ਸਾਡਾ ਸੋਸ਼ਲ ਸਟਰਕਚਰ ਹੈ, ਸਾਡਾ ਕਲਚਰਲ ਸਟਰਕਚਰ ਹੈ, ਉਹਦੇ ਵਿੱਚ ਔਰਤ ਬਚਪਨ ਤੋਂ ਲੈ ਕੇ ਜਵਾਨੀ ਤੱਕ, ਤੇ ਫਿਰ ਜਿਹੜਾ ਸਮਾਜ ਹੈ, ਫਿਰ ਸਰਕਾਰਾਂ ਨੇ, ਉਹ ਉਸ ਤਰ੍ਹਾਂ ਦਾ ਪੋਜ਼ਿਟਿਵ ਰੋਲ ਅਦਾ ਨਹੀਂ ਕਰ ਰਹੀਆਂ। ਮੈਂ ਹਿੰਦੁਸਤਾਨ ਦੇ ਪ੍ਰਸੰਗ 'ਚ ਗੱਲ ਕਰ ਰਹੀ ਹਾਂ, ਜਿਸ ਤਰ੍ਹਾਂ ਦਾ ਹੋਣਾ ਚਾਹੀਦਾ ਹੈ ਔਰਤ ਨੂੰ ਅੱਗੇ ਲਿਆਉਣ ਦੇ ਲਈ। ਸੋ ਇਸ ਕਰਕੇ ਇਹ ਬੜਾ ਜਿਹਨੂੰ ਅਸੀਂ ਕਹਿੰਦੇ ਆ ਕਿ ਇਹ ਡਿਊਲ ਤੇ ਜਿਹੜਾ ਸਾਡਾ ਇੱਕ ਡਾਇਲੈਕਟੀਕਲ, ਜਿਹਨੂੰ ਅਸੀਂ ਦਵੰਦ ਡਾਇਲੈਕਟੀਕਲ ਰਿਲੇਸ਼ਨਸ਼ਿਪ ਅਸੀਂ ਕਹਿੰਦੇ ਆ ਕਿ ਇੰਡੀਵਿਜੂਅਲ ਦਾ ਤੇ ਸਾਡੇ ਸਮਾਜ ਦੇ ਨਾਲ ਇੱਕ ਉਹ ਦੂਰਾ ਜੁੜਿਆ ਹੋਇਆ ਰਿਸ਼ਤਾ ਹੁੰਦਾ, ਜਿਹਦੇ ਵਿੱਚ ਔਰਤ ਨੇ ਫਾਈਟ ਕਰਨੀ, ਬਹੁਤ ਕੁਝ ਪ੍ਰਾਪਤ ਕਰ ਲਿਆ। ਜੇ 100 ਸਾਲ ਪਹਿਲਾਂ ਅਸੀਂ ਪੰਜਾਬ ਨੂੰ ਦੇਖੀਏ, ਜਿਸ ਦੇ ਵਿੱਚ ਵਿਧਵਾ ਵਿਆਹ ਦੀ, ਬਾਲ ਵਿਆਹ ਦੀ, ਔਰਤਾਂ ਨੂੰ ਪੜ੍ਹਨ ਦੀ ਆਜ਼ਾਦੀ ਨਹੀਂ ਸੀ, ਉਹ ਹੌਲੀ ਹੌਲੀ ਤੁਰਦਾ ਹੈ। ਜਿਹੜਾ ਸਮਾਜ ਤੁਰਦਾ ਤਾਂ ਹੈ ਪਰ ਹੌਲੀ ਤੁਰਦਾ ਹੈ, ਬਹੁਤ ਕੁਝ ਫਰਕ ਪਿਆ ਹੈ।
ਪਰ ਅਜੇ ਹੋਰ ਬਹੁਤ ਕੁਝ ਕਰਨਾ ਬਾਕੀ ਹੈ। ਇਹਦੇ 'ਚ ਔਰਤ ਨੂੰ ਵੀ ਯੁਰਤ ਕਰਨੀ ਪੈਣੀ ਹੈ ਤੇ ਉਹਦੇ 'ਚ ਉਹਦੇ ਬਾਪ ਨੂੰ, ਉਹਦੇ ਭਰਾ ਨੂੰ, ਉਹਦੇ ਪਤੀ ਨੂੰ ਸਾਥ ਦੇਣਾ ਬਹੁਤ ਜ਼ਰੂਰੀ ਹੈ। ਕਿਉਂਕਿ ਜਦੋਂ ਇੱਥੇ ਜਿਹੜੀ ਪਹਿਲੀ ਔਰਤ ਆਈ ਸੀ, ਲੈ ਕੇ ਆਏ ਸੀ ਕੌਨਸ਼ੀਅਸਲੀ, ਉਹਦੇ ਵਿੱਚ ਡਿਸੀਜਨ ਮਰਦਾਂ ਨੇ ਕੀਤਾ ਸੀ, ਭਾਈ ਮੇਵਾ ਸਿੰਘ ਨੇ, ਭਾਈ ਹੀਰਾ ਸਿੰਘ ਨੇ, ਤੇ ਉਹ ਜਾ ਕੇ ਖੁਦ ਆਪਣੀਆਂ ਔਰਤਾਂ ਨੂੰ ਲੈ ਕੇ ਆਈ ਸੀ। ਇੱਥੇ ਫੈਮਲੀਜ਼ ਦੀ ਸੈਟਿੰਗ ਦੇ ਲਈ ਜਿਹੜਾ ਸਾਡਾ ਕੈਨੇਡਾ ਦੇ ਵਿੱਚ ਫੈਮਲੀਜ਼ ਦੇ ਅਧਿਕਾਰਾਂ ਨੂੰ ਬਰਕਰਾਰ ਕਰਨ ਦੇ ਲਈ ਕੈਨੇਡੀਅਨ ਪ੍ਰਸੰਗ ਦੇ ਵਿੱਚ ਉਹਨਾਂ ਨੇ ਕੋਸ਼ਿਸ਼ਾਂ ਕੀਤੀਆਂ। ਇਸੇ ਤਰੀਕੇ ਦੇ ਨਾਲ ਜੇ ਅਸੀਂ ਦੇਖੀਏ ਹਿੰਦੁਸਤਾਨ ਦੇ ਵਿੱਚ ਜਿਹੜੀ ਸਾਡੀ ਪਹਿਲੀ ਔਰਤ ਅਸੀਂ ਜੋਤੀਬਾ ਫੂਲੇ ਤੇ ਸਵਿਤਰੀ ਬਾਈ ਫੂਲੇ, ਉਹਦੇ ਨਾਲ ਫਾਤਮਾ ਸ਼ੇਖ, ਉਹ ਤਿੰਨਾਂ ਨੇ ਰਲ ਕੇ ਔਰਤਾਂ ਦੀ ਪੜ੍ਹਾਈ ਦੇ ਲਈ ਕੰਮ ਕੀਤਾ। ਸੋ ਇਹ ਸੁਸਾਇਟੀ ਨੂੰ ਇਕੱਠੇ ਹੋ ਕੇ ਯਤਨ ਕਰਨੇ ਪੈਣਗੇ, ਫਿਰ ਹੀ ਅਸੀਂ ਔਰਤ ਦੀ ਮੁਕਤੀ ਦਾ ਸਵਾਲ, ਔਰਤ ਦੀ ਆਜ਼ਾਦੀ, ਕੰਪਲੀਟ ਆਜ਼ਾਦੀ ਦਾ ਸਵਾਲ ਜਿਹੜਾ ਅੱਗੇ ਆ ਸਕਦਾ ਹੈ। बहुत हाँ, शुक्रिया। मैं कुछ कहना चाहूंगी, 2 मिनट बोल जी सकती जी हूँ? जी बनीता। मैं सारी टीम ਨੂੰ ਸਰਬਜੀਤ ਔਰ ਸਾਡੀ ਰਮਿੰਦਰ ਨੇ ਰਲ ਕੇ ਜਿਹੜਾ ਇਹ ਕੀਤਾ, ਔਰ ਕੈਨੇਡਾ ਬੈਠੀਆਂ ਸਾਰੀਆਂ ਭੈਣਾਂ ਨੇ ਰਲ ਕੇ ਦਿਸ਼ਾ ਔਰ ਇਹ ਜਿਹੜਾ ਵਿਸ਼ਵ ਸਾਂਝਾਂ ਜਿਹੜੀਆਂ ਪਵਾਈਆਂ, ਬਹੁਤ ਮੁਬਾਰਕ ਦੇਣੀ ਆ। ਔਰ ਮੈਂ ਕਵਲਜੀਤ ਬਾਰੇ ਇੱਕੋ ਹੀ ਗੱਲ ਕਵਾਂਗੀ, ਭਾਈ ਵੀਰ ਸਿੰਘ ਦੀ, ਉਹਦਾ ਅਸੀਂ 150 ਸਾਲ ਮਨਾ ਰਹੇ ਤੇ ਮੈਨੂੰ ਦੀ ਕਵਿਤਾ ਯਾਦ ਆਉਂਦੀ ਹੈ ਕਵਲਜੀਤ ਨੂੰ ਦੇਖ ਕੇ। ਸੀਨੇ ਖਿੱਚ ਜਿਨ੍ਹਾਂ ਨੇ ਖਾਧੀ, ਉਹ ਕਰ ਆਰਾਮ ਨਾ ਵਹਿੰਦੇ, ਨਿਉ ਵਾਲੇ ਨੈਣਾ ਕੀ ਨੀਂਦਰ, ਦਿਨੇ ਰਾਤ ਪਏ ਵਹਿੰਦੇ। ਸੋ ਮੇਰੀ ਭੈਣ ਦਿਨ ਰਾਤ ਬਹਿ ਰਹੀ ਹੈ। ਔਰ ਦੇਖੋ ਕੋਈ ਵੀ ਜਦ ਤੱਕ ਅਸੀਂ ਹੁਣ ਗ੍ਰਾਂਟਸ ਨਹੀਂ ਲਵਾਂਗੇ, ਬਹੁਤ ਸਾਰੇ ਇਸ਼ੂਜ਼ ਤੁਸੀਂ ਇੱਕਦਮ ਉਠਾ ਲਿੱਤੇ ਇੰਟਰੋਡਕਸ਼ਨ ਦੇ ਵਿੱਚੋਂ, ਸਿਰਫ ਸਾਨੂੰ ਜਾਣ ਪਛਾਣ ਕਰਾ ਸਕਦੀ ਹੈ। ਇਹ ਮਸਲੇ ਹਰ ਇੱਕ ਜਦੋਂ ਸੰਵਾਦ ਰਚਾਵਾਂਗੇ ਤੇ ਇਸ ਤਰ੍ਹਾਂ ਫਿਰ ਇਹਦੇ ਮਸਲਿਆਂ ਲਈ ਵੀ ਇਹਦੇ ਹੱਲ ਵੀ ਨਿਕਲਣਗੇ, ਲੇਕਿਨ ਉਹਦੇ ਲਈ ਸਾਨੂੰ ਗ੍ਰਾਂਟਸ ਦੀ ਲੋੜ ਪਏਗੀ। ਔਰ ਇੱਕ ਕਵਲਜੀਤ ਨਹੀਂ, ਸਾਰੀ ਟੀਮ ਨੂੰ ਕਵਲਜੀਤ ਢਿੱਲੋਂ ਬਣਨਾ ਪਏਗਾ। ਇਹਦਾ ਜਿਹੜਾ ਵਿਜ਼ਨ ਹੈ ਇਹਦੇ ਮੱਥੇ ਤੇ ਚਮਕਦਾ, ਇਹਦੇ ਹਰ ਲਫ਼ਜ਼ ਵਿੱਚ ਚਮਕਦਾ, ਲੇਕਿਨ ਜਦ ਤੱਕ ਅਸੀਂ ਸਾਰੇ ਉਸ ਵਿਜ਼ਨ ਦੇ ਨਾਲ ਉਸ ਦਿਸ਼ਾ ਵੱਲ ਨਹੀਂ ਟੁਰਾਂਗੀਆਂ ਤਾਂ ਫਿਰ ਉਹ ਗੱਲਾਂ ਰਹਿ ਜਾਣਗੀਆਂ। ਇਸ ਕਰਕੇ ਆਓ ਸਾਰੇ ਰਲ ਕੇ ਇਹਦੇ ਨਾਲ ਸਾਥ ਦਈਏ ਤੇ ਮੋਢੇ ਨਾਲ ਮੋਢਾ ਮਿਲਾ ਕੇ ਚੱਲਾਂਗੇ ਤਾਂ ਫਿਰ ਮੁਸ਼ਕਿਲ ਕੁਝ ਵੀ ਨਹੀਂ। ਅਗਰ ਠਾਣ ਲੀजिए, ਬਹੁਤ ਟਾਈਮ ਬਦਲ ਚੁੱਕੇ ਨੇ, ਦਿਸ਼ਾ ਸਾਨੂੰ ਸਹੀ ਦਸ਼ਾ ਵੱਲ ਲੈ ਕੇ ਜਾਏਗੀ, ਸਹੀ ਦਿਸ਼ਾ ਵੱਲ ਲੈ ਕੇ ਜਾਏਗੀ। ਆਪ ਸਭ ਨੂੰ ਬਹੁਤ ਬਹੁਤ ਮੁਬਾਰਕ, ਬਹੁਤ ਬਹੁਤ ਮੁਬਾਰਕ। ਥੈਂਕ बहुत ਯੂ। शुक्रिया, बहुत शुक्रिया डॉक्टर वनीता। कुलजीत कौर जी, हरविंदर जी चंडीगढ़ तो वो कुछ कहना चाह रहे हैं, प्लीज। ਰਵਿੰਦਰ ਚੰਦ ਜੀ ਬੋਲੋ ਜੀ। ਹਾਂਜੀ ਹਾਂਜੀ, ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ। ਸੌਰੀ ਮੈਂ ਥੋੜਾ ਜਿਹਾ ਮੈਂ ਕੋਈ ਐਮਰਜੈਂਸੀ ਸੀਗਾ, ਵਿੱਚ ਨੂੰ ਜਾਣਾ ਪੈ ਗਿਆ। ਮੈਂ ਜਿੰਨੀ ਕੁ ਗੱਲਬਾਤ ਸੁਣੀ ਹੈ ਕਮਲਜੀਤ ਹੋਣਾ ਦੀ, ਔਰ ਕਮਲਜੀਤ ਹੋਣਾ ਨੂੰ ਕਿਉਂਕਿ ਮੈਂ ਗੱਲਬਾਤ ਤੋਂ ਇਲਾਵਾ ਵੀ ਬਹੁਤ ਸਾਰਾ ਪਹਿਲਾਂ ਤੋਂ ਜਾਣਦਾ, ਮੈਨੂੰ ਇਹ ਪਤਾ ਹੈ ਕਿ ਕੀ ਉਹਨਾਂ ਨੇ ਕਿਹਾ ਹੋਊਗਾ, ਕੀ ਉਹ ਸੋਚਦੇ ਆ, ਕੀ ਉਹਨਾਂ ਦਾ ਵਿਜ਼ਨ ਹੈ। ਮੇਰਾ ਇੱਕ ਦੋ ਆਬਜ਼ਰਵੇਸ਼ਨ ਹੈ ਇਸ ਮਾਮਲੇ 'ਚ ਜੋ ਮੈਂ ਸੋਚਦਾ ਕਿ ਕੋਈ ਵੀ ਤਬਕਾ ਜਿਹੜਾ ਹੈਗਾ, ਉਹ ਜੇ ਉਹਦੀ ਤੁਸੀਂ ਤਬਦੀਲੀ ਕਰਨੀ ਹੈ ਸਥਿਤੀ, ਤਾਂ ਜਿਹੜੇ ਤਬਕੇ ਨੇ ਉਹਨੂੰ ਦਬਾਇਆ ਹੁੰਦਾ, ਜਦੋਂ ਤੱਕ ਉਸ ਤਬਕੇ ਨੂੰ ਤੁਸੀਂ ਨਾਲ ਨਹੀਂ ਲੈਂਦੇ, ਉਹਦੇ ਵਿੱਚ ਵੀ ਚੇਂਜ ਨਹੀਂ ਲਿਆਉਂਦੇ, ਉਦੋਂ ਤੱਕ ਸੰਭਾਵਨਾ ਬੜੀ ਘੱਟ ਰਹਿੰਦੀ ਹੈ। ਭਾਵੇਂ ਉਹ ਔਰਤ ਦਾ ਮਾਮਲਾ ਹੈ, ਭਾਵੇਂ ਦਲਿਤ ਦਾ ਹੈ, ਇਹ ਮਿਲਦੇ ਜੁਲਦੇ ਮਾਮਲੇ ਆ। ਤੇ ਮੈਂ ਦੋਨਾਂ ਦੇ ਵਿੱਚ ਜਿਹੜੀ ਮੈਂ ਵੇਖਦਾ ਆ ਕਿ ਜਦੋਂ ਦਲਿਤ ਕੁਐਸਚਨ ਆਉਂਦਾ ਤਾਂ ਉਹਦੇ ਵਿੱਚ ਦਲਿਤ ਹੀ ਜਿਹੜੇ ਹੈਗੇ ਆ ਉਹ ਜ਼ਿਆਦਾ ਉਸ ਚੀਜ਼ ਨੂੰ ਉਠਾ ਰਹੇ ਹੁੰਦੇ ਆ, ਤੇ ਜਿਹੜੇ ਬੰਦੇ ਦੂਸਰੀ ਧਿਰ ਹੈਗੀ ਆ ਉਹਦੇ ਵਿੱਚ ਵੀ ਸੈਕੂਲਰ ਜਾਂ ਬਹੁਤ ਸਾਰੀ ਚੰਗੀ ਤਬਦੀਲੀ ਵਾਲੇ ਬੰਦੇ ਹੁੰਦੇ ਆ, ਤੇ ਉਹਨਾਂ ਨੂੰ ਵੀ ਨਾਲ ਲੈਣਾ ਚਾਹੀਦਾ। ਤੇ ਇਸ ਤਰ੍ਹਾਂ ਮੈਂ ਸਮਝਦਾ ਕਿ ਔਰਤਾਂ ਦਾ ਮਸਲਾ ਵੀ ਉਹ ਔਰਤਾਂ ਤੋਂ ਵੱਧ ਮਰਦਾਂ ਦੇ ਵਿੱਚ ਤਬਦੀਲੀ ਲਿਆਉਣ ਦੀ ਜ਼ਿਆਦਾ ਲੋੜ ਹੈ। ਔਰਤ ਦਾ ਮਸਲਾ ਮਰਦਾਂ ਦੇ ਵਿੱਚ ਪਿਆ ਹੈਗਾ। ਸੋ ਇਸ ਕਰਕੇ ਮੈਂ ਇਹ ਸਮਝਦਾ ਕਿ ਇਸ ਮੰਚ ਦੇ ਵਿੱਚ ਜਿਹੜੀ ਹੈਗੀ ਆ ਲਾਈਕ ਮਾਈਂਡਡ ਬੰਦੇ ਜਿਹੜੇ ਮੇਲ ਨੇ, ਮੈਂ ਬਹੁਤ ਕੁਛ ਇਸ ਇਸ਼ੂ ਦੇ ਉੱਤੇ ਪੋਇਟਰੀ ਦੇ ਵਿੱਚ ਵੀ ਲਿਖਿਆ, ਅਦਰਵਾਈਜ਼ ਵੀ ਲਿਖਿਆ। ਮੈਂ ਜਿਹੜੀ ਇਹ ਸੋਚਦਾ ਕਿ ਜੋ ਇਹ ਇੱਕ ਪੈਟਰੀਆਰਕੀ ਜਿਹੜੀ ਹੈਗੀ ਆ ਸਿਰਫ ਮੇਲ 'ਚ ਨਹੀਂ ਆ, ਪੈਟਰੀਆਰਕੀ ਫੀਮੇਲ ਦੇ ਅੰਦਰ ਵੀ ਘੁਸੀ ਹੋਈ ਹੈ। ਸੋ ਉਹ ਜਿਹੜੀ ਹੈਗੀ ਆ
ਮਤਲਬ ਜੈਂਡਰ ਇਸ਼ੂ ਜਿਹੜਾ ਹੈਗਾ ਦੋਨੋਂ ਪਾਸਿਓਂ ਹੀ ਐਡਰੈਸ ਕਰਨ ਦੀ ਲੋੜ ਆ। ਮੇਰੀ ਇੱਕ ਇਹ ਆਪਣੀ ਨਿੱਜੀ ਆਬਜ਼ਰਵੇਸ਼ਨ ਆ। ਇਹ ਮੈਂ ਸਹਿਮਤ ਹਾਂ ਕਿ ਬਹੁਤ ਸਾਰੀਆਂ ਚੇਂਜਸ ਆ ਰਹੀਆਂ ਨੇ, ਪੋਜ਼ਿਟਿਵ ਆ ਰਹੀਆਂ ਨੇ। ਸਾਡੇ ਬੱਚੇ ਬੱਚੀਆਂ ਜਿਹੜੀਆਂ ਹੈਗੀਆਂ ਉਹਨਾਂ 'ਚ ਬਹੁਤ ਫਰਕ ਪੈ ਰਿਹਾ, ਲੇਕਿਨ ਪੇਸ ਬਹੁਤ ਸਲੋ ਹੈ। ਪਿੰਡਾਂ ਔਰ ਸ਼ਹਿਰਾਂ ਦਾ ਬਹੁਤ ਫਰਕ ਹੈ ਅਜੇ ਵੀ, ਔਰ ਸੈਕਸ਼ਨ ਵਾਈਜ਼ ਫਰਕ ਹੈ ਬਹੁਤ ਜ਼ਿਆਦਾ। ਜਿਹੜਾ ਅਪਰ ਸੈਕਸ਼ਨ ਹੈ ਉਹਦੇ 'ਚ ਹੋਰ ਸਟੇਟਸ ਹੈ, ਥੱਲੇ ਵਾਲਿਆਂ 'ਚ ਹੋਰ ਸਿਚੁਏਸ਼ਨ। ਸੋ ਇਹ ਆਬਜ਼ਰਵੇਸ਼ਨ ਹੈ ਮੇਰੀ। ਬਾਕੀ ਬਹੁਤ ਬਹੁਤ ਮੁਬਾਰਕਾਂ ਤੁਹਾਨੂੰ ਸਾਰਿਆਂ ਨੂੰ। ਪ੍ਰੋਗਰਾਮ ਬਹੁਤ ਅੱਛਾ ਤੇ ਇਫੈਕਟਿਵ ਸੀਗਾ। ਧੰਨਵਾਦ। ਰਿੰਟੂ ਜੀ ਇੱਕ ਮਿੰਟ। ਹਰਵਿੰਦਰ ਜੀ, ਮੈਂ ਤੁਹਾਡੀ ਗੱਲ ਨਾਲ ਬਿਲਕੁਲ ਮੁਤਫਿਕ ਹਾਂ, ਕਿਉਂਕਿ ਮੈਂ ਤੇ ਅਸੀਂ ਹਰਵਿੰਦਰ ਤੇ ਅਸੀਂ ਪੰਜਾਬ ਦੇ ਵਿੱਚ ਉਦੋਂ 1991-90 ਦੇ ਵਿੱਚ ਔਰ ਬੱਚਿਆਂ ਲਈ ਕਾਫਲਾ ਕੀਤਾ ਸੀ, ਯਾਦ ਹੋਏਗਾ ਤੁਹਾਨੂੰ। ਤੇ ਅਸੀਂ ਉਦੋਂ ਸਾਰੇ ਪੰਜਾਬ 'ਚ ਗਏ ਸੀ। ਮੇਰਾ ਖਿਆਲ ਹੈ ਅਸੀਂ ਕੋਈ ਡਿਸਟ੍ਰਿਕਟ ਛੱਡਿਆ ਨਹੀਂ ਸੀ। ਹਰ ਸਾਲ 3 ਸਾਲ ਚੱਲਦਾ ਰਿਹਾ ਸੀ ਬੱਚਿਆਂ ਦੇ ਨਾਲ। ਸਕੂਲਾਂ ਦੇ ਵਿੱਚ ਹਜ਼ਾਰਾਂ ਬੱਚਿਆਂ ਨੂੰ ਮੀਟ ਕੀਤਾ ਸੀ। ਮੈਂ ਤੁਹਾਡੀ ਗੱਲ ਨਾਲ ਇਸੇ ਕਰਕੇ ਦਿਸ਼ਾ ਜਦੋਂ ਇਹ ਗੱਲ ਕਹਿੰਦੀ ਹੈ ਕਿ ਮੈਂ ਤੁਹਾਡੀ ਗੱਲ ਨਾਲ ਬਿਲਕੁਲ ਮੁਤਫਿਕ ਹਾਂ ਕਿ ਜਿਹੜੀ ਪੈਟਰੀਆਰਕੀ ਹੈ ਉਹ ਔਰਤਾਂ ਦੇ ਵਿੱਚ ਵੀ ਪਈ ਹੁੰਦੀ ਹੈ। ਤੇ ਅਸੀਂ ਇਸੇ ਕਰਕੇ ਦਿਸ਼ਾ ਦਾ ਜਿਹੜਾ ਇੱਕ ਬੇਸ ਲਾਈਨ ਹੈ ਕਿ ਇਹ ਸਮਾਜ ਦੇ ਮਸਲੇ ਨੇ, ਸਮਾਜ ਨੇ ਮਿਲ ਕੇ ਹੱਲ ਕਰਨੇ ਨੇ। ਤੇ ਮੈਂ ਬਸ ਇੰਨਾ ਹੀ ਕਹਿਣਾ ਚਾਹਨੀ, ਅਸੀਂ ਇਸ ਦੇ ਉੱਤੇ ਗੱਲ ਕੀਤੀ ਹੈ ਤੇ ਇਹਦੇ ਤੇ ਬੜੀ ਨੱਠ ਕੇ ਗੱਲ ਹੋ ਸਕਦੀ ਹੈ। ਹਾਂ, ਮੈਂ ਅਸਲ 'ਚ ਇਹ ਸਮਝਦਾ ਕਿ ਇੱਕ ਬੜੀ ਧਾਰਨਾ ਬਣੀ ਹੋਈ ਆ, ਬਹੁਤ ਸਟਰੋਂਗ ਧਾਰਨਾ ਆ, ਜਿਹੜੀ ਕਿਹਾ ਜਾਂਦਾ ਹੈ ਕਿ ਔਰਤ ਹੀ ਔਰਤ ਦੀ ਦੁਸ਼ਮਣ ਆ, ਜਦ ਕਿ ਬਹੁਤ ਗਲਤ ਧਾਰਨਾ ਆ। ਔਰਤ ਦੇ ਅੰਦਰ ਜਿਹੜੀ ਮਰਦ ਦੀ ਆਈਡੀਓਲੋਜੀ ਪਾਈ ਹੋਈ ਆ ਉਹ ਦੁਸ਼ਮਣ ਆ ਅਸਲ 'ਚ ਔਰਤ ਦੀ। ਆਮ ਤੌਰ ਤੇ ਕਹਿ ਦਿੰਦਾ ਬਿਲਕੁਲ ਠੀਕ ਹੈ। ਮੈਂ ਬਹੁਤ ਵਾਰ ਇਹ ਗੱਲ ਕਹਿਨੀ ਹੈ ਕਿ ਜੇ ਔਰਤ ਦੇ ਮਸਲਿਆਂ ਬਾਰੇ ਬੋਲਣ ਲਈ ਕਿਹਾ ਜਾਂਦਾ ਤੇ ਔਰਤ ਨੂੰ ਡਾਇਸ ਤੇ ਬੁਲਾਇਆ ਜਾਂਦਾ ਜਾਂ ਸੈਮੀਨਾਰ ਦੇ ਵਿੱਚ। ਵਨੀਤਾ ਹੋਰਾਂ ਨੇ ਵੀ ਇੱਕ ਵਾਰੀ ਮੇਰੇ ਨਾਲ ਗੱਲ ਕਰਦੇ ਅਸੀਂ ਸਾਂਝੀ ਕੀਤੀ ਗੱਲ ਇਹ ਕਿ ਔਰਤ ਦੇ ਮਸਲਿਆਂ ਬਾਰੇ ਮਰਦ ਵੀ ਪੇਪਰ ਪੜ੍ਹ ਸਕਦੇ ਨੇ। ਸੋ ਇਹ ਵੀ ਇੱਕ ਪੈਟਰੀਆਰਕੀ ਹੈ ਕਿ ਔਰਤ ਦੇ ਮਸਲਿਆਂ ਬਾਰੇ ਔਰਤ ਹੀ ਕਿਉਂ ਬੋਲੇ। ਜਿਹੜਾ ਵਿਮਨ ਇਸ਼ੂ ਬੇਸਿਕਲੀ ਹਿਊਮਨ ਇਸ਼ੂ ਹੈ, ਹਿਊਮਨ ਰਾਈਟ ਦਾ ਇਸ਼ੂ ਹੈ। So it should not be restricted only to one gender. Okay, ਕੁਲਜੀਤ ਜੀ, ਰਿੰਟੂ ਜੀ, ਪਲੀਜ਼। ਹਾਂਜੀ, ਅਸੀਂ ਨਾ ਮੈਂ ਮੈਗਜ਼ੀਨ ਕਮੈਂਟ ਕਰਨਾ ਸੀ ਸ਼ੇਅਰ, ਪਰ ਨਾ ਕੋ ਹੋਸਟ ਨਹੀਂ ਮੈਂ ਹੈਗੀ, ਇਸ ਕਰਕੇ ਮੈਨੂੰ ਲੱਗ ਰਿਹਾ ਕਿ ਹੋ ਨਹੀਂ ਰਿਹਾ। ਓਕੇ ਰਮਿੰਦਰ ਜੀ, ਤੁਸੀਂ ਜਿੰਨੀ ਦੇਰ ਤੱਕ ਕੁਲਜੀਤ ਜੀ ਨੂੰ ਕੋ ਹੋਸਟ ਕਰਦੇ ਹੋ ਤੇ ਉਨੀ ਦੇਰ ਤੱਕ ਪਿਆਰਾ ਸਿੰਘ ਕੁਦੋਵਾਲ ਜੀ ਫਿਰ ਹੁਣ ਗੱਲਬਾਤ ਕਰ ਲੈਂਦੇ ਆ ਜੀ। ਤੁਸੀਂ ਪਿਆਰਾ ਸਿੰਘ ਕੁਦੋਵਾਲ ਜੀ ਸਾਡੇ ਚੀਫ ਐਡਵਾਈਜ਼ਰ ਕੋ ਹੋਸਟ ਹੈਗੇ ਨੇ ਮੈਂ ਸਟਾਰਟਿੰਗ ਹੈਗੇ ਹੋ ਤੁਸੀਂ ਕੋ ਹੋਸਟ ਹੈਗੇ ਨੇ। ਮੈਂ ਅਗੇਨ ਚੈੱਕ ਕੀਤਾ ਤੋਂ ਰਿਮੂਵ ਦਾ ਹੈਗੇ ਨੇ, ਚੈੱਕ ਕਰ। ਚਲੋ ਮੈਂ ਦੇਖਦੀ ਹਾਂ। ਹਾਂ ਕੁਲਜੀਤ ਜੀ, ਤੁਸੀਂ ਹੈਗੇ ਹੋ ਕੋ ਹੋਸਟ? ਹਾਂਜੀ ਹੈਗੇ ਨੇ। ਮੈਂ ਨਾ ਫੋਨ ਤੋਂ ਕਰਨਾ ਸੀਗਾ ਤੇ ਇੱਥੇ ਆ ਰਿਹਾ ਕਿ ਓਨਲੀ ਦਾ ਹੋਸਟ ਕੈਨ ਸ਼ੇਅਰ ਇਨ ਦਿਸ ਮੀਟਿੰਗ। ਨਹੀਂ ਪਹਿਲਾਂ ਲੀਵ ਕਰਦੀ ਆ ਇਹਦਾ ਵਾਲਾ ਲੈਪਟਾਪ ਵਾਲਾ ਤੇ ਫਿਰ ਮੈਂ ਤੁਸੀਂ ਪਿਆਰਾ ਸਿੰਘ ਕੁਦੋਵਾਲ ਜੀ ਤੁਸੀਂ ਪਲੀਜ਼ ਆਪਣਾ। ਹਾਂਜੀ, ਵੈਲਕਮ। ਅਨਮਿਊਟ ਕਰਨਾ ਪਿਆ। ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ। ਪੰਜਾਬ ਸਾਹਿਤ ਅਕਾਦਮੀ ਤੇ ਅੰਤਰਰਾਸ਼ਟਰੀ ਸਾਹਿਤਕ ਸਾਂਝਾ ਵੱਲੋਂ ਅੱਜ ਪ੍ਰੋਫੈਸਰ ਕਮਲਜੀਤ ਕੌਰ ਢਿੱਲੋਂ ਹੋਣਾ ਦਾ ਜੋ ਰੂਬਰੂ ਕੀਤਾ ਗਿਆ, ਇੱਕ ਆਪਣੇ ਆਪ ਵਿੱਚ ਮੈਂ ਸਮਝਦਾ ਕਿ ਵੱਡੀ ਪ੍ਰਾਪਤੀ ਹੈ। ਔਰ ਪ੍ਰੋਫੈਸਰ ਕਮਲਜੀਤ ਹੋਰਾਂ ਨੂੰ ਕਾਫੀ ਸਾਲਾਂ ਤੋਂ ਇਹਨਾਂ ਨੂੰ ਅਸੀਂ ਜਾਣਦੇ ਹਾਂ, ਔਰ ਇਹਨਾਂ ਦੇ ਨਾਲ ਸਾਡੀ ਜਿਹੜੀ ਸਾਂਝ ਹੈ ਉਹ ਸਿਰਫ ਦੋਸਤਾਂ ਵਾਲੀ ਨਹੀਂ, ਪਰਿਵਾਰਕ ਸਾਂਝ ਹੈ। ਔਰ ਉਹ ਸਾਡੇ ਘਰ ਦੇ ਇੱਕ ਮੈਂਬਰ ਹੀ ਹਨ। ਇਸ ਕਰਕੇ ਬਹੁਤ ਸਾਰੇ ਪੱਖਾਂ ਤੋਂ ਗੱਲ ਕੀਤੀ ਜਾ ਸਕਦੀ ਹੈ, ਪਰ ਕਿਉਂਕਿ ਗੱਲ ਆਲਰੇਡੀ ਕਾਫੀ ਲੰਬੀ ਹੋ ਚੁੱਕੀ ਹੈ ਔਰ ਵਧੀਆ ਗੱਲਾਂ ਪ੍ਰੋਫੈਸਰ ਕਮਲਜੀਤ ਕੌਰ ਨੇ ਖੁਦ ਕੀਤੀਆਂ ਨੇ ਔਰ ਤੁਸੀਂ ਸੁਣੀਆਂ ਨੇ, ਇਸ ਲਈ ਮੈਂ ਸੰਖੇਪ ਵਿੱਚ ਹੀ ਰੱਖਾਂਗਾ। ਸਭ ਤੋਂ ਵੱਡੀ ਗੱਲ ਇਹ ਹੈ ਕਿ ਪ੍ਰੋਫੈਸਰ ਕਮਲਜੀਤ ਕੌਰ ਹੋਰਾਂ ਨੂੰ ਮਿਲਦਿਆਂ ਹੀ ਬਹੁਤ ਸਾਰੇ ਜਿੱਦਾਂ ਇੱਕ ਤੁਹਾਡੇ ਮਨ ਦੇ ਵਿੱਚ ਅਸਾਰੂ ਸੋਚ ਪੈਦਾ ਹੋ ਜਾਂਦੀ ਹੈ, ਕਿਉਂਕਿ ਜਿਸ ਤਰੀਕੇ ਨਾਲ ਉਹਨਾਂ ਨੇ ਕੰਮ ਕੀਤਾ ਆਪਣੀ ਜ਼ਿੰਦਗੀ 'ਚ, ਸਾਰੀ ਜ਼ਿੰਦਗੀ। ਇਹ ਨਹੀਂ ਕਿ ਕਈ ਵਾਰ ਹੁੰਦਾ ਕਿ ਅਸੀਂ ਕਿਸੇ ਇੰਸਟੀਟਿਊਸ਼ਨ ਨਾਲ ਜੁੜਦੇ ਹਾਂ, ਥੋੜਾ ਚਿਰ ਜੁੜਦੇ ਹਾਂ, ਜਿੰਨਾ ਚਿਰ ਅਸੀਂ ਜੁੜ ਸਕਦੇ ਹਾਂ, ਫਿਰ ਅਸੀਂ ਉਸ ਤੋਂ ਬਾਹਰ ਨਿਕਲ ਜਾਂਦੇ ਹਾਂ ਔਰ ਹੋਰ ਕੰਮਾਂ ਵਿੱਚ ਉਲਝ ਜਾਂਦੇ ਹਾਂ। ਅਸੀਂ ਉਸਨੂੰ ਆਪਣਾ ਮੇਨ ਮਕਸਦ ਨਹੀਂ ਬਣਾਉਂਦੇ। ਬਸ ਕਮਲਜੀਤ ਕੌਰ ਉਹਨਾਂ ਦੀ ਜ਼ਿੰਦਗੀ ਬਾਰੇ ਜਦੋਂ ਤੁਸੀਂ ਦੇਖਦੇ ਹੋ ਤੇ ਉਹਨਾਂ ਨੇ ਆਪਣੀ ਜ਼ਿੰਦਗੀ ਦੇ ਵਿੱਚ
ਸਮਾਜ ਦੇ ਜਿਹੜੇ ਕਮਜ਼ੋਰ ਵਰਗ ਨੇ, ਚਾਹੇ ਉਹ ਦੂਜੀਆਂ ਸਟੇਟਾਂ 'ਚ ਨੇ, ਹਿੰਦੁਸਤਾਨ ਦੇ ਅਲੱਗ-ਅਲੱਗ ਹਿੱਸਿਆਂ ਵਿੱਚ ਨੇ, ਔਰ ਚਾਹੇ ਉਹ ਔਰਤ ਹੈ, ਜਾਣੀ ਕਿ ਔਰਤ ਨੂੰ ਮੈਂ ਕਮਜ਼ੋਰ ਵਰਗ ਅੱਜ ਦੇ ਯੁੱਗ ਵਿੱਚ ਨਹੀਂ ਮੰਨਦਾ, ਪਰ ਫਿਰ ਵੀ ਇੱਕ ਬਹੁਤ ਵੱਡੀ ਗਿਣਤੀ ਸਾਡੇ ਦੇਸ਼ਾਂ ਵਿੱਚ ਇੱਥੇ ਵੀ ਔਰ ਹਿੰਦੁਸਤਾਨ ਦੇ ਵਿੱਚ ਵੀ ਅਜੇ ਵੀ ਕਮਜ਼ੋਰ ਹੈ। ਉਹਦੇ ਬਹੁਤ ਸਾਰੇ ਕਾਰਨ ਹੋ ਸਕਦੇ ਆ, ਜਿਹੜੇ ਇੱਕ ਦੋ ਕਾਰਨ ਨਹੀਂ ਹੁੰਦੇ। ਐਜੂਕੇਸ਼ਨ ਹੋ ਸਕਦੀ ਹੈ, ਪਰਵਰਿਸ਼ ਹੋ ਸਕਦੀ ਹੈ, ਪਾਵਰਟੀ ਹੋ ਸਕਦੀ ਹੈ, ਔਰ ਉੱਥੇ ਉਹਨਾਂ ਦੀ ਕਲਚਰਲ ਬੈਕਗਰਾਉਂਡ ਹੋ ਸਕਦੀ ਹੈ। ਸੋ ਉਹਨਾਂ ਦੇ ਟੈਬੂਜ਼ ਹੋ ਸਕਦੇ ਨੇ, ਉਹਨਾਂ ਦੀ ਜਿਸ ਤਰ੍ਹਾਂ ਦੀ ਉਹਨਾਂ ਨੂੰ ਸਿੱਖਿਆ ਮਿਲੀ ਹੈ ਉਹ ਹੋ ਸਕਦਾ ਹੈ, ਜਿਹਦੇ ਕਰਕੇ ਉਹ ਪਿੱਛੇ ਰਹਿ ਜਾਂਦੇ ਨੇ। ਅਸੀਂ ਇਹਨਾਂ ਦੇ ਪੱਖਾਂ ਦੇ ਉੱਤੇ ਪ੍ਰੋਫੈਸਰ ਕਵਲਜੀਤ ਕੌਰ ਹੋਰਾਂ ਨੇ ਅਲੱਗ-ਅਲੱਗ ਸਾਈਡਾਂ ਤੋਂ ਜਿਹੜੀ ਹੈ ਉਹ ਰੌਸ਼ਨੀ ਪਾਈ ਹੈ, ਔਰ ਸਾਨੂੰ ਹਜੇ ਵੀ ਹੋਰ ਬਹੁਤ ਕੁਝ ਸਮਝਣ ਦੀ ਲੋੜ ਹੈ। ਇਸ ਕਰਕੇ ਪ੍ਰੋਫੈਸਰ ਕਵਲਜੀਤ ਹੋਰਾਂ ਦੇ ਐਕਸਪੀਰੀਅੰਸ ਨੂੰ ਜਿਹੜਾ ਮੰਨਣਾ, ਜਾਣਨਾ ਤੇ ਸਮਝਣਾ ਸਾਡੇ ਵਾਸਤੇ ਬਹੁਤ ਜ਼ਰੂਰੀ ਹੈ। ਕਈ ਵਾਰੀ ਅਸੀਂ, ਜਿਵੇਂ ਉਹਨਾਂ ਨੇ ਇੱਕ ਸ਼ਬਦ ਵਰਤਿਆ ਸੀਗਾ ਕਿ ਅਸੀਂ ਇੱਥੇ ਸੁੱਖ ਸਹੂਲਤ ਵਿੱਚ ਰਹਿ ਰਹੇ ਹਾਂ ਇਹਨਾਂ ਦੇਸ਼ਾਂ ਦੇ ਵਿੱਚ, ਤੇ ਕਈ ਵਾਰੀ ਅਸੀਂ ਉਹਨਾਂ ਗੱਲਾਂ ਨੂੰ ਜਾਂ ਉਹਨਾਂ ਮੁੱਦਿਆਂ ਨੂੰ ਜਾਣ ਹੀ ਨਹੀਂ ਸਕਦੇ। ਆਨਰ ਕਿਲਿੰਗ ਦੀ ਗੱਲ 2 ਵਾਰੀ ਕੀਤੀ ਹੈ ਪ੍ਰੋਫੈਸਰ ਕਵਲਜੀਤ ਹੋਰਾਂ ਨੇ ਵੀ ਔਰ ਕਵਲਜੀਤ ਹੋਰਾਂ ਨੇ ਵੀ। ਇਹ ਸਾਡੇ ਸਮਾਜ ਦੀ, ਇਕੱਲੇ ਸਾਡੇ ਸਮਾਜ ਦੀ ਨਹੀਂ, ਹੋਰ ਦੇਸ਼ਾਂ ਦੇ ਵੀ ਬਹੁਤ ਸਾਰੇ ਸਮਾਜਾਂ ਦੀ ਇੱਕ ਬਹੁਤ ਵੱਡੀ ਸਮੱਸਿਆ ਹੈ, ਜਿਸ ਨੂੰ ਜ਼ਰੂਰ ਐਡਰੈਸ ਕਰਨਾ ਚਾਹੀਦਾ। ਸਰਕਾਰਾਂ ਵੀ ਐਡਰੈਸ ਕਰਦੀਆਂ ਨੇ, ਇਹਦੇ ਤੇ ਕਾਨੂੰਨ ਵੀ ਬਣੇ ਹੋਏ ਨੇ, ਲੇਕਿਨ ਲੋਕਾਂ ਦੀ ਸੋਚ ਜਿੰਨਾ ਚਿਰ ਨਹੀਂ ਬਦਲਦੀ, ਕਾਨੂੰਨ ਵੀ ਕਈ ਵਾਰੀ ਕੁਝ ਨਹੀਂ ਕਰ ਸਕਦਾ। ਔਰ ਇਹਨਾਂ ਨੇ ਪ੍ਰੋਫੈਸਰ ਕਵਲਜੀਤ ਕੌਰ ਹੋਰਾਂ ਨੇ ਜਿਸ ਤਰੀਕੇ ਨਾਲ ਦੂਜੀਆਂ ਸਟੇਟਾਂ ਵਿੱਚ ਜਾ ਕੇ ਵੀ ਇਹਨਾਂ ਕਮਜ਼ੋਰ ਵਰਗਾਂ ਦੇ ਨਾਲ ਕੰਮ ਕੀਤਾ ਹੈ, ਇਹ ਆਪਣੇ ਆਪ ਵਿੱਚ ਬਹੁਤ ਹੀ ਵੱਡੀ ਗੱਲ ਹੈ, ਆਮ ਬੰਦਾ ਨਹੀਂ ਕਰ ਸਕਦਾ। ਇਸ ਕਰਕੇ ਮੈਂ ਇਹਨਾਂ ਨੂੰ ਖਾਸ ਸ਼ਖਸੀਅਤ ਆਖਦਾ, ਔਰ ਮੈਂ ਇਹਨਾਂ ਨੂੰ ਇਹ ਵੀ ਬੇਨਤੀ ਕਰਾਂਗਾ, ਪਹਿਲਾਂ ਵੀ ਸ਼ਾਇਦ ਇੱਕ ਅੱਧੀ ਵਾਰੀ ਕਿਹਾ ਸੀਗਾ ਕਿ ਤੁਸੀਂ ਆਪਣੀ ਬਾਇਓਗ੍ਰਾਫੀ ਜ਼ਰੂਰ ਲਿਖੋ, ਕਿਉਂਕਿ ਜਿੰਨਾ ਐਕਸਪੀਰੀਅੰਸ ਇਹਨਾਂ ਨੇ ਕੀਤਾ, ਇਹਦੇ ਵਿੱਚੋਂ ਬਹੁਤ ਸਾਰੇ ਲੋਕਾਂ ਨੂੰ, ਆਉਣ ਵਾਲੀਆਂ ਪੀੜ੍ਹੀਆਂ ਵਿੱਚ ਸਾਡੀਆਂ ਨਵੀਆਂ ਜਨਰੇਸ਼ਨਸ ਨੂੰ, ਲੜਕੀਆਂ ਨੂੰ ਖਾਸ ਤੌਰ ਤੇ ਬਹੁਤ ਵੱਡੀ ਇੰਸਪੀਰੇਸ਼ਨ ਮਿਲ ਸਕਦੀ ਹੈ ਕਿ ਅਗਰ ਤੁਸੀਂ ਆਪਣੀ ਜ਼ਿੰਦਗੀ ਦੇ ਵਿੱਚ ਕੋਈ ਡਿਟਰਮਿਨ ਕੀਤਾ ਆ, ਤੁਸੀਂ ਉਸ ਨੂੰ ਅਚੀਵ ਕਰ ਸਕਦੇ ਹੋ। ਔਰ ਕੱਲਾ ਇੱਕ ਦਿਨ ਵਾਸਤੇ ਨਹੀਂ, ਤੁਹਾਨੂੰ ਕੰਟੀਨਿਊਸਲੀ ਉਹਦੇ ਤੇ ਕੰਮ ਕਰਨਾ ਜਿਹੜਾ ਪਏਗਾ। ਡਾਕਟਰ ਵਿਨੀਤਾ ਹੋਰਾਂ ਦੀ ਜੋ ਲਾਸਟ ਟਾਈਮ ਰੂਬਰੂ ਹੋਇਆ ਸੀ, ਤੇ ਉਹਨਾਂ ਨੇ ਵੀ ਇੱਥੇ ਵੀ ਔਰ ਇੱਕ ਕਾਨਫਰੰਸ ਦੇ ਵਿੱਚ ਵੀ ਉਹਨਾਂ ਨੇ ਵੀ ਔਰਤਾਂ ਦੀਆਂ ਸਮੱਸਿਆਵਾਂ ਬਾਰੇ, ਜਿਹੜੀ ਉਹਨਾਂ ਦੀ ਇੱਕ ਐਸੋਸੀਏਸ਼ਨ ਬਣਾਈ ਹੋਈ, ਉਹਦੇ ਬਾਰੇ ਬੜੇ ਖੂਬਸੂਰਤ ਤਰੀਕੇ ਨਾਲ, ਅੰਦਾਜ਼ ਦੇ ਨਾਲ ਗੱਲ ਕੀਤੀ ਸੀ। ਇਸ ਤਰੀਕੇ ਨਾਲ ਸਾਰੇ ਪਾਸਿਓਂ ਇਹ ਅਵੇਅਰਨੈਸ ਹੋਣੀ ਚਾਹੀਦੀ ਹੈ। ਕਵਲਜੀਤ ਕੌਰ ਦੀ ਇੱਕ ਹੋਰ ਬਹੁਤ ਵੱਡੀ ਖੂਬੀ ਇਹ ਹੈਗੀ ਹੈ ਕਿ ਉਹ ਅਗਰ ਕੈਨੇਡਾ ਆਉਂਦੀ ਹੈ ਤੇ ਉਹ ਕੈਨੇਡਾ ਆ ਕੇ ਸਿਰਫ ਰਿਟਾਇਰਮੈਂਟ ਲੈ ਕੇ ਆਉਂਦੀ ਆ, ਔਰ ਸਿਰਫ ਰਿਟਾਇਰ ਲਾਈਫ ਜੀਣ ਵਾਸਤੇ ਨਹੀਂ ਆਉਂਦੀ। ਇਹ ਇੱਕ ਬੜੀ ਵੱਡੀ ਗੱਲ ਹੈ। ਬਹੁਤ ਸਾਰੇ ਸਾਡੇ ਦੋਸਤ ਆਉਂਦੇ ਨੇ ਜੋ ਰਿਟਾਇਰਮੈਂਟ ਹੋ ਗਈ ਹੈ ਤੇ ਉਹ ਕਹਿੰਦੇ ਕਿ ਅਸੀਂ ਤਾਂ ਹੁਣ ਜਿਹੜਾ ਰਿਟਾਇਰਮੈਂਟ ਇੰਜੋਏ ਕਰਨੀ ਹੈ। ਇਹਨਾਂ ਨੇ ਆਪਣੀ ਰਿਟਾਇਰਮੈਂਟ ਇੰਜੋਏ ਕਰਨ ਵਾਸਤੇ ਕਦੀ ਸੋਚਿਆ ਨਹੀਂ। ਇੱਥੇ ਆ ਕੇ ਇਹਨਾਂ ਨੇ ਸਟੱਡੀ ਕੀਤੀ, ਆਪਣੀ ਇੱਥੇ ਲਾਇਸੈਂਸਿੰਗ ਕੀਤੀ, ਜਿਹਦੇ ਬਾਰੇ ਲਾਸਟ ਪੋਰਸ਼ਨ ਦੇ ਵਿੱਚ ਪ੍ਰੋਫੈਸਰ ਕੁਲਜੀਤ ਹੋਰਾਂ ਨੇ ਉਹਨਾਂ ਨੂੰ ਸਵਾਲ ਪੁੱਛੇ ਸੀ, ਔਰ ਫਿਰ ਆਪਣੇ ਆਪ ਨੂੰ ਇਸ ਦੇਸ਼ ਦੇ ਰੂਲਸ ਦੇ ਅਨੁਸਾਰ ਕੁਆਲੀਫਾਈ ਕਰਕੇ ਇੱਥੇ ਜਿਹੜਾ ਉਹਨਾਂ ਨੇ ਕੰਮ ਕਰਨਾ ਸ਼ੁਰੂ ਕੀਤਾ, ਉਸ ਫੀਲਡ ਦੇ ਵਿੱਚ ਜਿਸ ਫੀਲਡ ਦੇ ਵਿੱਚ ਉਹਨਾਂ ਨੂੰ ਇੰਟਰਸਟ ਸੀਗਾ, ਔਰ ਅੱਜ ਉਹ ਉਸ ਨੂੰ ਬੜੇ ਸਕਸੈਸਫੁਲੀ ਕਰਦੇ। ਔਰ ਇਹ ਕੋਈ ਆਮ ਗੱਲ ਨਹੀਂ ਹੈ, ਇਹ ਇੱਕ ਬਹੁਤ ਵੱਡੀ ਗੱਲ ਹੈ ਕਿ ਇਸ ਏਜ ਦੇ ਵਿੱਚ ਆ ਕੇ ਰਿਟਾਇਰਮੈਂਟ ਤੋਂ ਬਾਅਦ ਜਦੋਂ ਉਹਨਾਂ ਨੇ ਰਿਲੈਕਸ ਕਰਨਾ, ਆਪਣੇ ਬੱਚਿਆਂ ਦੇ ਨਾਲ ਇੰਜੋਏ ਕਰਨਾ। ਇਹਨਾਂ ਨੂੰ ਬਹੁਤ ਬਹੁਤ ਵਧਾਈਆਂ। ਹੁਣੇ ਇਹਨਾਂ ਦੇ ਪੋਤਾ ਹੋਇਆ ਔਰ ਆਪਣੇ ਨਵਜੀਵਨ ਡੈਡੀ ਬਣੇ ਨੇ, ਸੰਦਲੀ ਮਾਤਾ ਬਣੇ ਨੇ, ਔਰ ਇਹ ਦਾਦੀ ਬਣੇ ਨੇ, ਔਰ ਬੜਾ ਹੀ ਪਿਆਰਾ ਬੱਚਾ ਹੈ। ਔਰ ਇਹਨਾਂ ਨੂੰ ਜਦ ਕਿ ਇਹ ਮੌਕਾ ਹੈ ਕਿ ਕੈਨੇਡਾ ਆਏ ਨੇ, ਉਸ ਨੂੰ ਇੰਜੋਏ ਕਰਨ, ਉਸ ਨੂੰ ਵੀ ਇੰਜੋਏ ਕਰਦੇ ਨੇ, ਪਰ ਉਸ ਦੇ ਬਾਵਜੂਦ ਵੀ ਇਹਨਾਂ ਨੇ ਆਪਣੇ ਸਮਾਜਿਕ ਕਾਰਜ ਨੂੰ ਕਰਨਾ ਬੰਦ ਨਹੀਂ ਕੀਤਾ। ਇਹ ਇੰਸਪੀਰੇਸ਼ਨ ਜਿਹੜੀ ਹੈ ਸਾਨੂੰ ਲੈਣੀ ਹੈ ਕਿ ਅਸੀਂ ਆਪਣੇ ਪਰਿਵਾਰ ਦੀ ਵੀ ਲੁੱਕ ਆਫਟਰ ਕਰਨੀ ਹੈ, ਪਰ ਇਸ ਦੇ ਨਾਲ ਨਾਲ ਜੋ ਸਾਡੇ ਮਨ ਦੇ ਵਿੱਚ ਅਸੀਂ ਆਪਣੀ ਸਾਰੀ ਜ਼ਿੰਦਗੀ ਇੱਕ ਦਿਸ਼ਾ ਨਿਰਧਾਰਿਤ ਕੀਤੀ ਹੈ, ਉਸ ਨੂੰ ਵੀ ਮੱਦੇਨਜ਼ਰ ਰੱਖ ਕੇ ਚੱਲਣਾ ਹੈ। ਮੈਨੂੰ ਇਸ ਗੱਲ ਤੋਂ ਬੜੀ ਇੰਸਪੀਰੇਸ਼ਨ ਮਿਲਦੀ ਹੈ, ਔਰ ਇਹਦੀ ਹਮੇਸ਼ਾ ਹੀ ਜਿੱਥੇ ਵੀ ਜਿੰਨਾ ਵੀ ਹੋ ਸਕਦਾ ਇਹਨਾਂ ਨੂੰ ਸਪੋਰਟ ਕਰਦੇ ਹਾਂ, ਔਰ ਆਸ ਕਰਦੇ ਹਾਂ ਕਿ ਇਹਨਾਂ ਦੀ ਚੰਗੀ ਸਿਹਤ ਇਸੇ ਤਰੀਕੇ ਨਾਲ ਬਣੀ ਰਹੇ ਔਰ ਇਸ ਸਮਾਜ ਵਾਸਤੇ ਕੰਮ ਕਰਦੇ ਰਹੇ। ਡਾਕਟਰ ਸਰਬਜੀਤ ਕੌਰ ਸੋਹਲ ਹੋਣਾ ਨੇ
ਸ਼ੁਰੂਆਤੀ ਸ਼ਬਦਾਂ ਦੇ ਵਿੱਚ ਬਹੁਤ ਹੀ ਖੂਬਸੂਰਤ ਸ਼ਬਦਾਂ ਦੇ ਨਾਲ ਜਦੋਂ ਆਪ ਸਭ ਨੂੰ ਜੀ ਆਇਆਂ ਆਖਿਆ, ਉਹਨਾਂ ਦੇ ਨਾਲ ਉਹਨਾਂ ਨੇ ਜ਼ਮੀਨੀ ਪੱਧਰ ਦੇ ਉੱਤੇ ਔਰਤਾਂ ਦੀਆਂ ਜਿਹੜੀਆਂ ਜੁੜੀਆਂ ਹੋਈਆਂ ਸਮੱਸਿਆਵਾਂ ਨੇ ਉਹਨਾਂ ਦਾ ਵੀ ਬੜਾ ਬਾਖੂਬੀ ਜ਼ਿਕਰ ਕੀਤਾ। ਉਹਨਾਂ ਦਾ ਵੀ ਬਹੁਤ ਬਹੁਤ ਧੰਨਵਾਦ। ਰਮਿੰਦਰ ਰੰਮੀ ਜੀ ਜੋ ਕਿ ਬਿਮਾਰ ਨੇ ਔਰ ਉਸਦੇ ਬਾਵਜੂਦ ਵੀ ਉਹਨਾਂ ਨੇ ਲਗਾਤਾਰ ਸਭ ਨੂੰ ਮੈਸੇजेस ਕਰਕੇ ਫੋਨ ਕਰਕੇ ਅੱਜ ਦੀ ਇਸ ਰੂਬਰੂ ਨੂੰ ਅਰੇਂਜ ਕੀਤਾ। ਇਹ ਇੱਕ ਬਹੁਤ ਵੱਡੀ ਗੱਲ ਹੈ। ਇਹ ਵੀ ਉਹਨਾਂ ਦੀ ਡਿਟਰਮੀਨੇਸ਼ਨ ਹੈਗੀ ਹੈ। ਇਹਨਾਂ ਔਰਤਾਂ ਤੋਂ ਵੀ ਇਹ ਸਬਕ ਸਿੱਖਣਾ ਚਾਹੀਦਾ ਆ। ਔਰ ਇੱਕ ਗੱਲ ਹੁਣੇ ਜਿਹੜੀ ਲਾਸਟ ਮੂਮੈਂਟ ਤੇ ਚੱਲੀ ਸੀਗੀ ਔਰਤਾਂ ਦੇ ਮਸਲਿਆਂ ਬਾਰੇ, ਮੈਂ ਇਹ ਗੱਲ ਕਹੂੰਗਾ ਕਿ ਸਮਾਜ ਦਾ ਜਿਹੜਾ ਮੁੱਖ ਧਾਰਾ ਹੈਗੀ ਆ ਸਮਾਜ ਦੀ, ਉਹ ਔਰਤ ਹੈ। ਜੇ ਔਰਤ ਖੁਸ਼ਹਾਲ ਹੈ, ਔਰਤ ਖੁਸ਼ ਹੈ, ਔਰਤ ਤੰਦਰੁਸਤ ਹੈ, ਤਾਂ ਉਹ ਪਰਿਵਾਰ ਵੀ, ਸਮਾਜ ਵੀ, ਉਹ ਦੇਸ਼ ਵੀ ਤੰਦਰੁਸਤ ਹੋਏਗਾ। ਇਹਨਾਂ ਦੇਸ਼ਾਂ ਦੇ ਵਿੱਚ ਜਿਹੜਾ ਫਰਕ ਅਸੀਂ ਵੇਖਦੇ ਹਾਂ ਉਹ ਇਹੀ ਹੈ। ਚਾਹੇ ਔਰਤਾਂ ਦੀਆਂ ਸਮੱਸਿਆਵਾਂ ਇੱਥੇ ਵੀ ਬਹੁਤ ਵੱਡੀਆਂ ਨੇ, ਇਹ ਨਹੀਂ ਕਿ ਇੱਥੇ ਖਤਮ ਹੋ ਗਈਆਂ ਨੇ, ਪਰ ਔਰਤ ਨੇ ਆਪਣੇ ਆਪ ਨੂੰ ਖੁਸ਼ਹਾਲ ਰੱਖਣਾ ਸਿੱਖ ਲਿਆ ਹੈ। ਇਹੀ ਕਾਰਨ ਹੈ ਕਿ ਹੈਲਥ ਇਸ਼ੂਜ਼ ਜਿਹੜੇ ਨੇ ਉਹਨਾਂ ਦੇ ਉੱਤੇ ਵੀ ਕੰਟਰੋਲ ਹੋ ਸਕਦਾ। ਫਾਰ ਐਗਜ਼ਾਮਪਲ ਹੁਣ ਸਾਡੇ ਕੋਲ 2 ਲੇਡੀਜ਼ ਨੇ, ਰਮਿੰਦਰ ਵਾਲੀਆ ਜੀ ਨੇ, ਉਹ ਸਿੱਖ ਨੇ ਕਈ ਦਿਨਾਂ ਤੋਂ, ਇਸੇ ਤਰ੍ਹਾਂ ਸੁਰਜੀਤ ਵੀ ਕੱਲ ਤੋਂ ਸਿੱਖ ਹੈ। ਤਾਂ ਇੱਕ ਅਗਰ ਹੁਣ ਇਸ ਤਰੀਕੇ ਇਸ ਸਿਚੁਏਸ਼ਨ ਦੇ ਵਿੱਚ ਵੀ ਅਗਰ ਉਹ ਫੂਡ ਸਰਵ ਕਰ ਰਹੇ ਨੇ ਤਾਂ ਕੁਦਰਤੀ ਗੱਲ ਹੈ ਕਿ ਉਹਦਾ ਅਸਰ ਜਿਹੜਾ ਦੂਸਰੇ ਪਰਿਵਾਰ ਦੇ ਮੈਂਬਰਾਂ ਤੇ ਪੈਣਾ। ਇਹਨਾਂ ਦੀ ਲੁੱਕ ਆਫਟਰ ਕਰਨ ਦੀ ਜ਼ਰੂਰਤ ਹੈ, ਇਹਨਾਂ ਨੂੰ ਖੁਸ਼ ਰੱਖਣ ਦੀ ਜ਼ਰੂਰਤ ਹੈ, ਇਸ ਵੇਲੇ ਇਹਨਾਂ ਦਾ ਸਾਥ ਦੇਣ ਦੀ ਜ਼ਰੂਰਤ ਹੈ। ਇਹ ਇਕੱਲਾ ਮੈਂ ਸਿਰਫ 2 ਔਰਤਾਂ ਨੂੰ ਐਗਜ਼ਾਮਪਲ ਬਣਾਇਆ, ਪਰ ਸਾਡੇ ਸਮਾਜ ਦੇ ਵਿੱਚ ਇੰਨੀਆਂ ਬਹੁਤ ਸਾਰੀਆਂ ਜਿਹੜੀਆਂ ਲੱਖਾਂ ਦੀ ਤਾਦਾਦ ਦੇ ਵਿੱਚ ਇਸ ਤਰ੍ਹਾਂ ਦੀਆਂ ਜਿਹੜੀਆਂ ਸਿਚੁਏਸ਼ਨਸ ਨੇ ਉਹਨਾਂ ਨੂੰ ਐਡਰੈਸ ਕਰਨ ਦੀ ਜ਼ਰੂਰਤ ਆ। ਇਸੇ ਕਰਕੇ ਹੀ ਸਾਨੂੰ ਡਾਕਟਰ ਕਵਲਜੀਤ ਹੋਣਾ ਦੀਆਂ ਗੱਲਾਂ ਨੂੰ ਬਹੁਤ ਧਿਆਨ ਨਾਲ ਸੁਣਨਾ ਚਾਹੀਦਾ। ਮੈਂ ਕਿਉਂਕਿ ਆਲਰੇਡੀ ਪ੍ਰੋਫੈਸਰ ਕੁਲਜੀਤ ਹੋਣਾ ਨੇ ਸਾਰੇ ਮੈਂਬਰਸ ਜਿਨ੍ਹਾਂ ਨੇ ਅੱਜ ਸ਼ਾਮਲ ਹੋਏ ਨੇ ਉਹਨਾਂ ਦਾ ਧੰਨਵਾਦ ਕਰਤਾ, ਇਸ ਕਰਕੇ ਮੈਂ ਹੋਰ ਰਿਪੀਟ ਨਹੀਂ ਕਰੂੰਗਾ। ਪਰ ਪ੍ਰੋਫੈਸਰ ਕੁਲਜੀਤ ਹੋਣਾ ਦਾ ਮੈਂ ਖਾਸ ਤੌਰ ਤੇ ਅੱਜ ਦੇ ਇਸ ਰੂਬਰੂ ਵਿੱਚ ਧੰਨਵਾਦ ਕਰਨਾ ਚਾਹਾਂਗਾ, ਇਸ ਕਰਕੇ ਕਿ ਉਹਨਾਂ ਨੇ ਆਪਣੇ ਕੁਐਸਚਨਸ ਨੂੰ ਇੰਨੇ ਵਧੀਆ ਤਰੀਕੇ ਨਾਲ ਚੁਣਿਆ ਔਰ ਇੰਨੀ ਖੂਬਸੂਰਤੀ ਦੇ ਨਾਲ ਉਹਨਾਂ ਨੇ ਸ਼ਬਦ ਵਰਤੇ ਆ, ਜਿਵੇਂ ਜੋਸ਼, ਜਜ਼ਬਾ ਤੇ ਜਨੂਨ ਦੇ ਅੰਤ ਵਿੱਚ ਉਹਨਾਂ ਨੇ ਇੱਕ ਜਿਹੜਾ ਉਹ ਸ਼ਬਦ ਵਰਤਿਆ, ਜਿਹੜੇ 3 ਸ਼ਬਦ ਵਰਤੇ ਨੇ, ਔਰ ਉਹ ਕਵਲਜੀਤ ਹੋਰਾਂ ਤੇ ਬਹੁਤ ਸੋਹਣੇ ਤਰੀਕੇ ਨਾਲ ਲਾਗੂ ਹੁੰਦੇ ਨੇ। ਔਰ ਇੰਨੇ ਖੂਬਸੂਰਤ ਸਵਾਲਾਂ ਦੇ ਕਰਕੇ ਹੀ ਪ੍ਰੋਫੈਸਰ ਕਵਲਜੀਤ ਕੌਰ ਅੱਜ ਬਹੁਤ ਖੁੱਲ ਕੇ ਬੋਲ ਸਕੇ। ਇਸੇ ਤਰ੍ਹਾਂ ਹੀ ਨਿਸ਼ਾ ਸਿੱਧੂ ਹੋਰਾਂ ਦਾ ਵੀ ਮੈਂ ਖਾਸ ਤੌਰ ਤੇ ਧੰਨਵਾਦ ਕਰਨਾ ਚਾਹਾਂਗਾ ਕਿ ਉਹ ਆਏ ਨੇ। ਕਿਸਾਨ ਮੋਰਚੇ ਦੇ ਦੌਰਾਨ ਉਹਨਾਂ ਨੂੰ 1-2 ਵਾਰੀ ਵੇਖਣ ਦਾ ਮੌਕਾ ਮਿਲਿਆ ਸੀ ਔਰ ਪ੍ਰੋਫੈਸਰ ਕਵਲਜੀਤ ਕੌਰ ਹੋਰਾਂ ਦੇ ਨਾਲ ਵੀ ਗੱਲਬਾਤ ਇਹਨਾਂ ਦੇ ਸੰਬੰਧ ਵਿੱਚ ਸਾਂਝੀ ਹੁੰਦੀ ਰਹੀ ਹੈ। ਸੋ ਉਹਨਾਂ ਦਾ ਅੱਜ ਇਸ ਮੀਟਿੰਗ ਵਿੱਚ ਆਉਣਾ ਇੱਕ ਬਹੁਤ ਵੱਡੀ ਗੱਲ ਆ ਔਰ ਮੈਂ ਸਮਝਦਾ ਕਿ ਮੈਂ ਉਹਨਾਂ ਦਾ ਖਾਸ ਤੌਰ ਤੇ ਇਸ ਕਰਕੇ ਧੰਨਵਾਦ ਕਰਨਾ ਚਾਹੁੰਦਾ। ਮਨਜੀਤ ਸੇਖੋਂ ਜੀ ਸਾਡੇ ਸੈਕਰਾਮੈਂਟੋ ਤੋਂ ਹਮੇਸ਼ਾ ਹੀ ਸਾਡੇ ਨਾਲ ਜੁੜਦੇ ਨੇ ਔਰ ਸਾਇਲੈਂਟ ਤਰੀਕੇ ਨਾਲ ਸਾਰੀ ਗੱਲਬਾਤ ਨੂੰ ਮੰਨਦੇ ਆ। ਉਹਨਾਂ ਨੇ ਕਦੀ ਵੀ ਟਾਈਮ ਵੀ ਨਹੀਂ ਮੰਗਿਆ ਹੈਗਾ ਔਰ ਬੜੇ ਹੀ ਅੱਛੇ ਇਨਸਾਨ ਨੇ ਮਨਜੀਤ ਸੇਖੋਂ ਜੀ, ਮੈਂ ਉਹਨਾਂ ਨੂੰ ਬੜੇ ਸਾਲਾਂ ਤੋਂ ਜਾਣਦਾ। ਸੋ ਮਨਜੀਤ ਸੇਖੋਂ ਜੀ, ਤੁਹਾਡਾ ਖਾਸ ਤੌਰ ਤੇ ਬਹੁਤ-ਬਹੁਤ ਧੰਨਵਾਦ ਕਿ ਤੁਸੀਂ ਹਮੇਸ਼ਾ ਸਾਡੇ ਨਾਲ ਜੁੜਦੇ ਹੋ। ਆਸ ਰੱਖਦੇ ਹਾਂ ਕਿ ਤੁਸੀਂ ਇਸੇ ਤਰ੍ਹਾਂ ਹੀ ਸਾਡੇ ਨਾਲ ਜਿਹੜੇ ਉਹ ਜੁੜਦੇ ਰਹੋਗੇ। ਪ੍ਰੋਫੈਸਰ ਕਵਲਜੀਤ ਕੌਰ ਢਿੱਲੋਂ ਹੋਰੀ ਗਿੱਲ ਹੋਰੀ ਵੀ ਅੱਜ ਸਾਡੇ ਨਾਲ ਜੁੜੇ ਆ, ਉਹਨਾਂ ਦਾ ਖਾਸ ਤੌਰ ਤੇ ਧੰਨਵਾਦ। ਮੈਂ ਸਾਰੇ ਦੋਸਤਾਂ ਦਾ ਇੱਕ ਵਾਰੀ ਫਿਰ ਧੰਨਵਾਦ ਕਰਦਾ। ਪ੍ਰੋਫੈਸਰ ਸਰਬਜੀਤ ਕੌਰ, ਡਾਕਟਰ ਸਰਬਜੀਤ ਕੌਰ ਸੋਲ ਜੀ ਔਰ ਰਮਿੰਦਰ ਰੰਮੀ ਜੀ, ਬਹੁਤ-ਬਹੁਤ ਧੰਨਵਾਦ ਤੁਹਾਡਾ ਕਿ ਤੁਸੀਂ ਅੱਜ ਇੰਨਾ ਵਧੀਆ ਰੂਬਰੂ ਜਿਹੜਾ ਉਹ ਰਚਾਇਆ ਹੈਗਾ ਪ੍ਰੋਫੈਸਰ ਕਵਲਜੀਤ ਕੌਰ ਢਿੱਲੋਂ ਹੋਰਾਂ ਦੇ ਨਾਲ। ਔਰ ਮੈਨੂੰ ਪੂਰੀ ਆਸ ਹੈ ਕਿ ਅੱਜ ਦਾ ਇਹ ਜਿਹੜਾ ਵੈਬੀਨਾਰ ਹੈ, ਕਿਉਂਕਿ ਫੇਸਬੁੱਕ ਤੇ ਵੀ ਸਾਂਝਾ ਕੀਤਾ ਗਿਆ ਔਰ ਯੂਟਿਊਬ ਤੇ ਵੀ ਪਿਆ ਹੋਏਗਾ, ਇਸ ਦੇ ਬਹੁਤ ਸਾਰੇ ਜਿਹੜੇ ਵਿਊਜ਼ ਤੇ ਰਿਵਿਊਜ਼ ਹੁੰਦੇ ਰਹਿਣਗੇ, ਕਿਉਂਕਿ ਜਿਹੜੀ ਅੱਜ ਦੀ ਇਹ ਗੱਲਬਾਤ ਹੈ ਬਹੁਤ ਹੀ ਕਨਸੈਂਟਰੇਟਡ ਸੀਗੀ ਔਰ ਮੈਨੂੰ ਲੱਗਦਾ ਹੈ ਕਿ ਇਸ ਨੂੰ ਬਾਰ-ਬਾਰ ਸੁਣਨਾ ਚਾਹੀਦਾ। ਔਰ ਜਿਵੇਂ ਮੈਂ ਪਹਿਲਾਂ ਕਹਿ ਚੁੱਕਾ, ਮੈਂ ਆਸ ਰੱਖਦਾ ਕਿ ਕਵਲਜੀਤ ਢਿੱਲੋਂ ਹੋਰੀ ਹੁਣ ਆਪਣੇ ਵਾਸਤੇ ਥੋੜਾ ਜਿਹਾ ਵਕਤ ਕੱਢਣਗੇ ਔਰ ਆਪਣੀ ਜੀਵਨੀ ਲਿਖਣ ਵੱਲ ਵੀ ਥੋੜਾ ਜਿਹਾ ਧਿਆਨ ਦੇਣਗੇ ਤਾਂ ਕਿ ਆਉਣ ਵਾਲੀਆਂ ਜਿਹੜੀਆਂ ਨਸਲਾਂ ਨੇ ਉਹ ਇਹਨਾਂ ਤੋਂ ਕੁਝ ਸਿੱਖ ਸਕਣ। ਤੁਹਾਡਾ ਬਹੁਤ-ਬਹੁਤ ਧੰਨਵਾਦ। ਥੈਂਕ ਯੂ। ਕੁਲਜੀਤ ਜੀ ਅਨਮਿਊਟ ਕਰੋ। ਕੁਲਜੀਤ ਜੀ ਬਹੁਤ ਸ਼ੁਕਰੀਆ
ਕੁਦਵਾਲ ਜੀ, ਤੁਸੀਂ ਜਿਹੜਾ ਅੰਤ ਵਿੱਚ ਸੁਝਾਅ ਦਿੱਤਾ ਨਾ, ਬਹੁਤ ਅੱਛਾ ਮੈਡਮ ਕਮਲਜੀਤ ਢਿੱਲੋਂ ਵਾਸਤੇ, ਕਿ ਉਹ ਜ਼ਰੂਰ ਆਪਣੀ ਸਵੈ ਜੀਵਨੀ ਲਿਖਣ, ਹੋਰਨਾਂ ਔਰਤਾਂ ਵਾਸਤੇ ਪ੍ਰੇਰਨਾ ਸਰੋਤ ਬਣ ਸਕੇ, ਕਿਉਂਕਿ 24 ਘੰਟੇ ਸਾਰੀਆਂ ਔਰਤਾਂ ਕੋਲ ਹੁੰਦੇ ਆ, ਪਰ ਇਹਨਾਂ ਨੇ ਉਹਨਾਂ 24 ਘੰਟਿਆਂ ਨੂੰ ਕਿੰਨਾ ਸਹੀ ਇਸਤੇਮਾਲ ਕਰਕੇ ਹੁਣ ਤੱਕ ਕਿੰਨੀਆਂ ਪ੍ਰਾਪਤੀਆਂ ਕੀਤੀਆਂ ਨੇ, ਸਾਡੇ ਵਾਸਤੇ ਸੱਚੀ ਮੁੱਚੀ ਇੱਕ ਪ੍ਰੇਰਨਾ, ਇੱਕ ਮਿਸਾਲ ਹੈ। ਤੇ ਮੈਡਮ ਰਮਿੰਦਰ ਰੰਮੀ ਵੀ ਸਾਡੇ ਲਈ ਮਿਸਾਲ ਨੇ, ਜਿਹੜੇ ਲਗਾਤਾਰ ਯਤਨਸ਼ੀਲ ਨੇ, ਕਰਮਸ਼ੀਲ ਨੇ, ਤੇ ਹਰ ਮਹੀਨੇ ਇੱਕ ਮੈਗਜ਼ੀਨ ਕੱਢਣਾ, ਉਹ ਵੀ ਈ ਮੈਗਜ਼ੀਨ ਕੱਢਣਾ ਅੱਜ ਦੇ ਸਮੇਂ 'ਚ ਬੜੀ ਚੁਣੌਤੀ ਹੈ, ਔਰ ਬਹੁਤ ਜਗ੍ਹਾ ਤੋਂ, ਬਹੁਤ ਲੇਖਕਾਂ ਤੋਂ ਰਚਨਾਵਾਂ ਮੰਗਦੇ ਆ, ਫਿਰ ਉਹਨਾਂ ਰਚਨਾਵਾਂ ਨੂੰ ਮੰਗਵਾਉਂਦੇ ਆ, ਫਿਰ ਉਹਨਾਂ ਰਚਨਾਵਾਂ ਨੂੰ ਸੈੱਟ ਕਰਨਾ ਸਾਰਾ। ਤੇ ਮੈਂ ਸ਼ੇਅਰ ਕਰਨਾ ਉਹ ਨਾ ਕਮਲਜੀਤ ਗਿੱਲ ਹੱਥ ਖੜਾ ਕਰ ਰਹੇ ਸੀ, ਅਗਰ ਉਹ ਹਾਂਜੀ ਮੈਂ ਤੁਸੀਂ ਟਾਈਮ ਤਾਂ ਦੇਖ ਲਓ। ਤੇ ਮੈਂ ਵੀ ਕਹਿਣਾ ਸੀਗਾ ਉਦੋਵਾਲ ਜੀ ਦਾ ਧੰਨਵਾਦ ਕਰਦੀ ਹਾਂ, ਉਹਨਾਂ ਨੇ ਬੜੀ ਅੱਛੀ ਸੁਜੈਸ਼ਨ ਦਿੱਤੀ ਹੈ, ਮੈਂ ਧਿਆਨ ਕਰਾਂਗੀ ਇਹਦੇ ਤੇ। ਪਰ ਮੈਂ 4 ਮਹੀਨੇ ਤੋਂ ਛੁੱਟੀ ਤੇ ਹਾਂ, ਮੈਂ ਕੰਮ ਨਹੀਂ ਕਰ ਰਹੀ ਅੱਜ ਕੱਲ। ਪੋਤਾ ਖਿਡਾ ਰਹੇ ਨੇ ਛੁੱਟੀ ਭੇਜੇ, ਇੱਕ ਸਾਲ ਦੀ ਲਾਓ ਤੁਸੀਂ, ਪੋਤੇ ਨੂੰ ਜਵਾਨ ਕਰਕੇ ਭਾਵੇਂ ਲਿਖਿਓ, ਪਰ ਲਿਖਣੀ ਪੈਣੀ। ਨਹੀਂ, ਕਮਲਜੀਤ ਗਿੱਲ ਹੋਰਾਂ ਨੂੰ ਜ਼ਰੂਰ ਟਾਈਮ ਦਿਓ ਕੁਲਜੀਤ ਜੀ। ਨਹੀਂ, ਮੈਂ ਸੋਚਿਆ ਸੀਗਾ ਕਿ ਉਹ ਧੰਨਵਾਦ ਹੋ ਚੁੱਕਿਆ, ਤੇ ਚਲੋ ਕੋਈ ਗੱਲ ਨਹੀਂ। ਉਹ ਧੰਨਵਾਦ ਪਹਿਲਾਂ ਕਰ ਦਿੱਤਾ, ਉਹ ਕਾਲੇ ਹੋ ਗਏ ਧੰਨਵਾਦ ਕਰਨੇ ਨੂੰ। ਮੈਂ ਵੈਸੇ ਤਾਂ ਮੈਂ ਸਭ ਤੋਂ ਪਹਿਲਾਂ ਤਾਂ ਇਹ ਕਹੂੰਗੀ ਕਿ ਜਿਹੜੇ ਮੈਨੂੰ ਤੁਸੀਂ ਇਹ ਮੌਕਾ ਦਿੱਤਾ ਹੈ, ਮੈਂ ਆਪਣੇ ਆਪ ਨੂੰ ਬਹੁਤ ਹੀ ਲੱਕੀ ਸਮਝ ਰਹੀ ਹਾਂ ਕਿ ਇਹ ਜਿਹੜਾ ਪ੍ਰੋਗਰਾਮ ਮਿਲਣੀ ਜਾਂ ਰੂਬਰੂ ਸੀਗਾ, ਬਹੁਤ ਹੀ ਇੰਸਪੀਰੇਸ਼ਨਲ ਹੈ। ਪਹਿਲੀ ਗੱਲ ਤਾਂ ਇਹ ਹੈ, ਤੇ ਦੂਸਰਾ ਇਹ ਕਿ ਘਰੇਲੂ ਜ਼ਿੰਮੇਵਾਰੀਆਂ ਨਿਭਾਉਂਦੇ ਹੋਏ ਜਿਸ ਤਰ੍ਹਾਂ ਮੈਡਮ ਢਿੱਲੋਂ ਇਹ ਸਮਾਜਿਕ ਜ਼ਿੰਮੇਵਾਰੀਆਂ ਨੂੰ ਵੀ ਬਾਖੂਬੀ ਨਿਭਾ ਰਹੇ ਨੇ, ਇਹ ਵਰਥ ਐਪਰੀਸ਼ੀਏਟਿੰਗ। ਬਹੁਤ ਬਹੁਤ ਇਹਨਾਂ ਨੂੰ ਮੈਂ ਮੁਬਾਰਕਾਂ ਵੀ ਦਿੰਦੀ ਹਾਂ। ਮੁਬਾਰਕਾਂ ਸਿਰਫ ਇਹ ਨਹੀਂ ਕਿ ਇਹ ਦਾਦੀ ਬੜੇ ਨੇ, ਇਹ ਕੰਮ ਕਰਨ ਦੀਆਂ ਵੀ ਇਹਨਾਂ ਨੂੰ ਬਹੁਤ ਬਹੁਤ ਮੁਬਾਰਕਾਂ ਨੇ। ਤੇ ਜਿਹੜਾ ਤੁਸੀਂ ਸ਼ੁਰੂ ਦੇ ਵਿੱਚ ਇਹਨਾਂ ਦੇ ਲਈ ਬਹੁਤ ਸੋਹਣੇ ਸੋਹਣੇ ਵਿਸ਼ਲੇਸ਼ਣ ਵਰਤੇ ਨਾ, ਉਹ ਬਹੁਤ ਹੀ ਜ਼ਿਆਦਾ ਢੁਕਵੇਂ ਨੇ। ਮੈਂ ਇਹਨੂੰ ਰਿਪੀਟ ਨਹੀਂ ਕਰਨਾ ਚਾਹੁੰਦੀ ਕਿ ਜੋਸ਼, ਜਜ਼ਬਾ ਤੇ ਜਨੂਨ, ਇਹ ਸੱਚੀ ਮੁੱਚੀ ਇਹਨਾਂ ਦੀ ਪਰਸਨੈਲਿਟੀ ਦੇ ਨਾਲ ਬਹੁਤ ਹੀ ਢੁਕਵੇਂ ਨੇ। ਬਾਕੀ ਇਹ ਹਿੰਮਤ ਹੈ, ਬੁਲੰਦੀ ਵਾਲੇ ਨੇ, ਸਾਰਾ ਕੰਮ ਕਰਦੇ ਨੇ। ਮੇਰੀ ਅਸਲ 'ਚ ਇਹਨਾਂ ਦੀ ਜਾਣ ਪਛਾਣ ਇਹਨਾਂ ਦੇ ਨਾਲ ਬਹੁਤ ਪੁਰਾਣੀ ਨਹੀਂ ਹੈ, ਕਮਲਜੀਤ ਢਿੱਲੋਂ ਨਾਲ। ਇਹਨਾਂ ਦੇ ਨਾਲ ਸਿਰਫ 2019 ਦੇ ਵਿੱਚ ਜਦੋਂ ਬਾਬਾ ਜੀ ਦਾ ਪ੍ਰਕਾਸ਼ ਉਤਸਵ ਮਨਾਇਆ ਜਾ ਰਿਹਾ ਸੀ, ਉਦੋਂ ਹੀ ਸੁਰਜੀਤ ਹੋਰਾਂ ਦੇ ਨਾਲ ਤੇ ਇਹਨਾਂ ਦੇ ਨਾਲ ਮੇਰਾ ਮੇਲ ਜੋਲ ਹੋਇਆ। ਤੇ ਪਰ ਮੈਨੂੰ ਹੁਣ ਇਸ ਵੇਲੇ ਲੱਗਦਾ ਕਿ ਮੈਂ ਤੇ ਇਹਨਾਂ ਨੂੰ ਬਹੁਤ ਦੇਰ ਦੀ ਜਾਣਦੀ ਹਾਂ। ਸੋ ਇਹ ਸਿਰਫ 4-5 ਸਾਲਾਂ ਦਾ ਜਾਣਨਾ ਤੇ ਇੰਜ ਮਹਿਸੂਸ ਹੋਣਾ ਕਿ ਮੈਂ ਬਹੁਤ ਦੇਰ ਤੋਂ ਇਹਨਾਂ ਨੂੰ ਜਾਣ ਰਹੀ ਹਾਂ, ਇਹ ਇੱਕ ਪਰਸਨੈਲਿਟੀ ਦੀ ਸ਼ਖਸੀਅਤ ਦਾ ਇੱਕ ਪਾਰਟ ਹੀ ਹੁੰਦਾ, ਜਿਹੜਾ ਕਿ ਇਹ ਮੈਡਮ ਕਮਲਜੀਤ ਦੇ ਵਿੱਚ ਹੈਗਾ। ਲੇਕਿਨ ਔਰ ਇਹਨਾਂ ਇਹ ਜਿਵੇਂ ਵੀ ਸਾਰੇ ਇਸ਼ੂਜ਼ ਤੇ ਕੰਮ ਕਰ ਰਹੇ ਨੇ, ਵਿਮਨ ਇਸ਼ੂ ਸਾਰੇ ਹੀ ਲੈਂਦੇ ਨੇ, ਤੇ ਆਪਣੀ ਸਾਰੀ ਜਿਹੜੀ ਪਰਸਨਲ ਲਾਈਫ ਹੈ ਤੇ ਸੋਸ਼ਲ ਲਾਈਫ ਹੈ, ਇਹਨਾਂ ਦੇ ਵਿੱਚ ਇੱਕ ਤਾਲਮੇਲ ਬਣਾਉਣਾ ਔਰ ਬਾਖੂਬੀ ਉਹ ਸਾਰੀਆਂ ਜ਼ਿੰਮੇਵਾਰੀਆਂ ਨਿਭਾਉਣਾ, ਇਹ ਬਹੁਤ ਹੀ ਐਪਰੀਸ਼ੀਏਟ ਕਰਨ ਵਾਲੀ ਗੱਲ। ਕੁਛ ਇੱਕ ਲਾਸਟ ਦੇ ਉੱਤੇ ਸਵਾਲ ਆਏ ਸੀ, ਰਿੰਟੂ ਜੀ ਨੇ ਕਿਹਾ ਸੀਗਾ ਕਿ ਸਵਾਲ ਅੰਤ 'ਚ ਪੁੱਛਣੇ ਆ, ਤੇ ਪੁੱਛਣ ਦਾ ਮੌਕਾ ਰਿੰਟੂ ਨੇ ਦਿੱਤਾ ਹੀ ਨਹੀਂ ਹੈ। ਲੇਕਿਨ ਮੈਂ ਫਿਰ ਵੀ ਕੁਐਸਚਨ ਇੱਕ ਕਮਲਜੀਤ ਨੂੰ ਪੁੱਛਣਾ ਚਾਹੁੰਦੀ ਹਾਂ ਕਿ ਇਹਨਾਂ ਨੇ ਇੱਕ ਵਰਡ ਯੂਜ਼ ਕੀਤਾ ਸੀਗਾ ਕਸ਼ਮੀਰੀ ਵਿਮਨ ਬਾਰੇ, ਉਹ ਹਾਫ ਵਿਡੋ ਦਾ। ਜੇ ਕਦੇ ਟਾਈਮ ਮਿਲੇ ਤਾਂ ਇਸ ਟਰਮ ਨੂੰ ਐਕਸਪਲੇਨ ਕਰਨ ਦੀ ਜ਼ਰੂਰਤ ਹੈ। ਤੇ ਇਹ ਜਿਹੜਾ ਆਪਾਂ ਕਹਿੰਦੇ ਆ ਨਾ ਕਿ ਔਰਤ ਹੀ ਔਰਤ ਦੀ ਦੁਸ਼ਮਣ ਹੈ, ਇਹ ਉਹਨਾਂ ਨੇ ਬੜਾ ਅੱਛੀ ਤਰ੍ਹਾਂ ਐਕਸਪਲੇਨ ਕੀਤਾ ਕਿ ਨਹੀਂ, ਸਾਡੇ ਜ਼ਿਹਨ ਦੇ ਵਿੱਚ ਜਿਹੜਾ ਉਹ ਪੈਟਰੀਆਰਕਲ ਸਿਸਟਮ ਭਰਿਆ ਹੋਇਆ ਹੈ ਨਾ, ਇਹ ਉਸੇ ਦੀ ਹੀ ਉਪਜ। ਤੇ ਔਰਤ ਨੂੰ ਗਰੁੱਪਿੰਗ ਕਰਨੀ ਕਿ ਬੱਚੇ, ਬੁੱਢੇ, ਅਪੰਗ ਤੇ ਔਰਤਾਂ, ਇਹ ਜਿਹੜੀ ਗਰੁੱਪਿੰਗ ਹੈ ਨਾ, ਇਸ ਨੂੰ ਇਹ ਔਰਤਾਂ ਨੂੰ ਇਸ ਗਰੁੱਪਿੰਗ ਦੇ ਵਿੱਚੋਂ ਕੱਢਣ ਦੀ ਜ਼ਰੂਰਤ ਹੈ। ਜਿਹੜਾ ਕਿ ਦਸ਼ਾ ਤੇ ਦਿਸ਼ਾ ਜਿਹੜੀ ਇਹ ਸੰਸਥਾ ਹੈ, ਇਹ ਬੜੀ ਅੱਛੀ ਤਰ੍ਹਾਂ ਕੰਮ ਕਰ ਰਹੀ ਹੈ। ਹੋ ਸਕਦਾ ਹੈ ਜੇ ਲੱਗੇ ਰਵਾਂਗੇ, ਮੈਨੂੰ ਵੀ ਨਾਲ ਜੋੜ ਲਓ ਇਹਨਾਂ ਦੇ ਇੱਥੇ ਇਸ ਗਰੁੱਪ ਦੇ ਨਾਲ, ਕਿ ਜੇ ਆਪਾਂ ਇਹ ਲੱਗੇ ਰਵਾਂਗੇ ਤੇ ਦਿਸ਼ਾ ਇਹ ਸਾਨੂੰ ਕੋਈ ਨਾ ਕੋਈ ਦਊਗੀ, ਇਹ ਸੰਗੀਤ ਦੇਗੀ, ਦਿਸ਼ਾ ਦੇਗੀ। ਅਸੀਂ ਇਹ ਗਰੁੱਪ ਜਿਹੜਾ ਕੀਤਾ ਹੋਇਆ ਨਾ ਕਿ ਬੱਚੇ, ਔਰਤਾਂ, ਅਪੰਗ ਤੇ ਔਰਤਾਂ ਨੂੰ ਇਸ ਗਰੁੱਪ ਚੋਂ ਆਪਾਂ ਸੌਖੀ ਤਰ੍ਹਾਂ ਕੱਢ ਵੀ ਸਕਦੇ ਹਾਂ ਜੇ ਲੱਗੇ ਰਹੇ, ਦਿਸ਼ਾ ਦੇ ਨਾਲ ਲੱਗੇ ਰਹੇ। ਮੇਰੀ ਇੰਨੀ ਕੀ ਗੁਜ਼ਾਰਿਸ਼ ਹੈ। ਬਾਕੀ
ਬਹੁਤ ਬਹੁਤ ਧੰਨਵਾਦ ਟਾਈਮ ਦੇਣ ਦਾ ਮੈਨੂੰ। ਬਹੁਤ ਸ਼ੁਕਰੀਆ ਮੈਡਮ। ਕੁਲਜੀਤ ਜੀ ਜੇ ਟਾਈਮ ਹੈ ਤਾਂ ਮੈਂ 1 ਮਿੰਟ ਚ ਦੱਸ ਦਿੰਨੀ ਆ, ਜੇ ਨਹੀਂ ਤਾਂ ਫੇਰ ਕਦੇ ਸਹੀ ਨਹੀਂ ਦੱਸੋ ਦੱਸੋ ਜ਼ਰੂਰ। ਜ਼ਰੂਰ ਵੈਲਕਮ ਮੈਮ। ਹਾਂਜੀ ਹਾਂਜੀ ਜ਼ਰੂਰ ਮੈਡਮ। ਦੱਸੋ। ਹਾਂ, ਇਸ ਤਰ੍ਹਾਂ ਹੈਗਾ ਕਿ ਜਿਹੜਾ ਕਸ਼ਮੀਰ ਦਾ ਜਿਹੜਾ ਸੰਕਟ ਹੈ, ਮੈਨੂੰ 1 ਮਿੰਟ 2 ਮਿੰਟ ਲੱਗ ਜਾਣਗੇ ਗੱਲ ਨੂੰ ਕਰਦਿਆਂ, ਕਿ 1990 ਦੇ ਵਿੱਚ ਜਦੋਂ ਜਿਹੜਾ ਕਸ਼ਮੀਰ ਦਾ ਸੰਕਟ ਹੋਰ ਗਹਿਰਾ ਹੋਇਆ, ਖਾਸ ਕਰਕੇ ਜਦੋਂ ਪੰਡਤ ਜਿਹੜੇ ਸਨ ਉੱਥੋਂ ਦੇ, ਕਿਉਂਕਿ ਕਸ਼ਮੀਰ ਜਿਹੜਾ ਕੇਵਲ ਮੁਸਲਮਾਨਾਂ ਦਾ ਨਹੀਂ ਹੈ, ਕਸ਼ਮੀਰ ਦੇ ਵਿੱਚ ਪੰਡਤ ਔਰ ਉਸ ਤੋਂ ਬਾਅਦ ਜਿਹੜੇ ਸਾਡੇ ਸਿੱਖ ਜਾਂ ਬਹੁਤ ਸਾਰੀਆਂ ਕਮਿਊਨਿਟੀਜ਼ ਨੇ, ਤੇ ਔਰ ਕੱਲੀ ਕਸ਼ਮੀਰੀ ਜ਼ੁਬਾਨ ਨਹੀਂ ਹੈ, ਉੱਥੇ ਪਹਾੜੀ ਜ਼ੁਬਾਨ ਵੀ ਹੈ ਜਿਹੜੀ ਪੰਜਾਬੀ ਨਾਲ ਬੜੀ ਮਿਲਦੀ ਹੈ। ਮੈਂ ਕਿਉਂਕਿ 2017 ਤੋਂ ਜਾ ਰਹੀ ਹਾਂ, 2018 ਦੇ ਵਿੱਚ ਅਸੀਂ ਉੱਥੇ ਇੱਕ ਪੀਸ ਮਾਰਚ ਕੀਤਾ ਸੀ ਕਸ਼ਮੀਰ ਦੇ। ਮੈਂ ਉਸ ਗਰੁੱਪ ਦੀ ਇੰਚਾਰਜ ਸੀ, ਸਾਰੇ ਹਿੰਦੁਸਤਾਨ ਚੋਂ ਔਰਤਾਂ ਆਈਆਂ ਸੀ, ਤੇ ਅਸੀਂ ਟੰਗਦਾਰ ਜਿਹੜਾ ਸਾਡਾ ਕਸ਼ਮੀਰ ਪਾਕਿਸਤਾਨ ਵਾਲਾ ਕਸ਼ਮੀਰ ਹੈ, ਉਹਦੇ ਬਾਰਡਰ ਤੋਂ ਅਸੀਂ ਹਿਮਾਚਲ, ਪੰਜਾਬ, ਹਰਿਆਣਾ ਤੇ ਦਿੱਲੀ ਤੱਕ ਉਹ ਮਾਰਚ ਸੀ, ਤੇ ਉਹਦੇ ਵਿੱਚ ਮੈਨੂੰ ਕਸ਼ਮੀਰ ਨੂੰ ਸਮਝਣ ਦਾ ਬੜਾ ਮੌਕਾ ਮਿਲਿਆ ਉਸੇ ਸਮੇਂ ਦੇ ਵਿੱਚ। ਲੇਕਿਨ 2017 ਦੇ ਵਿੱਚ ਜਦੋਂ ਮੈਂ ਗਈ ਪਹਿਲੀ ਵਾਰ ਉਹਨਾਂ ਵਿਡੋਜ਼ ਦੇ ਮਸਲੇ ਨੂੰ, ਉਹਦੇ 'ਚ ਇਹ ਹੈ ਕਮਲਜੀਤ ਜੀ ਕਿ ਉੱਥੇ ਜਿਹੜਾ ਸੰਕਟ ਹੈ, ਜਿਹੜਾ ਕਸ਼ਮੀਰ ਦੇ ਵਿੱਚ 1947 ਤੋਂ ਬਾਅਦ ਦਾ ਹੀ ਸੰਕਟ ਸ਼ੁਰੂ ਹੁੰਦਾ, ਕਦੇ ਤੇਜ਼ ਹੋ ਜਾਂਦਾ ਹੈ, ਕਦੇ ਘਟ ਜਾਂਦਾ ਹੈ, ਕਦੇ ਸਾਡੀ ਜਿਹੜੀ ਡੈਮੋਕ੍ਰੈਟਿਕ ਜਿਹੜੀਆਂ ਸਾਡੀਆਂ ਸਰਕਾਰਾਂ ਉੱਥੇ ਕੰਮ ਕਰਦੀਆਂ ਨੇ, ਕਦੇ ਜਿਹੜਾ ਸਾਡਾ ਉੱਥੇ ਮਿਲਟਰੀ ਸਾਡਾ ਜਿਹੜਾ ਹੈ ਪ੍ਰੈਜ਼ੀਡੈਂਸ਼ੀਅਲ ਰੂਲ ਹੋ ਜਾਂਦਾ ਹੈ। ਉੱਥੇ ਜਿਹੜੀ ਇੰਟਰੂਜਨ ਹੈ ਪਾਕਿਸਤਾਨ ਵੱਲੋਂ, ਚਾਈਨਾ ਵੱਲੋਂ ਬੜੀ ਹੈ, ਤੇ ਇੱਕ ਪੁਰਾਣਾ ਸਿਲਕ ਰੂਟ ਸੀ ਸਾਡਾ 1962 ਦੀ ਜੰਗ ਤੋਂ ਬਾਅਦ ਬਣਿਆ, ਜਿਹੜਾ ਕਿ ਬੜੀ ਅੱਛੀ ਹੁਸੀਨ ਵੈਲੀ ਹੈ, ਤੋਸ਼ਾ ਮੈਦਾਨ ਤੇ ਖਾਸ ਕਰਕੇ ਇਹ ਜਿਹੜਾ ਬਡਗਾਮ ਡਿਸਟ੍ਰਿਕਟ ਹੈ ਉਹਦੇ ਉੱਪਰ ਪੈਂਦਾ ਹੈ। ਤਾਂ ਉੱਥੇ ਸਾਡੀ ਆਰਟਿਲਰੀ ਸਾਡੀ ਗਵਰਨਮੈਂਟ ਨੇ 1962 ਚ ਬਣਾ ਦਿੱਤੀ ਗਈ ਸੀ। ਇੱਕ ਤਾਂ ਉਸ ਏਰੀਆ ਦੇ ਵਿੱਚ ਹਾਫ ਵਿਡੋਜ਼ ਨੇ ਕਿ ਉੱਥੋਂ ਜਿਹੜੀ ਮਿਲਟਰੀ ਹੈ ਉਹ ਬੰਬਿੰਗ ਕਰਦੀ ਪਾਕਿਸਤਾਨ ਵਾਲੇ ਪਾਸੇ ਹੈ, ਪਰ ਉਹ ਬੰਬਿੰਗ ਜਿਹੜੀ ਡਿੱਗਦੀ ਹੈ ਸਾਡੀ ਵੈਲੀ ਦੇ ਵਿੱਚ ਆ ਕੇ, ਤੇ ਉਹਦੇ ਵਿੱਚ ਜਿਹੜੇ ਚਰਵਾਹਾ ਕਿਸਮ ਦੇ ਲੋਕ ਨੇ ਉਹ ਮਾਰੇ ਜਾਂਦੇ ਨੇ, ਤੇ ਜਾਂ ਕਈ ਵਾਰੀ ਉਹ ਭੇਡਾਂ ਬੱਕਰੀਆਂ ਚਾਰਦੇ, ਉਹ ਜਿਹੜੇ ਖੋਲ ਨੇ ਉਹਨਾਂ ਨੂੰ ਕੱਢਦੇ ਨੇ, ਉਹਦੇ ਵਿੱਚ ਉਹਨਾਂ ਦੀ ਹੋ ਜਾਂਦੀ ਹੈ। ਤੇ ਜਾਂ 1990 ਦੇ ਵਿੱਚ ਮਿਲਟਰੀ ਨੇ ਸਾਡਾ ਜਿਹੜਾ ਹੈ ਕੁਸ਼ਾਨ ਪੋਸ਼ਪੁਰਾ ਇੱਕ ਪਿੰਡ ਹੈ ਜਿੱਥੇ ਮਾਸ ਰੇਪ ਕੀਤਾ ਸੀ, ਸਾਡੀ ਸਰਕਾਰ ਨਹੀਂ ਮੰਨਦੀ, ਪਰ ਉੱਥੋਂ ਦੀਆਂ ਜਿਹੜੀਆਂ ਸਾਡੀਆਂ ਸੋਸ਼ਲ ਸਾਡੀਆਂ ਸੰਸਥਾਵਾਂ ਨੇ ਉਹਨਾਂ ਨੇ ਜਾ ਕੇ ਸਰਵੇ ਕੀਤਾ, ਤੇ ਉੱਥੇ ਉਸ ਪਿੰਡ ਦੇ ਵਿੱਚ ਵੱਡੇ ਪੱਧਰ ਦੇ ਉੱਤੇ ਰੇਪ ਕੀਤੇ ਗਏ ਜਿਹੜੇ ਔਰਤਾਂ ਦੇ ਪੂਰੇ ਪਿੰਡ ਦੇ ਵਿੱਚ। ਤਾਂ ਉੱਥੇ ਮਰਦਾਂ ਨੂੰ ਚੱਕ ਕੇ ਲੈ ਆਂਦਾ ਗਿਆ। ਹੁਣ ਇਹ ਜਿਹੜਾ ਹਾਫ ਵਿਡੋ ਦਾ ਜਿਹੜਾ ਕਨਸੈਪਟ ਆਇਆ ਕਿ ਉਹ ਮਰਦ ਜਾਂ ਤੇ ਮਿਲਟਰੀ ਚੱਕ ਕੇ ਲੈ ਗਈ, ਤੇ ਜਾਂ ਫਿਰ ਐਕਸਟ੍ਰੀਮਿਸਟਾਂ ਦੇ ਨਾਲ ਉਹ ਬਾਰਡਰ ਕ੍ਰਾਸ ਕਰ ਗਏ। ਤੇ ਜਦੋਂ ਉਹ ਔਰਤਾਂ ਜਾਂ ਉਹਨਾਂ ਦੇ ਮਰਦਾਂ ਦੇ ਬੱਚੇ ਜਿਹੜੇ ਉੱਥੇ ਪੁਲਿਸ ਸਟੇਸ਼ਨ ਜਿਹੜਾ ਹੈ ਆਪਣੀ FIR ਕਰਨ ਜਾਂਦੇ ਨੇ, ਉਹਨਾਂ ਦੀ FIR ਨਹੀਂ ਲਿਖੀ ਜਾਂਦੀ, ਨਾ ਗੁੰਮਸ਼ੁਦਾ ਦੀ ਲਿਖੀ ਜਾਂਦੀ ਹੈ, ਗੁੰਮਸ਼ੁਦਾ ਦੀ ਉਹਨਾਂ ਨੂੰ ਪਤਾ ਨਹੀਂ ਹੈ, ਤੇ ਜਿਹੜੇ ਕੋਈ ਚੱਕ ਕੇ ਲੈ ਗਿਆ ਤਾਂ ਵੀ ਨਹੀਂ ਪਤਾ। 20-25 ਸਾਲ ਤੋਂ 15 ਸਾਲ ਤੋਂ ਮੈਂ ਉਹਨਾਂ ਔਰਤਾਂ ਤੇ ਬੱਚਿਆਂ ਨੂੰ ਮਿਲੀ, ਖਾਸ ਕਰਕੇ ਤੋਸ਼ਾ ਮੈਦਾਨ ਦੇ ਵਿੱਚ ਨਾ 200 ਪਿੰਡ ਨੇ, ਇੱਕ ਵੈਲੀ ਹੈ ਬੜੀ ਖੂਬਸੂਰਤ, ਉਹਦੇ ਵਿੱਚ 60 ਪਿੰਡ ਐਸੇ ਨੇ ਜਿਸ ਦੇ ਵਿੱਚ 400 ਤੋਂ ਵੱਧ ਹਾਫ ਵਿਡੋਜ਼ ਨੇ। ਤਾਂ ਉਹ ਜਿਹੜੀਆਂ ਔਰਤਾਂ ਜਿਨ੍ਹਾਂ ਦੇ ਪਤੀ ਗਵਾਚ ਗਏ ਨੇ ਔਰ ਉਹਨਾਂ ਦੀ FIR ਨਹੀਂ ਲਿਖੀ ਗਈ, ਉਹਨਾਂ ਨੂੰ ਹਾਫ ਵਿਡੋਜ਼ ਕਿਹਾ ਜਾਂਦਾ ਹੈ, ਜਾਂ ਨਾ ਤਾਂ ਉਹ ਉਹਨਾਂ ਨੂੰ ਮਰਿਆ ਤਸਲੀਮ ਕਰਦੇ ਨੇ ਤੇ ਨਾ ਹੀ ਉਹ ਜਿਉਂਦੇ ਉਹਨਾਂ ਨੂੰ ਪਤਾ ਹੈ। ਸੋ ਇਸ ਕਰਕੇ ਉਹ ਜਿਹੜੀਆਂ ਔਰਤਾਂ, ਜਦੋਂ ਅਸੀਂ ਕਹਿੰਦੇ ਆ ਕਿ ਕੋਈ ਆਦਮੀ ਮਰ ਜਾਂਦਾ ਤੇ ਅਸੀਂ ਉਹਨਾਂ ਨੂੰ ਵਿਡੋ ਕਹਿੰਦੇ ਆ, ਤੇ ਇਸ ਕਰਕੇ ਉਹ ਵਿਧਵਾ ਅੱਧ ਵਿਧਵਾ ਨੇ, ਜਿਵੇਂ ਕਹਿੰਦੇ ਆ ਵੀ ਉਹ ਨਾ ਉਹ ਵਿਧਵਾ ਨੇ ਤੇ ਨਾ ਉਹ ਸੁਹਾਗਣ ਨੇ। ਸੋ ਇਹ ਇੱਕ ਬਹੁਤ ਕਸ਼ਮੀਰ ਵੈਲੀ ਦੇ ਵਿੱਚ ਬਹੁਤ ਥਾਵਾਂ ਦੇ ਉੱਤੇ ਕੁਸ਼ਾਨ ਪੋਸ਼ਪੁਰਾ ਹੈ, ਤੋਸ਼ਾ ਮੈਦਾਨ ਹੈ, ਸੋਪੀਅਨ ਹੈ, ਡਿਫਰੈਂਟ ਡਿਸਟ੍ਰਿਕਟ ਨੇ, ਬਾਂਦੀਪੁਰਾ ਹੈ,
ਉੱਥੇ ਬਹੁਤ ਸਾਰੀਆਂ ਔਰਤਾਂ ਮਿਲਦੀਆਂ ਨੇ ਤੇ ਉਹਨਾਂ ਦੇ ਬੱਚਿਆਂ ਦੀ ਜਿਹੜੀ ਹੈ ਜਿਹੜੀ ਪਰਵਰਿਸ਼ ਹੈ, ਉਹਨਾਂ ਨੂੰ ਕੱਪੜੇ ਦੇਣੇ ਹੈ, ਉਹਨਾਂ ਦੀ ਪੜ੍ਹਾਈ ਦਾ ਇੰਤਜ਼ਾਮ ਹੈ, ਉਹ ਥੋੜਾ ਬਹੁਤ ਸੰਸਥਾਵਾਂ ਕਰਦੀਆਂ ਨੇ ਪਰ ਮੁੱਖ ਤੌਰ ਤੇ ਨਹੀਂ ਹੁੰਦਾ ਤੇ ਉਹ ਫਿਰ ਗਰੀਬੀ ਦੀ ਹਾਲਤ ਦੇ ਵਿੱਚ ਹੁੰਦੇ ਨੇ। ਤੇ ਸਾਡੀ ਸੰਸਥਾ ਬਾਰ-ਬਾਰ ਜਾ ਕੇ ਉਹਨਾਂ ਦੇ ਨਾਲ ਮੀਟ ਕਰਦੀ ਆ ਹਰ ਸਾਲ, ਜਿਵੇਂ ਸਤੰਬਰ ਦੇ ਵਿੱਚ ਜਾਣਾ, ਸਰਦੀਆਂ ਦੇ ਕੱਪੜੇ, ਹੋਰ ਸਾਰਾ ਕੁਝ। ਸੋ ਉਹਨਾਂ ਔਰਤਾਂ ਨੂੰ ਜਿਨ੍ਹਾਂ ਦੇ ਪਤੀ ਗਵਾਚ ਗਏ ਨੇ ਔਰ FIR ਨਹੀਂ ਲਿਖੀ ਗਈ, ਉਹਨਾਂ ਨੂੰ ਹਾਫ ਵਿਡੋਜ਼ ਦਾ ਨਾਮ ਦਿੱਤਾ ਗਿਆ। ਥੈਂਕ ਯੂ। ਤੁਸੀਂ ਜੀ ਕੁਲਜੀਤ ਜੀ, ਕਰੋ ਗੁਲਜੀਤ। ਚੰਗੀ ਤਰ੍ਹਾਂ ਮੈਡਮ ਸਾਨੂੰ ਸਪਸ਼ਟ ਕੀਤਾ ਜੋ ਸੰਕਲਪ ਮੈਡਮ ਨੇ ਪੁੱਛਿਆ। ਤੇ ਹੁਣ ਅਸੀਂ ਪ੍ਰੋਗਰਾਮ ਦੇ ਅੰਤਮ ਪੜਾਅ ਤੇ ਜਿਹੜਾ ਸਾਡਾ ਮੈਗਜ਼ੀਨ ਹੈ, ਈ ਮੈਗਜ਼ੀਨ, ਉਹਦੀ ਇੱਕ ਝਲਕ ਦੇਖੀਏ। ਮੈਡਮ ਰੰਮੀ ਜੀ ਨੇ ਯਤਨ ਕਰਕੇ ਜਿਹੜਾ ਸਾਡਾ ਨਵੰਬਰ ਦਾ ਅੰਕ ਹੈਗਾ ਉਹ ਮੈਂ ਤੁਹਾਡੇ ਨਾਲ ਸਾਂਝਾ ਕਰਦੀ ਹਾਂ ਕਿ ਉਹਨਾਂ ਨੇ ਇਸ ਮੰਥ ਇਸ ਮੈਗਜ਼ੀਨ ਨੂੰ, 1 ਮਿੰਟ ਲੱਗਣਾ ਮੈਨੂੰ ਥੋੜਾ ਜਿਹਾ, ਹਾਂ ਆ ਗਿਆ ਸਾਹਮਣੇ, ਅੰਤਰਰਾਸ਼ਟਰੀ ਸਾਹਿਤਿਕ ਸਾਂਝਾ ਮਹੀਨਾਵਾਰ ਸਾਹਿਤਿਕ ਮੈਗਜ਼ੀਨ, ਰਮਿੰਦਰ ਰੰਮੀ ਫਾਊਂਡਰ, ਅੰਤਰਰਾਸ਼ਟਰੀ ਸਾਹਿਤਿਕ ਸਾਂਝਾ। ਤੇ ਸਾਡੇ ਸੁਰਜੀਤ ਜੀ ਦੀ ਕਵਿਤਾ ਮੇਰੇ ਸ਼ਬਦ ਲੱਗੀ ਹੋਈ ਹੈ। ਬਹੁਤ ਸਾਰੀਆਂ ਕਵਿਤਾਵਾਂ ਦੇਖੋ, ਰੰਗ ਬਰੰਗੇ ਭਾਗਾਂ ਚ ਵੰਡ ਕੇ ਬਹੁਤ ਸੋਹਣੀ ਤਰ੍ਹਾਂ ਇਸ ਨੂੰ ਸਜਾਇਆ ਗਿਆ ਮੈਗਜ਼ੀਨ। ਇਸ ਮੈਗਜ਼ੀਨ ਦੇ 4 ਪੰਨੇ ਨੇ ਜਿਨ੍ਹਾਂ ਦੇ ਵਿੱਚ ਲਗਭਗ ਮਤਲਬ 4 ਪੰਨਿਆਂ 'ਚ ਆਪਾਂ ਦੇਖੀਏ ਤਾਂ ਬਹੁਤ ਸਾਰੇ ਕਵੀਆਂ ਨੂੰ, ਬਹੁਤ ਸਾਰੀਆਂ ਕਵਿਤਰੀਆਂ ਨੂੰ ਜਗ੍ਹਾ ਮਿਲੀ ਹੈ ਔਰ ਨਵੇਂ ਵਿਸ਼ੇ, ਵੱਖਰੇ ਵਿਸ਼ੇ ਦੇਖਣ ਨੂੰ ਮਿਲ ਰਹੇ ਆ। ਸਾਡੇ ਪਰਮਜੀਤ ਦਿਓਲ ਜੀ ਦੀ ਕਵਿਤਾ, ਮਤਲਬ ਬਹੁਤ ਸਾਰੀਆਂ ਅਹਿਮ ਸ਼ਖਸੀਅਤਾਂ ਨੂੰ ਜਗ੍ਹਾ ਦਿੱਤੀ ਔਰ ਬਹੁਤ ਵਧੀਆ ਵਿਸ਼ਿਆਂ ਤੇ ਕਵਿਤਾਵਾਂ ਜਿਹੜੀਆਂ ਨੇ ਉਹ ਮਿਲੀਆਂ ਨੇ, ਸਾਨੂੰ ਪੜ੍ਹਨ ਲਈ ਮਿਲੀਆਂ ਨੇ। ਔਰ ਇਸ ਮੈਗਜ਼ੀਨ ਦੀ ਇੱਕ ਖਾਸੀਅਤ ਹੈ ਕਿ ਇਸ ਦੇ ਰੰਗਾਂ ਦੇ ਵਿੱਚ ਇੰਨੀ ਖਿੱਚ ਹੈ ਕਿ ਅਸੀਂ ਜਦੋਂ ਕਵਿਤਾ ਨੂੰ ਪੜ੍ਹਦੇ ਹਾਂ ਤੇ ਬਹੁਤ ਕਵਿਤਾ ਦੀ ਦੂਜੀ ਕਵਿਤਾ ਨਾਲੋਂ ਵੱਖਰਤਾ ਨਜ਼ਰ ਆਉਂਦੀ ਹੈ। ਮਤਲਬ ਮੈਂ ਇੱਥੇ ਕਿਸੇ ਹੋਰ ਮੈਗਜ਼ੀਨ ਨੂੰ ਕ੍ਰਿਟਿਸਾਈਜ਼ ਨਹੀਂ ਕਰ ਰਹੀ, ਪਰ ਮੋਸਟਲੀ ਹੁੰਦਾ ਕਿ ਕਵਿਤਾਵਾਂ ਨੂੰ ਵੱਖ-ਵੱਖ ਤਰੀਕੇ ਨਾਲ ਡਿਜ਼ਾਈਨ ਕਰਨਾ ਇੱਕ ਮੁਹਾਰ। ਸਾਡੇ ਜਿਹੜੇ ਇਸ ਨੂੰ ਮੈਗਜ਼ੀਨ ਨੂੰ ਤਿਆਰ ਕਰਨ ਵਾਲੇ ਜਿਹੜੇ ਸਾਡੇ ਕਲਾਕਾਰ ਨੇ, ਉਹਨਾਂ ਦੀ ਬਹੁਤ ਇਸ ਗੱਲ ਤੇ ਅਸੀਂ ਸਲਾਹਨਾ ਕਰਦੇ ਆ ਕਿ ਉਹਨਾਂ ਨੇ ਇਸ ਦੀਆਂ ਜਿਹੜੀਆਂ ਵੱਖ-ਵੱਖ ਕਾਵ ਕਿਆਰੀਆਂ ਬਣਾ ਕੇ ਸੁੰਦਰ ਤਰੀਕੇ ਨਾਲ ਕਵਿਤਾਵਾਂ ਨੂੰ ਸਜਾਇਆ। ਔਰ ਸਭ ਤੋਂ ਜ਼ਿਆਦਾ ਧੰਨਵਾਦ ਦਿੰਦੇ ਆ ਮੈਡਮ ਰਮਿੰਦਰ ਰੰਮੀ ਜੀ ਨੂੰ, ਜਿਨ੍ਹਾਂ ਨੇ ਇਹ ਸਾਰਾ ਯਤਨ ਕੀਤਾ ਔਰ ਲਗਾਤਾਰ ਕਵਿਤਾਵਾਂ ਇਕੱਠੀਆਂ ਕਰਕੇ ਉਹਨਾਂ ਨੂੰ ਇੱਕ ਜਗ੍ਹਾ ਤੇ ਕਰਨਾ। ਉਹਨਾਂ ਨੂੰ ਅਸੀਂ ਇਸ ਗੱਲ ਲਈ ਵਧਾਈ ਦਿੰਦੇ ਆ ਕਿ ਉਹਨਾਂ ਦਾ ਯਤਨ ਸਫਲ ਆ, ਕਿਉਂਕਿ ਸਾਰੇ ਕਵੀ ਬਹੁਤ ਵਧੀਆ ਕਵੀ ਨੇ ਔਰ ਵਧੀਆ ਰਚਨਾਵਾਂ ਪਾਠਕਾਂ ਨਾਲ ਸਾਂਝੀਆਂ ਹੋ ਰਹੀਆਂ ਨੇ। ਬਹੁਤ ਸ਼ੁਕਰੀਆ ਮੈਡਮ ਰਮਿੰਦਰ ਰੰਮੀ ਜੀ ਤੁਹਾਡਾ ਇਸ ਵਾਸਤੇ, ਬਹੁਤ ਧੰਨਵਾਦ ਜੀ। ਹਾਂਜੀ, ਪ੍ਰੋਗਰਾਮ ਦਾ ਮੇਰਾ ਖਿਆਲ ਹੁਣ ਕਿਸੇ ਵੀ ਸਾਡੇ ਸਾਥੀ ਨੇ ਕੁਝ ਕਹਿਣਾ ਹੈ ਤੇ ਅਸੀਂ ਜਾਂਦੇ ਜ਼ਰੂਰ। ਸੁਰਜੀਤ ਮੈਡਮ ਜ਼ਰੂਰ ਜੀ। ਸੁਰਜੀਤ ਮੈਡਮ ਹਾਂਜੀ, ਇਹ ਮੈਨੂੰ ਰਮਿੰਦਰ ਰੰਮੀ ਦਾ ਮੈਸੇਜ ਹੈ, ਉਹ ਬੋਲ ਨਹੀਂ ਸਕ ਰਹੇ ਕਿ ਮੈਂ ਕੁਝ ਉਹਨਾਂ ਵੱਲੋਂ ਮੈਸੇਜ ਦੇਣਾ ਚਾਹੁੰਦੀ ਹਾਂ। ਉਹਨਾਂ ਨੇ ਕਿਹਾ ਕਿ ਪਰਮਜੀਤ ਢਿੱਲੋਂ ਤੇ ਕਮਲ ਨੱਤ ਵੀ ਜੁੜੇ ਹੋਏ ਨੇ, ਜਿਨ੍ਹਾਂ ਦਾ ਗਲਾ ਖਰਾਬ ਹੈ ਤੇ ਸਿੱਖ ਨੇ ਤੇ ਉਹ ਗੱਲ ਨਹੀਂ ਕਰ ਸਕ ਰਹੇ, ਤੇ ਉਹਨਾਂ ਵੱਲੋਂ ਵੀ, ਉਹਨਾਂ ਦਾ ਵੀ ਅਸੀਂ ਧੰਨਵਾਦ ਕਰਦੇ ਹਾਂ। ਤੇ ਚਮਕੌਰ ਜੀ PTN 24 ਤੋਂ ਸਾਡੇ ਨਾਲ ਜੁੜੇ ਹੋਏ ਨੇ, ਉਹਨਾਂ ਨੇ ਲਾਈਵ ਕੀਤਾ ਹੋਇਆ ਇਸ ਪ੍ਰੋਗਰਾਮ ਨੂੰ, ਅਸੀਂ ਉਹਨਾਂ ਦਾ ਵੀ ਬਹੁਤ ਧੰਨਵਾਦ ਕਰਦੇ ਹਾਂ ਰਮਿੰਦਰ ਰੰਮੀ ਵੱਲੋਂ। ਤੇ ਕਾਵ ਸੰਸਾਰ ਤੋਂ ਜਿਹੜਾ ਉਹ ਵੀ ਇਹੋ ਜਿਹਾ ਹੀ ਇੱਕ ਮੈਗਜ਼ੀਨ ਹੈ, ਉਹਦੇ ਤੋਂ ਵਰਿੰਦਰ ਵਿਰਦੀ ਜੀ ਵੀ ਜੁੜੇ ਹੋਏ ਸਨ ਸਾਡੇ ਨਾਲ, ਤੇ ਹਰਦੀਪ ਵਿਰਦੀ। ਇਹਨਾਂ ਸਾਰਿਆਂ ਦਾ ਉਹ ਰਮਿੰਦਰ ਰੰਮੀ ਜੀ ਧੰਨਵਾਦ ਕਰਦੇ ਨੇ। ਤੇ ਮੈਂ ਬਸ ਇੰਨਾ ਹੀ ਕਹਿਣਾ ਚਾਹੁੰਦੀ ਸੀ। ਗੈਲੈਕਸੀ ਤੋਂ ਕੌਣ ਹੈ? ਗੈਲੈਕਸੀ S20 ਗੈਲੈਕਸੀ ਤੋਂ ਕੌਣ ਮੈਡਮ? ਗੈਲੈਕਸੀ ਤੋਂ ਪੁੱਛੋ ਇਹਨਾਂ ਨੂੰ ਕੌਣ ਹੈ। ਵਨੀਤਾ ਜੀ ਸੀਗੇ ਗੈਲੈਕਸੀ ਤੋਂ, ਵਨੀਤਾ ਜੀ ਦਾ। ਹਾਂਜੀ, ਓਵਰ ਟੂ ਯੂ ਕੁਲਜੀਤ ਜੀ। ਵਧੀਆ ਲੱਗਿਆ ਅੱਜ ਸਾਨੂੰ ਮੈਡਮ ਕਮਲਜੀਤ ਢਿੱਲੋਂ ਨਾਲ ਗੱਲਬਾਤ ਕਰਕੇ, ਉਹਨਾਂ ਤੋਂ ਬਹੁਤ ਪ੍ਰੇਰਨਾ ਮਿਲੀ ਸਭ ਨੂੰ। ਅੱਜ ਦੇ ਇਸ ਪ੍ਰੋਗਰਾਮ ਤੋਂ ਅਸੀਂ ਹੁਣ ਵਿਦਾ ਲੈਂਦੇ ਹਾਂ ਔਰ ਸਾਰੇ ਆਪਣੇ ਸਾਥੀਆਂ ਨੂੰ ਸ਼ੁਭ ਕਾਮਨਾਵਾਂ ਕਰਦੇ ਹਾਂ। ਤੁਹਾਡੀ ਸਿਹਤ ਵਧੀਆ ਹੋਵੇ। ਮੈਡਮ ਸੁਰਜੀਤ ਜੀ, ਮੈਡਮ ਰਮਿੰਦਰ ਰੰਮੀ ਜੀ, ਆਪਣਾ ਖਿਆਲ ਰੱਖੋ, ਜਲਦੀ ਸਿਹਤਯਾਬ ਹੋਵੋ, ਤੇ ਫਿਰ ਅਸੀਂ ਅਗਲੇ ਪ੍ਰੋਗਰਾਮ 'ਚ ਫਿਰ ਮਿਲੀਏ ਸਾਰੇ ਇਸ ਤਰ੍ਹਾਂ ਹੀ।
ਤੇ ਸਾਰੇ ਹੱਸਦੇ ਵਸਦੇ ਰਹੋ, ਖੁਸ਼ ਰਹੋ ਤੇ ਅਗਲੇ ਪ੍ਰੋਗਰਾਮ ਦਾ ਇੰਤਜ਼ਾਰ ਕਰੀਏ ਸਾਰੇ। ਬਹੁਤ ਬਹੁਤ ਸ਼ੁਕਰੀਆ ਜੀ। ਸ਼ੁਕਰੀਆ ਕੁਲਜੀਤ ਜੀ, 1 ਮਿੰਟ ਲੈਣਾ ਚਾਹਨੀ ਆ ਮੈਂ। ਸ਼ੁਕਰੀਆ ਰਮਿੰਦਰ ਰੰਮੀ ਜੀ, ਪਿਆਰਾ ਸਿੰਘ ਕੁੱਦੋਵਾਲ ਜੀ, ਸੁਰਜੀਤ ਜੀ, ਸਾਹਿਤਕ ਸਾਂਝਾਂ ਜਿਨ੍ਹਾਂ ਨੇ ਮੈਨੂੰ ਅੱਜ ਟਾਈਮ ਦਿੱਤਾ ਤੇ ਸੁਣਿਆ। ਤੇ ਇਹ ਸਿਲਸਿਲਾ, ਇਹ ਸੰਵਾਦ ਅੱਗੇ ਚੱਲਦਾ ਰਵੇ। ਪਿਆਰਾ ਸਿੰਘ ਕੁੱਦੋਵਾਲ ਦਾ ਇਸ ਸੁਜੈਸ਼ਨ ਨੂੰ ਮੈਂ ਸਿਰ ਮੱਥੇ ਮੰਨ ਕੇ ਇਹਦੇ ਤੇ ਸੋਚਣਾ ਸ਼ੁਰੂ ਕਰਾਂਗੀ। ਤੇ ਮੈਂ ਸ਼ੁਕਰੀਆ ਕਰਦੀ ਹਾਂ ਕਿ ਤੁਸੀਂ ਸਾਰਿਆਂ ਨੇ ਬੜੀ ਅੱਛੀ ਤਰ੍ਹਾਂ ਮੈਨੂੰ ਸੁਣਿਆ। ਸ਼ੁਕਰੀਆ ਸਾਹਿਤਕ ਸਾਂਝਾਂ, ਖਾਸ ਕਰਕੇ ਸਰਬਜੀਤ ਸੋਲ ਜੀ, ਪੰਜਾਬ ਸਾਹਿਤ ਅਕੈਡਮੀ, ਜਿੰਨੇ ਵੀ ਇੱਥੇ ਸ਼ਾਮਲ ਹੋਏ। ਸ਼ੁਕਰੀਆ ਬਹੁਤ ਬਹੁਤ। ਬਹੁਤ ਸ਼ੁਕਰੀਆ। ਧੰਨਵਾਦ ਜੀ। ਹਾਂਜੀ, ਅੰਤਰਰਾਸ਼ਟਰੀ ਸਾਹਿਤਕ ਸਾਂਝਾਂ ਵੱਲੋਂ ਵੀ ਮੈਡਮ ਸਰਬਜੀਤ ਕੌਰ ਸੋਲ ਜੀ ਦਾ ਧੰਨਵਾਦ। ਪੰਜਾਬ ਸਾਹਿਤ ਅਕਾਦਮੀ ਦਾ ਬੈਨਰ ਦੇ ਥੱਲੇ ਇਸ ਪ੍ਰੋਗਰਾਮ ਨੂੰ ਕਰਨ ਲਈ ਬਹੁਤ ਸ਼ੁਕਰੀਆ ਕਰਦੇ ਹਾਂ। ਧੰਨਵਾਦ। ਓਕੇ ਜੀ, ਧੰਨਵਾਦ ਸਾਰਿਆਂ ਦਾ। ਬਾਏ ਬਾਏ। ਬੰਦ ਕਰ ਦਿਓ। ਮੈਂ ਸਭ ਤੋਂ ਪਹਿਲੀ ਵਾਰ ਚਲੋ ਠੀਕ ਹੈ ਮੈਡਮ, ਫੇਰ ਕਰਦੇ ਗੱਲ। ਮੈਂ ਬੰਦ ਕਰ ਦਿਆਂ।